ਕੀ ਘਾਟ ਰਹੀ? ਸਿੱਖ ਤਾਂ ਕਦੇ ਨਹੀਂ ਪੇਟ ਦਿਖਾਉਂਦਾ, ਸਿੱਖ ਤਾਂ ਕਦੇ ਨਹੀਂ ਦੱਬਦਾ। ਸਿੱਖ ਸਰਕਾਰਾਂ ਕੋ ਕਿਵੇਂ ਦੱਬ ਗਿਆ? ਇਹਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਇਸ ਪੱਖੋਂ ਕਮਜ਼ੋਰ ਰਹੀ ਹੈ ਕਿ ਸਾਰੀ ਸੰਗਤ ਨੂੰ ਆਪਣੇ ਨਾਲ ਨਹੀਂ ਜੋੜ ਸਕੀ ਕਿ ਅੱਜ ਉਹ ਸਰਕਾਰਾਂ ਤੋਂ ਦੱਬ ਕੇ ਬਹਿ ਗਿਆ, ਕਿਉਂਕਿ ਡਿਊਟੀ ਤਾਂ ਤੁਹਾਡੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋਕੀ ਪਿਆਰ ਕਰਦੇ ਆ। ਇੱਕ ਰੌਲਾ ਜਿਹੜਾ ਪਾਇਆ ਨਾ ਜੀ, ਬਾਦਲਾਂ ਦਾ ਕਬਜ਼ਾ, ਬਾਦਲਾਂ ਦਾ ਕਬਜ਼ਾ। ਮੈਂ ਹੈਰਾਨ ਹੁੰਨੀ ਆ ਜਦੋਂ ਸਾਡੇ ਬੜੇ ਸਿਆਣੇ ਪੁਰਖ ਜਿਹੜੇ ਕਹਿਣਗੇ ਜੀ ਰੋਜ਼ ਗੋਲਕ ਕਹਿਣਗੇ ਤੇ ਬਾਦਲ ਦੇ ਘਰ ਚਲ ਜਾਂਦੀ। ਬਹੁਤ ਦੁੱਖ ਦੀ ਗੱਲ ਹੈ ਜੀ। ਸਭ ਤੋਂ ਵੱਡੀ ਜਿਹੜੀ ਇੰਨਾ ਝੂਠ ਜਿਹੜਾ ਨਹੀਂ ਬੋਲਣਾ। ਦਾਦੂਵਾਲ ਸਾਹਿਬ ਤਾਂ 2 ਦਿਨ ਪਹਿਲਾਂ ਕਹਿ ਕੇ ਹਟਿਆ। ਅਸੀਂ ਫੇਲ ਕਿੱਥੇ ਹੋਏ ਆ ਕਿ ਭਾਈ ਅੱਜ ਕੋਈ ਵੀ ਨਹੀਂ ਬੋਲ ਰਿਹਾ ਤੇ ਉਹ ਆਪਣੇ ਕੰਮ 'ਚ ਸਫਲ ਹੋ ਗਿਆ। ਤੁਸੀਂ ਕਿਹਾ ਜੀ ਐਕਟ ਦੀ ਵਿਰੋਧਤਾ, ਕਿ ਐਸਜੀਪੀਸੀ ਉੱਥੇ ਮਜ਼ਬੂਤ ਵਕੀਲ ਨਹੀਂ ਸੀ ਪੇਸ਼ ਕਰ ਸਕਦੀ ਵਧੀਆ ਤਰੀਕੇ ਨਾਲ। ਅਗਲੇ ਦੱਸਦੇ ਕਿ ਭਾਈ ਇਹ ਹੋ ਹੀ ਨਹੀਂ ਸਕਦਾ, ਫੈਸਲਾ ਕਿੱਦਾਂ ਉਲਟ ਹੋ ਜਾਂਦਾ। ਸਿਆਸੀ ਲੜਾਈ ਬਣਾ ਕੇ ਕਿ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕਰੋ। ਇਹ ਤਾਂ ਕਮਜ਼ੋਰ ਹੁੰਦਾ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋ ਜੇ। ਤੇ ਅਸੀਂ ਸੋਚ ਨਹੀਂ ਸਕਦੇ ਕਿ ਸੁਪਰੀਮ ਕੋਰਟ 'ਚ ਸਾਡਾ ਧੱਕਾ ਹੋ ਜਾਊਗਾ। ਯਾਨੀ ਅਚਾਨਕ ਹੋ ਗਿਆ ਸਾਰਾ ਕੁਝ। ਅਚਾਨਕ ਹੀ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਹੁਣ ਮੈਂ ਕੀ ਸ਼ਬਦ ਕਹਾਂ। ਉਹ ਕਹਿੰਦੇ ਜੀ ਕਹਾਣੀ ਕਰ ਦਿੱਤਾ, ਭਰਾ ਮਾਰੂ ਜੰਗ ਲਾਉਣ ਲੱਗਿਆ ਸੀ, ਪ੍ਰਵਾਨ ਨਹੀਂ ਕਰ। ਕਾਰਨ ਕੀ ਹੈ ਕਿ ਸਿਰਫ ਐਸਜੀਪੀਸੀ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ, ਆਮ ਲੋਕ, ਆਮ ਸੰਗਤ ਕਿੱਥੇ? ਹਰ ਪਿੰਡ 'ਚ ਜਾ ਜਾ ਕੇ ਮੈਂ ਉਹ ਪੈਂਫਲੇਟ ਵੰਡੇ ਔਰ ਮੈਂ ਕੱਲੀ ਕੱਲੀ ਗੱਲ ਸਮਝਾਈ ਕਿ ਹਰਿਆਣਾ ਵਾਸੀਓ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ। 30 ਗੁਰਦੁਆਰਿਆਂ 'ਚੋਂ ਕੋਈ ਕੰਪਲੀਟ ਗੁਰਦੁਆਰਾ ਦੱਸ ਦੇਵੇ ਜਿਹਨੇ 100% ਅੱਜ ਤੱਕ ਫੰਡ ਜਮ੍ਹਾਂ ਕਰਾਇਆ ਹੋਵੇ। ਇਹ ਜਿਹੜੇ ਰੌਲਾ ਪਾਉਂਦੇ ਆ ਜੀ, ਇੰਨਾ ਪੈਸਾ ਲੈ ਜਾਂਦੇ ਆ ਜੀ, ਸਾਨੂੰ ਮਿਲਦਾ ਨਹੀਂ। ਉਹ ਸਾਰੀਆਂ ਸਬ ਜਦ ਕਮੇਟੀਆਂ ਜਿਹੜੀਆਂ ਬਣੀਆਂ ਹੁੰਦੀਆਂ ਨੇ ਜੀ, ਉਹ ਹਰਿਆਣੇ ਦੇ ਮੈਂਬਰ ਹੀ ਹੁੰਦੇ। ਮੇਰੀ ਤਾਂ ਮੁਰਦਾਬਾਦ ਕਰ ਲਓ, ਕੋਈ ਗੱਲ ਨਹੀਂ, ਹੋਰ ਕਿਸੇ ਦੀ ਕਰ ਲਓ, ਪ੍ਰਧਾਨ ਦੀ ਬਾਹਰ ਕਿਤੇ ਜਿੱਥੇ ਮਰਜ਼ੀ ਕਰੀ ਜਾਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸੰਸਥਾ, ਤੁਸੀਂ ਤਾਂ ਇੰਨੀਆਂ ਕੁਰਬਾਨੀਆਂ ਤੋਂ ਬਾਲੀ, ਤੁਸੀਂ ਤਾਂ ਮੁਰਦਾਬਾਦ ਕਰੀ ਜਾਂਦੇ। ਰੋਜ਼ ਜੀ ਗੋਲਕ ਗਣ ਕੇ ਕਰੋੜ ਰੁਪਈਆ ਬਾਦਲ ਦੇ ਘਰ ਰਾਤ ਨੂੰ ਚਲ ਜਾਂਦਾ। ਬੜੇ ਦੁੱਖ ਦੀ ਗੱਲ ਹੈ ਜੀ। ਇਹ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨਾ, ਬੜਾ ਕੁਝ ਸੁਣਦੇ ਜੀ ਅਸੀਂ। ਇਹੋ ਕੁਝ ਸੁਣਦੇ। ਰੁਪਈਏ ਨਹੀਂ ਜਾਂਦੇ। ਵਾਹਿਗੁਰੂ ਕਹੋ ਜੀ। 99% ਸਿੱਖਾਂ ਨੂੰ ਉੱਥੇ ਦੇ ਸਿਸਟਮ ਦਾ ਨਹੀਂ ਪਤਾ। ਬੀਬੀ ਜੀ ਈਵਨ ਮੈਂਬਰਾਂ ਨੂੰ ਨਹੀਂ ਜੀ ਸਾਰਾ ਪਤਾ। ਐਸਜੀਪੀਸੀ ਮੈਂਬਰਾਂ ਦੀ ਗੱਲ ਕਰਦੇ ਹਾਂ, ਬਹੁਤੇ ਮੈਂਬਰਾਂ ਨੂੰ ਨਹੀਂ ਪਤਾ। ਬਹੁਤ ਥੋੜੇ ਮੈਂਬਰ ਹੋਣਗੇ। ਪਾਰਟੀ ਉਹਨਾਂ ਨੂੰ ਟਿਕਟਾਂ ਕਿਉਂ ਦਿੰਦੀ ਆ? ਬਾਹਰ ਆਉਣ ਲੱਗਿਆ ਜੇ ਕਿਤੇ ਕਿਸੇ ਦੇ ਕੋਲ 100 ਰੁਪਇਆ ਵੀ ਨਿਕਲਿਆ ਵੇ, 50 ਵੀ ਨਿਕਲ ਤੇ ਤੁਰੰਤ ਉਸੇ ਵੇਲੇ ਉਹਨੂੰ ਸਸਪੈਂਡ ਕੀਤਾ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ। ਹਰਿਆਣੇ ਦੇ ਗੁਰੂ ਘਰਾਂ ਦੇ ਲਈ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਨੇ ਮਾਨਤਾ ਦਿੱਤੀ ਹੈ। ਅਦਾਲਤ ਦੇ ਵਿੱਚ ਕੇਸ ਚੱਲਦਾ ਸੀ, ਉਹਦੇ ਤੋਂ ਬਾਅਦ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੁੰਦੇ ਸੀ, ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਮਨਜਿੰਦਰ ਸਿੰਘ ਸਿਰਸਾ ਸਾਹਿਬ। ਉਹ ਕਹਿੰਦੇ ਜੀ ਬਹੁਤ ਵਧੀਆ ਫੈਸਲਾ, ਸਵਾਗਤ ਕਰਦੇ ਹਾਂ। ਦਾਦੂਵਾਲ ਸਾਹਿਬ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਉਹ ਕਹਿੰਦੇ ਜੀ ਸਵਾਗਤ ਕਰਦੇ ਹਾਂ, ਬਹੁਤ ਵਧੀਆ ਹੋ ਗਿਆ ਤੇ ਹੁਣ ਸਾਨੂੰ ਗੁਰੂ ਘਰਾਂ ਦਾ ਪ੍ਰਬੰਧ ਸੰਭਾਲ ਦੇਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇੱਧਰਲੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕਰਤਾ। ਉਹ ਕਹਿੰਦੇ ਜੀ ਅਸੀਂ ਫੈਸਲੇ ਦੇ ਨਾਲ ਸਹਿਮਤ ਨਹੀਂ, ਅਸੀਂ ਰਿਵਿਊ ਪਟੀਸ਼ਨ ਪਾਵਾਂਗੇ। ਹੱਕ ਬਣਦਾ ਕਾਨੂੰਨੀ ਤੌਰ ਤੇ ਪਾ ਦੇਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਕਿ ਭਾਈ ਅਸੀਂ ਵੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਨਹੀਂ। ਵੱਡੀਆਂ ਚੀਜ਼ਾਂ ਹੋਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਬੀਬੀ ਜਗੀਰ ਕੌਰ, ਹਾਲਾਂਕਿ ਉਹ ਕੈਬਨਿਟ ਮੰਤਰੀ ਵੀ ਰਹੇ, ਐਮਐਲਏ ਵੀ ਰਹੇ, ਪਰ ਅੱਜ ਕਿਉਂਕਿ ਆਪਾਂ ਗੱਲਬਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸੀਮਤ ਰੱਖਣੀ ਆ, ਸਵਾਲ ਬਹੁਤ ਸਾਰੇ ਮਨ ਦੇ ਵਿੱਚ ਸੀ ਜਿਹੜੇ ਕਿ ਕਰਨੇ ਸੀ, ਪਰ ਉਹ ਅਗਲੀ ਵਾਰ ਸਹੀ। ਬੀਬੀ ਜੀ ਦਾ ਸਵਾਗਤ ਕਰਦੇ ਹਾਂ। ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬੀਬੀ ਜੀ ਸਭ ਤੋਂ ਪਹਿਲਾਂ ਕਿਉਂਕਿ ਤੁਸੀਂ ਪ੍ਰਧਾਨ ਰਹੇ ਹੋ, ਤੁਸੀਂ ਮੈਂਬਰ ਹੋ, ਬਹੁਤ ਲੰਬਾ ਸਮਾਂ ਹੋ ਗਿਆ, ਮੈਂ ਸਿੱਧਾ ਇੱਕ ਸਵਾਲ ਤੇ ਆਉਣਾ ਕਿ ਬੜੇ ਸਖਤ ਸ਼ਬਦ ਵਰਤੇ ਪ੍ਰਧਾਨ ਸਾਹਿਬ ਮੌਜੂਦਾ ਧਾਮੀ ਸਾਹਿਬ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੇ। ਉਹ ਕਹਿੰਦੇ ਜੀ ਕਹਾਣੀ ਕਰ ਦਿੱਤਾ, ਭਰਾ ਮਾਰੂ ਜੰਗ ਲਾਉਣ ਲੱਗਿਆ ਸੀ, ਪ੍ਰਵਾਨ ਨਹੀਂ ਕਰਦੇ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਅੱਜ ਹਫ਼ਤਾ ਕੁ ਹੋ ਚੱਲਿਆ ਫੈਸਲਾ ਆਏ ਨੂੰ, ਇੱਕ ਅੱਧਾ ਦਿਨ ਉੱਪਰ ਥੱਲੇ ਹੋਊਗਾ। ਜੇ
ਇੰਨਾ ਹੀ ਫੈਸਲਾ ਜਿਹੜਾ ਭਰਾ ਮਾਰੂ ਫੈਸਲਾ ਕਰ ਦਿੱਤਾ, ਮਾੜਾ ਫੈਸਲਾ ਕਰ ਦਿੱਤਾ। 100 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਮੈਂ ਹਰਿਆਣੇ ਦਾ ਇੱਕ ਵੀ ਜਗ੍ਹਾ ਦੇ ਉੱਤੇ, ਇੱਕ ਪਿੰਡ ਦੇ ਵਿੱਚ 10 ਵੀ ਸਿੱਖ ਸੰਗਤ ਦੇ ਰੂਪ ਦੇ ਵਿੱਚ ਇਕੱਠ ਨਹੀਂ ਦੇਖਿਆ ਜਿਨ੍ਹਾਂ ਨੇ ਕਿਹਾ ਹੋਵੇ ਜੀ ਸਾਨੂੰ ਮਨਜ਼ੂਰ ਨਹੀਂ। ਹੋਰ ਤਾਂ ਹੋਰ ਮੈਂ ਪੰਜਾਬ ਦੇ ਵਿੱਚੋਂ ਵੀ ਕਿਸੇ ਪਿੰਡ 'ਚੋਂ, ਕਿਸੇ ਸ਼ਹਿਰ 'ਚੋਂ, ਕਿਸੇ ਕਸਬੇ ਦੇ ਵਿੱਚੋਂ ਆਮ ਸੰਗਤ ਵੱਲੋਂ ਬਿਲਕੁਲ ਕੋਈ ਪ੍ਰਤੀਕਿਰਿਆ ਨਹੀਂ ਦੇਖੀ ਕਿ ਭਾਈ ਉੱਥੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਬਣਾਈ ਹੈ। ਕਿਉਂਕਿ ਤੁਸੀਂ ਪ੍ਰਧਾਨ ਰਹੇ ਹੋ, ਤੁਸੀਂ ਮੈਂਬਰ ਹੋ, ਮੈਂ ਇਸ ਕਰਕੇ ਤੁਹਾਡੇ ਤੋਂ ਇਹ ਸਵਾਲ ਕਰਦਾ ਕਿ ਕਾਰਨ ਕੀ ਹੈ ਕਿ ਸਿਰਫ SGPC ਔਰ ਸਿਰਫ ਸ਼੍ਰੋਮਣੀ ਅਕਾਲੀ ਦਲ, ਆਮ ਲੋਕ, ਆਮ ਸੰਗਤ ਕਿੱਥੇ ਹੈ? ਦੇਖੋ, ਸਭ ਤੋਂ ਪਹਿਲਾਂ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਬੜਾ ਵੱਡਾ ਕਾਂਡ ਹੋ ਗਿਆ, ਇਹਨੂੰ ਬਲੂ ਸਟਾਰ ਐਕਸ਼ਨ ਵਾਂਗ ਜਿਹਦਾ ਦਰਦ ਉਦੋਂ ਹੋਇਆ ਸੀ ਉਹੀ ਪੀੜਾ ਅੱਜ ਹੋਈ ਹੈ। ਮੈਂ ਸਮਝਦੀ ਹਾਂ ਕਿ ਪੀੜਾ ਹਰ ਸਿੱਖ ਨੂੰ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਰਾਤੋਂ ਰਾਤ ਨਹੀਂ ਬਣੀ। ਮਹਾਰਾਜ ਰਣਜੀਤ ਸਿੰਘ ਜੀ ਨੇ ਇਹਨਾਂ ਗੁਰਦੁਆਰਿਆਂ ਗੁਰਧਾਮਾਂ ਵਾਸਤੇ ਜਗੀਰਾਂ ਲਾ ਲਾ ਕੇ ਇਹਨਾਂ ਨੂੰ ਸਥਾਪਿਤ ਕੀਤਾ ਸੀ। ਚਲੋ ਖੈਰ, ਅੰਗਰੇਜ਼ਾਂ ਨੇ ਉੱਥੇ ਮਹੰਤਾਂ ਨੂੰ ਬਿਠਾ ਦਿੱਤਾ। ਉਹ ਮਹੰਤ ਜਦੋਂ ਬਦਫੈਲੀਆਂ ਕਰਨ ਲੱਗ ਪਏ, ਉਸ ਵੇਲੇ ਸਿੱਖਾਂ ਨੇ ਮਹਿਸੂਸ ਕੀਤਾ, ਸਿੰਘ ਸਭਾਵਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਇਹ ਗੁਰਦੁਆਰੇ ਆਜ਼ਾਦ ਕਰਾਉਣੇ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਤੇ ਬੜਾ ਅਪਮਾਨ ਹੋ ਰਿਹਾ, ਘੋਰ ਬੇਅਦਬੀ ਹੋ ਰਹੀ ਹੈ। ਮੈਂ ਉਹ ਗੱਲਾਂ ਨਹੀਂ ਕਹਿਣੀਆਂ ਜਿਹੜੀਆਂ ਗੱਲਾਂ ਮੇਰੀ ਜੀਭ 'ਚੋਂ ਮੈਂ ਵਰਤਣ ਨਹੀਂ ਚਾਹੁੰਦੀ। ਹੁਣ ਜਿਹੜਾ ਉਸ ਵੇਲੇ ਸੰਘਰਸ਼ ਕੀਤੇ ਹੈ, ਪਹਿਲਾਂ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਕਿਵੇਂ ਆਜ਼ਾਦ ਕਰਾਇਆ, ਸ਼੍ਰੀ ਅਕਾਲ ਤਖ਼ਤ ਸਾਹਿਬ ਕਿਵੇਂ ਆਜ਼ਾਦ ਕਰਾਇਆ, ਹਰਿਮੰਦਰ ਸਾਹਿਬ ਕਿਵੇਂ ਆਜ਼ਾਦ ਕਰਾਇਆ, ਜਦੋਂ ਕਿ ਜਿਹੜੇ ਗਰੀਬ ਸਿੱਖ ਜਿਹਨਾਂ ਨੂੰ ਆਪਾਂ ਕਹਿੰਦੇ ਆ ਪਛੜੀਆਂ ਜਾਤਾਂ ਦੇ ਲੋਕ ਸੀ ਜਿਹੜੇ, ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵੀ ਮਨਜ਼ੂਰ ਨਹੀਂ ਸੀ ਕੀਤੀ ਜਾਂਦੀ। ਉਸ ਵੇਲੇ ਸੰਘਰਸ਼ ਕਰਨੇ ਪਏ। ਜਦੋਂ ਨਨਕਾਣਾ ਸਾਹਿਬ ਦਾ ਜਾ ਕੇ ਉੱਥੋਂ ਮਹੰਤ ਨਰੈਣ ਨੂੰ ਕੱਢਣਾ ਸੀ, ਉਸ ਵੇਲੇ 200-250 ਸਿੱਖ ਜਥਾ ਬਣਾ ਕੇ ਗਿਆ। ਉੱਥੇ ਕਿਸ ਤਰ੍ਹਾਂ ਸ਼ਹੀਦੀਆਂ ਹੋਈਆਂ, ਕਿੰਨਾ ਵੱਡਾ ਉੱਥੇ ਨੁਕਸਾਨ ਹੋਇਆ ਕੌਮ ਦਾ, ਕਿੰਨੀਆਂ ਕੁਰਬਾਨੀਆਂ ਹੋਈਆਂ। ਮੈਨੂੰ ਇੱਕ ਗੱਲ ਯਾਦ ਹੈ ਕਿ ਲਛਮਣ ਸਿੰਘ ਧਾਰੋਵਾਲੀ ਤੇ ਅਗਵਾਈ ਕਰਕੇ ਗਏ, ਨਾਲ 250 ਸਿੰਘ ਕਿਹਾ। ਇੱਕ ਜਰਗ ਪਿੰਡ ਦਾ ਸਰਦਾਰ ਕੇਰ ਸਿੰਘ ਸੀ, ਉਹਦਾ ਲੜਕਾ 8 ਸਾਲ ਦਾ ਸੀ, ਦਰਬਾਰਾ ਸਿੰਘ। ਉਹ ਬਾਪੂ ਨਾਲ ਜਿੱਦ ਕਰਕੇ ਚਲਾ ਗਿਆ ਵੀ ਤੂੰ ਸ਼ਹੀਦੀ ਪਾਉਣ ਚੱਲਿਆ ਤੇ ਮੈਂ ਵੀ ਪਾਉਣੀ। ਚਲਾ ਗਿਆ, ਉਹਨਾਂ ਨੇ ਉਹਨੂੰ ਚੁੱਕ ਕੇ ਬਾਰੀ ਚੱਕ 'ਚ ਬੰਦ ਕਰ ਦਿੱਤਾ ਵੀ ਚਲੋ ਸ਼ਾਇਦ ਬੱਚਾ ਬਚਿਆ ਰਹੇ। ਤੁਸੀਂ ਇਹ ਦੇਖੋ, ਜਦੋਂ ਸਾਰੀਆਂ ਸ਼ਹੀਦੀਆਂ ਹੋ ਗਈਆਂ, ਉਸ ਵੇਲੇ ਜਦੋਂ ਸਾਫ਼ ਕਰ ਰਹੇ ਸੀ ਖੂਨ, ਉਸ ਵੇਲੇ ਗੁਰਦੁਆਰੇ 'ਚੋਂ ਇੱਕ ਆਵਾਜ਼ ਬਾਰੀ 'ਚੋਂ ਆਈ ਕਿ ਬਾਪੂ ਮੈਂ ਵੀ ਸ਼ਹੀਦੀ ਪਾਉਣੀ। ਜਦੋਂ ਬੋਲ ਰਿਹਾ ਸੀ ਤੇ ਉਹਨਾਂ ਨੇ ਨਰੈਣ ਨੂੰ, ਜਿਹੜਾ ਮਹੰਤ ਸੀ, ਉਹਦੇ ਜਿਹੜੇ ਗੁੰਡੇ ਕਹਿ ਲਓ ਜਾਂ ਉਹਦੇ ਪਾਲੇ ਹੋਏ ਜੋ ਆਦਮੀ ਸੀ, ਉਹਨਾਂ ਨੇ ਆਵਾਜ਼ ਸੁਣੀ ਵੀ ਇੱਥੋਂ ਕੋਈ ਆਵਾਜ਼ ਆਉਂਦੀ ਹੈ। ਉਹਨੂੰ ਕੱਢ ਕੇ ਉਹਨੂੰ ਹਿਸਾਬ ਦੇ ਨਾਲ ਕਤਲ ਕਰਕੇ ਤਲਵਾਰਾਂ ਨਾਲ, ਤੇ ਉਹਨੂੰ ਜਿਉਂਦਾ ਹੀ ਉਸ ਚਿਖਾ ਸੁੱਟਿਆ ਜਿੱਥੇ ਸਾਰੇ ਸਾੜੇ ਜਾਂਦੇ ਸੀ। ਏਡੀਆਂ ਏਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਗੁਰਦੁਆਰੇ ਆਜ਼ਾਦ ਕਰਾਇਆ। ਫਿਰ ਬਾਅਦ ਵਿੱਚ 22 ਦੇ ਵਿੱਚ ਜਦੋਂ ਬਣ ਗਈ, ਉਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹਨੂੰ ਤਿਆਰ ਕੀਤੀ ਗਈ। ਖੈਰ ਇਤਿਹਾਸ ਬੜਾ ਲੰਬਾ ਜੀ, ਮੈਂ ਉਧਰ ਬਹੁਤਾ ਨਹੀਂ ਜਾਣਾ ਜੀ। ਉਸ ਤੋਂ ਬਾਅਦ ਕਿੰਨੇ ਮੋਰਚੇ ਲੱਗੇ, ਨਨਕਾਣਾ ਸਾਹਿਬ ਦਾ ਮੋਰਚਾ ਕਹਿ ਲਓ, ਗੁਰੂ ਕੇ ਬਾਗ ਦਾ ਮੋਰਚਾ ਕਰ ਲਓ, ਫਿਰ ਪੰਜਾ ਸਾਹਿਬ ਦਾ ਮੋਰਚਾ ਕਹਿ ਲਓ, ਜਿਨ੍ਹਾਂ ਦੀਆਂ ਅਸੀਂ ਸ਼ਤਾਬਦੀਆਂ ਮਨਾ ਰਹੇ। ਔਰ ਉਹ ਵੀ ਇੰਨੇ ਵੱਡੇ ਜ਼ੁਲਮ ਹੋਏ ਸੀ ਕਿ ਇੱਕ ਪਾਦਰੀ ਐਂਡਰਿਊ ਜਿਹੜਾ ਸੀਗਾ, ਉਹਨੇ ਕਿਹਾ ਸੀਗਾ ਕਿ ਜੋ ਅੱਜ ਤਸ਼ੱਦਦ ਮੈਂ ਦੇਖ ਰਿਹਾ, ਮੈਂ ਸੋਚਦਾ ਸੀ ਕਿ ਯੀਸ਼ੂ ਇੱਕ ਮਸੀਹ ਜਿਹੜੇ ਉਹ ਸ਼ਹੀਦ ਹੋਏ, ਪਰ ਮੈਂ ਗਲੀਆਂ 'ਚ ਦੇਖਣ ਡਿਆ ਕਿੰਨੇ ਤਸ਼ੱਦਦ ਚੱਲ ਕੇ, ਕਿੰਨਾ ਇਹਨਾਂ ਨੂੰ ਕੁੱਟ ਕਟਾਪਾ ਔਰ ਕਿੰਨਾ ਇਹਨਾਂ ਦਾ ਮਾਰ ਕੁੱਟ ਕੀਤੀ ਜਾ ਰਹੀ ਹੈ, ਲਹੂ ਲੁਹਾਨ ਕੀਤੇ ਜਾ ਰਹੇ ਹੈ। ਇੱਥੇ ਤੇ ਹਰ ਗਲੀ ਦੇ ਵਿੱਚ ਇਹ ਯੀਸ਼ੂ ਮਸੀਹ ਜਿਹੜੇ ਆ ਉਹ ਮੈਨੂੰ ਦਿਸ ਰਹੇ। ਸੋ ਉਸ ਵੇਲੇ ਦੀ ਜਦੋਂ ਉਸ ਸਾਰੇ ਸਾਕਿਆਂ ਨੂੰ ਦੇਖ ਕੇ, ਸ਼ਹੀਦੀਆਂ ਨੂੰ ਵੇਖ ਕੇ, ਜਦੋਂ ਇਹ 1925 ਦਾ ਐਕਟ ਬਣਿਆ, 1925 ਦੇ ਐਕਟ ਤੋਂ ਬਾਅਦ ਫਿਰ ਮਹਾਤਮਾ ਗਾਂਧੀ ਵਰਗੇ, ਜਵਾਹਰ ਲਾਲ ਨਹਿਰੂ ਵਰਗਿਆਂ ਨੇ ਕਿਹਾ ਸੀ ਕਿ ਅੱਜ ਅੱਧੀ ਲੜਾਈ ਆਜ਼ਾਦੀ ਦੀ ਜਿੱਤ ਲਈ ਹੈ ਸਿੱਖਾਂ ਨੇ। ਇਹਦਾ ਮਤਲਬ ਸਿੱਖਾਂ ਨੇ ਕੁਰਬਾਨੀਆਂ ਕਰਕੇ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਹੁਣ ਜਿਹੜੀ ਉਸ ਵੇਲੇ ਆਜ਼ਾਦੀ ਦੇ ਸੰਘਰਸ਼ ਦੀ ਲਹਿਰ ਜਿਹੜੀ ਸੀ, ਉਹਦੀ ਨੀਂਹ ਇੱਥੋਂ ਰੱਖੀ ਗਈ। ਠੀਕ ਹੈ ਜੀ। ਹੁਣ ਐਡੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਸੰਸਥਾ ਬਣੀ। ਤੁਸੀਂ ਕਹਿੰਦੇ ਹੋ ਕਿ ਅੱਜ ਕਿਉਂ ਨਹੀਂ ਬੋਲ ਰਹੇ ਸਿੱਖ, ਕਿਉਂਕਿ ਕੋਈ ਵੀ ਹੋਵੇ ਵੈਸੇ ਤਾਂ ਬੋਲਣਾ ਚਾਹੀਦਾ। ਮੈਂ ਸਮਝਦੀ ਹਾਂ ਕੋਈ ਸ਼ਾਇਦ ਉਹ ਭੁੱਲ ਗਏ ਨੇ ਕੁਰਬਾਨੀਆਂ ਨੂੰ, ਸ਼ਾਇਦ ਉਹ ਸਰਕਾਰਾਂ ਦੇ ਦਬਾਅ ਥੱਲੇ ਆ, ਕਿਉਂਕਿ ਤਿੰਨੇ ਹੀ ਸਰਕਾਰਾਂ ਜਿਹੜੀਆਂ ਉਹ ਸਾਡੇ ਖਿਲਾਫ ਚੱਲ ਰਹੀਆਂ।
ਭਾਵੇਂ ਉਹ ਸੈਂਟਰ ਦੀ ਸਰਕਾਰ ਹੈ, ਭਾਵੇਂ ਉਹ ਪੰਜਾਬ ਦੀ ਸਰਕਾਰ ਹੈ, ਭਾਵੇਂ ਉਹ ਹਰਿਆਣੇ ਦੀ ਸਰਕਾਰ। ਪਹਿਲਾਂ ਤਾਂ ਇਹ ਕਾਨੂੰਨੀ ਤੌਰ ਤੇ ਦੇਖਿਆ ਜਾਵੇ, ਇਹ ਵੰਡ ਹੀ ਨਹੀਂ ਸਕਦੇ, ਇਹ ਕਮੇਟੀ ਬਣ ਹੀ ਨਹੀਂ ਸੀ ਸਕਦੀ, ਕਿਉਂਕਿ ਸਾਡਾ ਜਿਹੜਾ ਉਸ ਵੇਲੇ ਸੰਵਿਧਾਨ ਬਣਿਆ ਸੀਗਾ 1925 ਦਾ ਜੀ, ਇਹ ਪਾਰਲੀਮੈਂਟ ਦੇ ਵਿੱਚ ਬਣਿਆ। 1925 ਵਿੱਚ ਜਿਹੜਾ ਤਿਆਰ ਕੀਤਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਕੋਈ ਵੀ ਸੰਵਿਧਾਨ ਦੇ ਵਿੱਚ ਕੋਈ ਵੀ ਇੱਥੇ ਐਕਟ ਦੇ ਵਿੱਚ ਸੋਧ ਕਰਨੀ ਹੋਵੇ ਤੇ 2/3 ਮੈਜੋਰਟੀ ਜਾਂ ਫੁੱਲ ਮੈਜੋਰਟੀ ਜਿਹੜੀ ਹੈ ਜਨਰਲ ਹਾਊਸ ਦੀ ਪਾਸ ਕਰੇਗੀ, ਉਹ ਮਤਾ ਜਿਹੜਾ ਪਾਰਲੀਮੈਂਟ 'ਚ ਜਾਏਗਾ। ਕੋਈ ਸਟੇਟ ਨੂੰ ਹੱਕ ਨਹੀਂ ਕਿ ਉਹ ਪਾਸ ਕਰੇ, ਕਿਉਂਕਿ ਪਹਿਲਾਂ ਪੰਜਾਬ ਸੀ ਵੱਡਾ, ਪਾਕਿਸਤਾਨ, ਹਿੰਦੁਸਤਾਨ ਵੱਡਾ ਪੰਜਾਬ। ਹੁਣ ਪਹਿਲਾਂ ਦੁੱਖ ਦੀ ਗੱਲ ਇਹ ਹੈ ਕਿ ਤਕਰੀਬਨ 250 ਤੋਂ ਵੱਧ ਗੁਰਦੁਆਰੇ ਜੀ ਸਾਡੇ ਪਾਕਿਸਤਾਨ 'ਚ ਰਹਿ ਗਏ। ਉਹ ਵੀ ਸਿੱਖਾਂ ਨੇ ਅੱਜ ਤੱਕ ਅਰਦਾਸਾਂ ਹੀ ਕਰੀ ਜਾਂਦੇ ਹੈ ਕਿ ਸਾਨੂੰ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਮਿਲੇ। ਉਹ ਤੇ ਪੀੜਾ ਜੇ ਢਿੱਡਾਂ 'ਚੋਂ ਗਈ ਨਹੀਂ ਸਾਡੇ। ਦੇਖੋ ਕਿੱਦਾਂ ਜਥਿਆਂ ਨੂੰ ਲੈ ਕੇ ਜਾਂਦੇ ਆ, ਕਿਵੇਂ ਦਰਸ਼ਨ ਨੂੰ ਤਰਸਦੇ ਆ। ਉੱਥੇ ਬੜੀ ਮੁਸ਼ਕਿਲ ਨਾਲ ਮੇਰੇ ਖਿਆਲ ਤੁਹਾਨੂੰ ਵੀ ਗਿਆਨ ਹੋਏਗਾ ਕਿ 10-11 ਗੁਰਦੁਆਰੇ ਹੀ ਖੁੱਲੇ ਆ ਜੀ, ਬਾਕੀ ਸਭ ਬੰਦ ਹੈ, ਤਾਲੇ ਲੱਗੇ ਪਏ ਹੈ। ਉੱਥੇ ਜਾ ਕੇ ਵੀ ਬੜਾ ਦਰਦ ਹੁੰਦਾ ਹੈ ਵੀ ਜਿਹੜੀਆਂ ਸਾਡੀਆਂ ਮਹਾਨ ਸਥਾਨ ਨੇ ਉਹ ਸਾਰੇ ਬੰਦ ਪਏ, ਉਹ ਖੋਏ ਗਏ। ਇੱਧਰ ਪੰਜਾਬ ਆ ਗਿਆ। ਉਸ ਵੇਲੇ ਪੰਜਾਬ ਜਿਹੜਾ ਸੀ ਉਹ ਵੰਡਿਆ ਨਹੀਂ ਸੀ ਗਿਆ ਜੀ, ਵੱਡਾ ਸੀ। ਹੁਣ ਇਹ ਐਕਟ ਦੇ ਤਹਿਤ ਉਹ ਗੁਰਦੁਆਰੇ, ਉਹ ਗੁਰਧਾਮ ਸੀ ਜਿਹੜੇ ਵੱਡੇ ਪੰਜਾਬ ਵਿੱਚ ਸੀ, ਇਤਿਹਾਸਕ ਗੁਰਦੁਆਰੇ। ਇਹ ਨਹੀਂ ਕਿ ਸਾਰੇ ਪੰਜਾਬ ਦੇ ਪਿੰਡਾਂ ਦੇ ਗੁਰਦੁਆਰੇ, ਹਰਿਆਣੇ ਦੇ ਪਿੰਡਾਂ ਦੇ ਗੁਰਦੁਆਰੇ, ਹਿਮਾਚਲ ਦੇ ਪਿੰਡਾਂ ਦੇ ਗੁਰਦੁਆਰੇ, ਸਿਰਫ ਉਹ ਗੁਰਦੁਆਰੇ ਸੀ ਜਿਹੜੇ ਗੁਰਦੁਆਰੇ ਗੁਰਧਾਮ ਸਾਡੇ ਇਤਿਹਾਸ ਨਾਲ ਸੰਬੰਧਿਤ ਸੀ ਜੀ। ਹੁਣ ਉਹ ਗੁਰਦੁਆਰੇ ਜਦੋਂ ਇੱਧਰ ਆ ਗਏ, ਉਦੋਂ ਪੰਜਾਬ ਸਰਕਾਰ ਜਿਹੜੀ ਸੀ, ਪਹਿਲਾਂ ਉਹੀ ਪੰਜਾਬ ਸਰਕਾਰ ਜਿਹੜੀ ਵੱਡੇ ਪੰਜਾਬ ਦੀ ਸੀ, ਉਹਦਾ ਚੋਣ ਕਮਿਸ਼ਨ ਚੋਣ ਕਰਾਂਦਾ ਸੀ ਜੀ, ਔਰ ਹਰ 5 ਸਾਲ ਤੋਂ ਬਾਅਦ ਚੋਣ ਹੁੰਦੀ ਸੀ। ਕਦੀ 5 ਸਾਲੋਂ ਟੱਪੀ ਨਹੀਂ ਸੀ ਜੀ, ਕੋਈ ਰੌਲਾ ਨਹੀਂ ਸੀ। ਜਦੋਂ ਫਿਰ ਇੱਥੇ 1959 ਦੇ ਵਿੱਚ ਪੈਪਸੂ ਰਲਿਆ ਪੰਜਾਬ, ਜਦੋਂ ਇੱਧਰ ਕੀਤੀ ਵੰਡ ਕੀਤੀ, ਜੋ ਸਟੇਟਾਂ ਦੀ ਵੰਡ ਹੋਈ ਜੀ, ਸਟੇਟਾਂ ਨੂੰ ਵੰਡਿਆ, ਵੱਖਰਾ ਵੱਖਰਾ ਕੀਤਾ ਜੀ। ਹੁਣ ਸਾਰੀਆਂ ਸਟੇਟਸ ਬਣ ਗਈਆਂ, ਲੇਕਿਨ ਸਾਡੀ ਸਟੇਟਸ ਨੂੰ, ਸਾਡੀ ਸਟੇਟ ਜਿਹੜੀ ਪੰਜਾਬ ਦੀ ਸੀ, ਇਹਨੂੰ ਇਨਸਾਫ ਨਾ ਮਿਲਿਆ। ਅਸੀਂ ਕਹਿੰਦੇ ਸੀ ਵੀ ਪੰਜਾਬੀ ਬੋਲਦੇ ਇਲਾਕੇ ਜਿਹੜੇ ਸ਼ਾਮਲ ਕਰਕੇ ਪੰਜਾਬ ਜਿਹੜਾ ਸਾਡਾ ਵੀ ਬਣਾਇਆ ਜਾਵੇ ਤੇ ਰਾਜਧਾਨੀ ਸਾਡੀ ਬਣੇ। ਚਲੋ ਖੈਰ ਪੈਪਸੂ ਰਲ ਗਿਆ। ਉਸ ਤੋਂ ਬਾਅਦ ਪੰਜਾਬੀ ਸੂਬੇ ਦੀ ਗੱਲ ਆ ਗਈ, ਉਹਦਾ ਸੰਘਰਸ਼ ਛਿੜ ਗਿਆ, ਸ਼੍ਰੋਮਣੀ ਅਕਾਲੀ ਦਲ ਨਾਲ ਲੜਿਆ, ਉਹ ਪੰਜਾਬੀ ਸੂਬਾ ਪਹੁੰਚਾਇਆ। ਪੰਜਾਬ ਦੇ ਟੋਟੇ ਕਿੰਨੇ ਹੋ ਗਏ? 4, ਹਰਿਆਣਾ, ਹਿਮਾਚਲ, ਯੂਟੀ ਜੀ। ਹੁਣ ਇਹਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਹਰਿਆਣਾ ਹੈ, ਉਹਦੇ ਵਿੱਚ 8 ਸੀਟਾਂ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 8 ਹਲਕੇ ਹੈ। 8 ਹਲਕਿਆਂ ਚੋਂ ਇਸ ਵੇਲੇ 11 ਮੈਂਬਰ ਹੈ, ਕਿਉਂਕਿ 2 ਲੇਡੀਜ਼ ਲਈ ਰਿਜ਼ਰਵ, ਡਬਲ ਨੇ, 1 ਐਸਸੀ, ਹਾਂਜੀ ਡਬਲ ਹੈ। ਹੁਣ 11 ਮੈਂਬਰ ਜਿਹੜੇ ਹੈ ਉਸ ਥਾਂ ਤੋਂ ਚੁਣੇ ਜਾਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਉਹ ਜੀ। ਇੱਕ ਵਾਰੀ ਪਿੱਛੇ ਜਦੋਂ ਹੋਇਆ ਸੀ 2014 ਤੋਂ ਪਹਿਲਾਂ, ਜਦੋਂ ਝਿੰਡਾ ਬਣਿਆ ਸੀ ਪ੍ਰਧਾਨ, ਉਹ ਸਾਡਾ ਮੈਂਬਰ ਸੀ, ਉਦੋਂ ਜੇ ਰੌਲਾ ਪਿਆ, ਉਦੋਂ ਮੇਰੀ ਡਿਊਟੀ ਲੱਗੀ, ਮੈਂ ਪੈਂਫਲੇਟ ਛਪਾਏ, ਸਾਰੇ ਗੁਰਦੁਆਰਿਆਂ ਦਾ ਵੇਰਵਾ ਦਿੱਤਾ, ਔਰ ਪੈਂਫਲੇਟ ਹਰ ਪਿੰਡ 'ਚ ਮੈਂ ਪਹੁੰਚਾਇਆ। ਹਰਿਆਣੇ 'ਚ? ਹਾਂ ਹਰਿਆਣੇ 'ਚ, ਸੱਚਾਈ ਹੈ ਜੀ। ਉਦੋਂ ਲੋਕੀ ਹਰਿਆਣੇ ਵਾਲੇ ਕਹਿਣ ਲੱਗ ਪਏ ਸੀ ਸੱਚੀ ਮੁੱਚੀ ਖਰੇ ਹਰਿਆਣਾ ਕਮੇਟੀ ਬਣਾਉਣੀ ਜ਼ਰੂਰੀ ਹੈ। ਲੋਕ ਵੀ ਚੁੱਪ ਜੇ ਕਰ ਗਏ ਸੀ, ਪਰ ਵਿੱਚੋਂ ਲੋਕ ਕਹਿੰਦੇ ਸੀ ਨਹੀਂ ਹੋਣੀ ਚਾਹੀਦੀ। ਮੈਂ ਉੱਥੇ ਗਈ, ਹਰ ਪਿੰਡ 'ਚ ਜਾ ਕੇ ਮੈਂ ਉਹ ਪੈਂਫਲੇਟ ਵੰਡੇ, ਔਰ ਮੈਂ ਕੱਲੀ ਗੱਲ ਸਮਝਾਈ ਕਿ ਹਰਿਆਣਾ ਵਾਸੀਓ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ। ਇੱਥੇ ਇੰਨੇ ਗੁਰਦੁਆਰੇ ਆ, 30 ਗੁਰਦੁਆਰੇ ਆ ਜਿਹੜੇ ਸੈਕਸ਼ਨ 87 ਵਿੱਚ ਹੈ, ਕਿਉਂਕਿ ਸਾਡੇ ਉੱਥੇ ਲੋਕਲ ਕਮੇਟੀਆਂ ਬਣਦੀਆਂ, ਠੀਕ ਹੈ ਜੀ, ਜਿਨ੍ਹਾਂ 'ਚੋਂ 13 ਨਾਮਜ਼ਦ ਕਮੇਟੀਆਂ, ਜਦੋਂ ਕੋਈ ਐਵੇਂ ਹੁੰਦੇ ਛੋਟੇ ਗੁਰਦੁਆਰੇ ਜਿਹਨਾਂ ਦੀ ਲੱਖ ਕੁ ਰੁਪਇਆ ਆਮਦਨ ਹੁੰਦੀ ਸਾਲ ਦੀ, ਤੇ 17 ਗੁਰਦੁਆਰੇ ਜਿਹੜੇ ਆ ਉਹ ਹੈਗੇ ਲੋਕਲ ਕਮੇਟੀਆਂ। ਔਰ ਇਹਨਾਂ ਦਾ ਸਾਰਾ ਪ੍ਰਬੰਧ ਹਰਿਆਣੇ ਦੇ ਹੀ ਕਮੇਟੀ ਹੈ ਜੀ, ਪ੍ਰਧਾਨ ਦੂਜੇ। ਇਹਦਾ ਮਤਲਬ 30 ਗੁਰਦੁਆਰੇ ਤੇ ਪਹਿਲਾਂ ਹੀ ਆਲਰੇਡੀ ਹਰਿਆਣਾ ਦੇ ਸਾਰੇ ਜਿਹੜੇ ਆ ਨੁਮਾਇੰਦੇ ਉਹ ਕੰਮ ਕਰਦੇ, ਲੋਕਲ ਬੰਦੇ ਦੇਖਦੇ, ਲੋਕਲ ਹੀ ਦੇਖਦੇ ਜੀ। ਉਹਦੇ 'ਚ ਸਿਰਫ ਸਾਡਾ ਹੁੰਦਾ ਹੈ ਕਿ ਜਿਹੜੀ ਉਹ ਕਮੇਟੀ ਹੈ 20 ਲੱਖ ਤੋਂ ਉੱਪਰ ਆਮਦਨ ਵਾਲੀ ਜੀ, ਉਹ ਸਾਡੇ ਅੰਡਰ ਫੇ ਆਉਂਦੀ 85 'ਚ। ਹੁਣ ਇਹਨਾਂ ਦੇ ਕੋਲ ਸਾਡੇ ਫੰਡ ਹੁੰਦੇ, ਜਿਹੜਾ ਕਹਿੰਦੇ ਨੇ ਸਾਰਾ ਫੰਡ ਲੈ ਜਾਂਦੇ ਆ ਜੀ, ਜਿਸ ਤਰ੍ਹਾਂ ਆਮ ਹੀ ਦੋਸ਼ ਲਾਉਂਦੇ ਕਿ ਪੰਜਾਬ ਨੂੰ ਲੈ ਜਾਂਦੇ, ਇਦਾਂ ਗੁੰਮਰਾਹ ਕੀਤਾ ਵੀ 200 ਕਰੋੜ ਰੁਪਈਆ ਲੋਕਾਂ ਦੇ ਮਨ 'ਚ ਸਾਰੇ ਹਰਿਆਣੇ ਦੇ ਗੁਰਦੁਆਰੇ ਦਾ ਇਕੱਠਾ ਕਰਕੇ ਲੈ ਜਾਂਦੇ। ਹੁਣ 30 ਗੁਰਦੁਆਰਿਆਂ 'ਚ ਅੱਜ ਤੱਕ ਕੋਈ ਗੁਰਦੁਆਰਾ ਐਸਾ ਨਹੀਂ ਜਿਹਨੇ 100% ਸਾਡਾ ਬਣਦਾ ਸ਼ੇਅਰ ਜਿਹੜਾ ਅਸੀਂ ਰੱਖਦੇ ਉੱਥੇ, ਵੀ ਧਰਮ ਪ੍ਰਚਾਰ ਫੰਡ ਵਾਸਤੇ 10% ਤੇ ਦੂਜਾ ਧਰਮ ਅਰਥ ਫੰਡ ਜਿਹੜਾ ਅਸੀਂ ਕਹਿੰਦੇ ਆ ਵੀ ਦਸਵੰਧ,
ਜੀ ਉਹ 10%। 30 ਗੁਰਦੁਆਰਿਆਂ ਚੋਂ ਕੋਈ ਕੰਪਲੀਟ ਗੁਰਦੁਆਰਾ ਦੱਸ ਦੇਵੇ ਜਿਹਨੇ 100% ਅੱਜ ਤੱਕ ਫੰਡ ਜਮ੍ਹਾਂ ਕਰਾਇਆ ਹੋਵੇ। ਦਿੱਤਾ ਹੀ ਨਹੀਂ, ਚੜਾਵੇ ਘੱਟ ਚੜਦਾ। ਬਹੁਤ ਘੱਟ ਗੁਰਦੁਆਰੇ ਹੋਣਗੇ ਜਿਹੜਾ ਕੋਈ ਆਪਣਾ, ਚਲੋ ਮੰਨ ਲਓ ਕੁਝ ਗੁਰਦੁਆਰੇ ਚ 50% ਆ ਗਿਆ ਹੋਵੇ ਅੱਜ ਤੱਕ, ਚੜਾਵਾ ਘੱਟ ਕਹਿ ਲਓ, ਜਾਂ ਉਹ ਮੈਨੇਜਮੈਂਟ ਜਿਹੜੀ ਖਰਚਾ ਸਾਰਾ ਹੋ ਜਾਂਦਾ ਉੱਥੇ, ਕਿਉਂਕਿ ਉਹਨਾਂ ਨੇ ਬਿਲਡਿੰਗਾਂ ਸ਼ੁਰੂ ਕੀਤੀਆਂ ਹੁੰਦੀਆਂ, ਕੋਈ ਨਾ ਕੋਈ ਕੰਮ ਕੀਤੇ ਹੁੰਦੇ। ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ 'ਚ ਸੇਵਾ ਸੰਭਾਲ ਤੇ ਪੂਰੀ ਕਰਨੀ ਪਊਗੀ ਨਾ। ਆਈ ਸੰਗਤ ਕਈ ਵੀ 2000 ਬੰਦਾ ਵੀ ਆ ਜਾਂਦਾ, ਕਿਸੇ ਵੇਲੇ 1000 ਵੀ ਆ ਜਾਂਦਾ, ਲੰਗਰ ਵੀ ਛਕਾਉਣੇ ਪੈਂਦੇ। ਜਿਹੜੇ 80 ਇਹ ਸਾਰਾ ਕੁਝ ਮੈਂ ਉਦੋਂ ਪੈਂਫਲੇਟ ਛਪਾ ਕੇ ਦੱਸਿਆ ਸੀਗਾ ਜੀ। 85 ਦੇ ਗੁਰਦੁਆਰੇ ਜਿਹਨਾਂ ਨੂੰ ਆਪਾਂ ਕਹਿੰਦੇ ਆ, 3 ਗੁਰਦੁਆਰੇ ਤੇ ਹੁਣੇ ਸਾਡੇ ਕੋਲ ਆਏ ਆ। ਇਹ 8 ਗੁਰਦੁਆਰੇ ਆ ਸਿਰਫ। ਠੀਕ ਹੈ ਜੀ। ਸਿਰਫ 8, ਜੀਂਦ, ਤਮਤਾਨ, ਨਾਡਾ ਸਾਹਿਬ, ਕੁਰਕਸ਼ੇਤਰ, ਪੰਜੋਖੜਾ ਸਾਹਿਬ ਤੇ ਅੰਬਾਲਾ ਤੇ ਗੋਪਾਲ ਮੁੱਚ। ਇਹ ਸਾਰੇ ਸ਼੍ਰੋਮਣੀ ਕਮੇਟੀ ਕੋਲ ਨੇ ਸ਼੍ਰੋਮਣੀ ਕਮੇਟੀ ਇਸ ਵੇਲੇ, ਮਤਲਬ 85 ਦੇ ਅੰਡਰ ਜੀ, ਸੈਕਸ਼ਨ ਦੇ ਅੰਡਰ। ਇਹਦੇ ਵਿੱਚੋਂ ਵੀ ਕੀ ਹੈ, ਹੁਣ ਕਈਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹਦੀ ਸਾਡੀ ਵਰਕਿੰਗ ਕੀ ਹੈ, ਜੀ, ਨਿਯਮ ਕੀ ਹੈ ਸਾਡੇ। 85 ਸੈਕਸ਼ਨ ਦੇ ਅੰਡਰ ਜਿਹੜੇ ਗੁਰਦੁਆਰੇ ਹੈ, ਉੱਥੋਂ ਅਸੀਂ 15% ਧਰਮ ਪ੍ਰਚਾਰ ਫੰਡ, 10% ਐਜੂਕੇਸ਼ਨ ਫੰਡ, 5% ਸਾਡਾ ਹੁੰਦਾ 5% ਐਜੂਕੇਸ਼ਨ ਫੰਡ ਤੇ 10% ਜਿਹੜਾ ਸਾਡਾ ਹੁੰਦਾ ਜਿਹਨੂੰ ਆਪਾਂ ਦਸਵੰਧ ਕਹਿੰਦੇ ਆ। ਇਹ ਕੁੱਲ ਚੜਾਵੇ ਚੋਂ? ਹਾਂ, ਕੁੱਲ ਚੜਾਵੇ ਚੋਂ, ਟੋਟਲ ਚੋਂ, ਕੁੱਲ ਆਮਦਨ ਚੋਂ, ਕੁੱਲ ਚੜਾਵੇ ਚੋਂ ਇੰਨੇ ਪਰਸੈਂਟ ਅਸੀਂ ਲੈਨੇ। 2% ਟਰਸਟ ਫੰਡ ਹੁੰਦਾ ਜੀ। ਸ਼੍ਰੋਮਣੀ ਕਮੇਟੀ ਦੇ ਹੈੱਡ ਆਫਿਸ ਵਿੱਚ ਮੈਕਸਿਮਮ 27% ਫੰਡ ਜਿਹੜਾ ਹੈ ਸਾਰੇ ਗੁਰਦੁਆਰਿਆਂ ਚੋਂ 85 ਚੋਂ ਜਾਂਦਾ। ਠੀਕ ਹੈ। ਮਤਲਬ ਮੈਂ ਤੁਹਾਨੂੰ ਸਪਸ਼ਟ ਕਰਦੀ ਵੀ ਸੰਗਤ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਜੀ। ਹੁਣ 27% ਜਿਹੜਾ ਹੈ ਉਹਨੂੰ ਅਸੀਂ ਧਰਮ ਪ੍ਰਚਾਰ 'ਚ ਵੀ ਵਰਤਣਾ, ਉਹਨੂੰ ਅਸੀਂ ਐਜੂਕੇਸ਼ਨ ਤੇ ਵੀ ਲਾਣਾ, ਉਹਨੂੰ ਅਸੀਂ ਪਬਲਿਕ ਦੇ ਵੈਲਫੇਅਰ ਵਿੱਚ ਵੀ ਲਾਣਾ। ਕੋਈ ਬਿਮਾਰ ਹੋ ਗਿਆ, ਕਿਸੇ ਨੂੰ ਕੈਂਸਰ ਹੋ ਗਈ, ਕਿਸੇ ਨੂੰ ਬਿਮਾਰੀ ਆ ਗਈ, ਅਸੀਂ ਉਹਨਾਂ ਚੀਜ਼ਾਂ ਨੂੰ ਹੈਲਪ ਵੀ ਕਰਨੀ। ਕੋਈ ਬੱਚਾ ਪੜ੍ਹਦਾ ਗਰੀਬ ਹੈ, ਉਹਨੂੰ ਅਸੀਂ ਫੀਸ ਵਾਸਤੇ ਵੀ ਦੇਣੇ। ਇਹ ਸਾਰਾ ਹੀ ਪੈਸਾ ਜਿਹੜਾ ਉੱਥੇ ਵਰਤਿਆ ਜਾਂਦਾ। ਬਾਕੀ ਜਿੰਨਾ ਪੈਸਾ ਹੁੰਦਾ ਹੈ 26% ਕੱਢ ਕੇ 27%, 73% ਰਹਿ ਗਿਆ। 73% ਗੁਰਦੁਆਰਾ ਉਹ ਜਿਹੜਾ ਟੋਟਲ ਹੈ ਉਹਨਾਂ ਦੇ ਆਪਣੇ ਖਰਚੇ, ਉੱਥੋਂ ਦੀ ਤਨਖਾਹ, ਜੋ ਵੀ ਖਰਚਣੇ ਉਹਨਾਂ ਨੇ, ਜੋ ਵੀ ਉੱਥੇ ਖਰਚਾ ਸਾਰਾ ਟੋਟਲ ਜੀ। ਤੇ 3 ਗੁਰਦੁਆਰੇ ਐਸੇ ਹੈ ਜਿਨ੍ਹਾਂ ਦਾ ਮੇਰੇ ਖਿਆਲ ਕਿਸੇ ਦਾ 60%, ਕਿਸੇ ਦਾ 50% ਦਸਵੰਧ ਜਮ੍ਹਾਂ ਹੋਇਆ ਹੋਊਗਾ। ਕਿਹੜੇ ਕਿਹੜੇ ਆ ਜੀ? ਅੰਬਾਲਾ ਲੈ ਲਓ, ਕੁਰਕਸ਼ੇਤਰ ਲੈ ਲਓ, ਗੋਪਾਲ ਮੁੱਚ ਲੈ ਲਓ। 3 ਹੀ ਬਸ, 3 ਗੁਰਦੁਆਰੇ। ਬਾਕੀ 5 ਗੁਰਦੁਆਰੇ ਜਿਹੜੇ ਹੈ ਉਹਨਾਂ ਦਾ ਦਸਵੰਧ ਆਉਂਦਾ ਹੈ ਜੀ, ਉੱਥੇ ਆਮਦਨ ਆ ਜਾਂਦੀ ਹੈ। ਨਾਡਾ ਸਾਹਿਬ ਆ ਗਈ, ਦੂਜੇ ਗੁਰਦੁਆਰੇ ਪੰਜੋਖੜਾ ਸਾਹਿਬ ਆ ਗਈ, ਇਸ ਤਰ੍ਹਾਂ। ਹੁਣ ਇਹ ਦੱਸੋ ਵੀ ਇਹ ਜਿਹੜੇ ਰੌਲਾ ਪਾਉਂਦੇ ਆ ਜੀ, ਇੰਨਾ ਪੈਸਾ ਲੈ ਜਾਂਦੇ ਆ ਜੀ, ਸਾਨੂੰ ਮਿਲਦਾ ਨਹੀਂ, ਉਹ ਸਾਰੀਆਂ ਸਬ ਜਾਇਦਾਦ ਕਮੇਟੀਆਂ ਜਿਹੜੀਆਂ ਬਣੀਆਂ ਹੁੰਦੀਆਂ ਨੇ ਜੀ, ਉਹ ਹਰਿਆਣੇ ਦੇ ਮੈਂਬਰ ਹੀ ਹੁੰਦੇ ਸਾਰੇ, ਜਿਹੜਾ ਪ੍ਰਬੰਧ ਵੀ ਕਰਦੇ ਨਾ ਲੋਕਲ। ਉਹ ਕਿਹੜੇ ਨੇ? ਜਿਹੜੇ ਸਾਡੇ ਉੱਥੇ 11 ਮੈਂਬਰ ਹੈ ਜੀ, ਉਹਨਾਂ ਨੇ ਉੱਥੇ ਸਬ ਜਾਇਦਾਦ ਕਮੇਟੀ ਕਹਿੰਦੇ ਅਸੀਂ। ਉਹਦੇ ਵਿੱਚ ਉਹਨਾਂ ਨੇ ਪਾਸ ਕਰਨਾ ਹੈ ਇੱਥੇ ਕਿੰਨਾ ਸਮਾਨ ਚਾਹੀਦਾ ਹੈ, ਕਿਹੜੀ ਬਿਲਡਿੰਗ ਚਾਹੀਦੀ ਹੈ, ਕਿੰਨੇ ਇੱਥੇ ਗਲੀਚੇ ਚਾਹੀਦੇ ਹੈ, ਕਿੰਨਾ ਮਤਲਬ ਅਸੀਂ ਕਿੰਨਾ ਕੋਈ ਆਇਆ ਗਿਆ, ਕਿੰਨੇ ਲੰਗਰ ਤੇ ਕਿੱਥੇ ਲਾਉਣੇ ਆ, ਕਿ ਮਤਲਬ ਜਿੰਨਾ ਬਜਟ ਹੈ ਉਹ ਉਹੀ ਬਣਾਉਂਦੇ ਸਾਰੇ ਮੁਲਾਜ਼ਮ ਜਿਹੜੇ ਉੱਥੇ ਰੱਖੇ ਹੁੰਦੇ ਜੀ ਲੋੜ ਅਨੁਸਾਰ। ਹੁਣ ਤੁਸੀਂ ਇਹ ਦੱਸੋ ਵੀ ਸਾਰਾ ਪ੍ਰਬੰਧ ਫਿਰ ਕਿਹਦੇ ਕੋਲ ਆ? ਹਰਿਆਣੇ ਦੇ ਲੋਕਾਂ ਕੋਲ ਹੀ ਹੋਇਆ ਨਾ ਪਹਿਲਾਂ ਹੀ ਆਲਰੇਡੀ। ਜਿਹੜਾ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਕਿਤੇ ਕੋਈ ਕਮੀ ਵੀ ਆ ਜੇ, ਕਰੋਨਾ ਆ ਗਿਆ ਪਿੱਛੇ, ਕਿਸਾਨ ਮੋਰਚਾ ਲੱਗ ਗਿਆ ਜੀ, ਹੁਣ ਜੇ ਉੱਥੇ ਕੋਈ ਘਾਟਾ ਵਾਧਾ ਹੋਏਗਾ ਕੌਣ ਚੱਲੇਗਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਕਿਤੇ ਆਫਤ ਦੁਨੀਆ ਤੇ ਆ ਗਈ ਕਿਸੇ ਸਟੇਟ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਕਿਸੇ ਕਿਸਮ ਦੀ ਕਿਤੇ ਕੌਮ ਦੇ ਉੱਤੇ ਭੀੜ ਬਣ ਗਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਇਹ 27% ਜਿਹੜਾ ਜਾਂਦਾ ਬਜਟ, ਉਹਦੇ ਵਿੱਚੋਂ ਸਾਰਾ ਕੁਝ ਹੋਣਾ, ਭਾਵੇਂ ਉਹ ਪੰਜਾਬ ਦੇ ਗੁਰਦੁਆਰੇ ਤੇ ਭਾਵੇਂ ਇੱਧਰ। ਬੀਬੀ ਜੀ, ਮੈਂ ਤੁਹਾਡੀ ਗੱਲ ਤੁਸੀਂ ਬੜੀ ਵਿਸਥਾਰ ਦੇ ਵਿੱਚ ਸਾਰਾ ਕੁਝ ਦੱਸਿਆ ਕਿ ਹਰਿਆਣੇ ਦੇ ਗੁਰੂ ਘਰਾਂ ਦੀ ਸਥਿਤੀ ਆ ਸਥਿਤੀ ਬਹੁਤ ਵੱਡਾ ਦੋਸ਼ ਹੁੰਦਾ ਸੀ ਜੀ, ਸਭ ਕੁਝ ਹੂੰਝ ਕੇ ਲੈ ਜਾਂਦੀ ਐਸਜੀਪੀਸੀ ਹਰਿਆਣੇ ਤੇ ਕੁਝ ਨਹੀਂ ਲਾਉਂਦੀ। ਜੇ ਤੁਹਾਡੇ ਇਹਨਾਂ ਬੋਲਾਂ ਦੇ ਉੱਤੇ ਕਿਸੇ ਦੀ ਅਸਹਿਮਤੀ ਹੈ ਤਾਂ ਅਸੀਂ ਕਹਿੰਦੇ ਆ ਕਿ ਭਾਈ ਠੀਕ ਭਾਸ਼ਾ ਦੇ ਵਿੱਚ ਤੁਸੀਂ ਟਿੱਪਣੀ ਲਿਖਦੇ ਹੋ। ਹਰਿਆਣੇ ਤੋਂ ਬਹੁਤ ਸਾਰੇ ਸੱਜਣ ਨੇ, ਭਾਸ਼ਾ ਸ਼ੁੱਧ ਵਰਤਿਓ, ਠੀਕ ਵਰਤਿਓ, ਸ਼ਲੀਨਤਾਲੀ ਪਰਿਵਾਰਾਂ ਦੇ ਵਿੱਚ ਕਰਨਾ ਚਾਹੀਦਾ, ਜ਼ਰੂਰ ਕਰਨੀ ਚਾਹੀਦੀ ਹੈ ਜ਼ਰੂਰ। ਕਿ ਆਪਾਂ ਬੀਬੀ ਜੀ ਨੂੰ ਦੁਬਾਰਾ ਸੱਦਾ ਦਿਲਾਂਗੇ। ਬੀਬੀ ਜੀ, ਮੇਰਾ ਇੱਕ ਸਵਾਲ ਹੈ, ਤੁਸੀਂ ਇੱਕ ਸ਼ਬਦ ਬੋਲਿਆ ਸੀ ਇੱਥੇ ਸ਼ੁਰੂ ਦੇ ਵਿੱਚ ਕਿ ਪਤਾ ਨਹੀਂ ਸਰਕਾਰਾਂ ਦੇ ਦਬਾਅ ਹੇਠ ਨੇ ਸਿੱਖ ਜਿਹੜੇ ਬੋਲਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਚੜਾਵਾ ਵੀ ਖੂਬ, ਸੰਗਤ ਦਾ ਚੜਾਵਾ, ਫਾਈਨਾਂਸ ਹੈਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਮੈਨ ਪਾਵਰ, ਧਰਮ ਪ੍ਰਚਾਰ, ਸਾਰਾ ਕੁਝ ਹੈਗਾ। ਇੱਕ ਹਾਕ ਮਾਰਦੇ ਹੋ, ਸੰਗਤ ਪਿੱਠ ਨਹੀਂ ਕਦੇ ਦਿਖਾਉਂਦੀ।
ਕੀ ਘਾਟ ਰਹੀ? ਸਿੱਖ ਤਾਂ ਕਦੇ ਨਹੀਂ ਪੇਟ ਦਿਖਾਉਂਦਾ, ਸਿੱਖ ਤਾਂ ਕਦੇ ਨਹੀਂ ਦੱਬਦਾ, ਸਿੱਖ ਸਰਕਾਰਾਂ ਕੋ ਕਿਵੇਂ ਦੱਬ ਗਿਆ? ਇਹਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਇਸ ਪੱਖੋਂ ਕਮਜ਼ੋਰ ਰਹੀ ਹੈ ਕਿ ਸਾਰੀ ਸੰਗਤ ਨੂੰ ਆਪਣੇ ਨਾਲ ਨਹੀਂ ਜੋੜ ਸਕੀ ਕਿ ਅੱਜ ਉਹ ਸਰਕਾਰਾਂ ਤੋਂ ਦੱਬ ਕੇ ਬਹਿ ਗਿਆ, ਕਿਉਂਕਿ ਡਿਊਟੀ ਤਾਂ ਤੁਹਾਡੀ ਸੀ। ਦੇਖੋ ਗੱਲ ਇਹ ਹੈ ਕਿ ਕੱਲ ਜਦੋਂ ਕਹਿ ਰਹੇ ਸੀ ਨਾ 200 ਕਰੋੜ ਰੁਪਈਆ ਸਾਲ ਦਾ ਜਾਂਦਾ ਜੀ, ਮੈਨੂੰ ਇੱਕਦਮ ਮੇਰੇ ਕਲੇਜੇ 'ਚ ਲੱਗੀ ਇਹ ਗੱਲ। ਤੁਸੀਂ ਜੇ ਦੇਖੋ ਪਿਛਲੇ 3 ਸਾਲਾਂ 'ਚ 2019 2020 2021 ਜੀ। ਨਾ 2020 2021 2022 ਸਾਨੂੰ 40 ਕਰੋੜ ਰੁਪਏ ਟੋਟਲ ਆਇਆ 8 ਗੁਰਦੁਆਰੇ ਠੀਕ ਹੈ ਇਹਨਾਂ ਜੀ। ਗੁਰਦੁਆਰੇ 'ਚ ਤੇ ਸਾਡੇ ਉੱਥੇ 6-8 ਇੰਸਟੀਚਿਊਸ਼ਨ ਚੱਲਦੇ, ਮੈਡੀਕਲ ਕਾਲਜ, ਜੀ। ਹਸਪਤਾਲ, ਉਹਦੇ 'ਚ ਕਾਲਜ 2 ਸਕੂਲ, 28 ਕਰੋੜ ਰੁਪਇਆ ਉਹਨਾਂ ਵਾਸਤੇ ਅਸੀਂ ਭੇਜਿਆ। 40 ਕਰੋੜ ਆਇਆ, 40 ਕਰੋੜ ਆਇਆ, 28 28 ਚ ਇੰਸਟੀਟਿਊਸ਼ਨਸ ਨੂੰ ਦੇ ਦਿੱਤਾ। ਬਾਕੀ ਚਲੋ ਬਾਕੀ ਖਰਚ ਧਰਮ ਪ੍ਰਚਾਰ ਦਾ, ਦੂਜਾ ਸਾਡਾ ਉੱਥੇ ਦਫ਼ਤਰ ਹੈ, ਸਬ ਆਫਿਸ ਹੈ, ਉਹਨਾਂ ਦੇ ਖਰਚੇ ਹੈ। ਸੋ ਇਹ ਅਸੀਂ ਦੁਨੀਆ ਭਰ ਦੀ ਆਫਤ ਆਉਣੀ ਹੈ, ਕਰੋਨਾ ਆ ਗਿਆ, ਕਿਸਾਨ ਮੋਰਚਾ ਆ ਗਿਆ, ਉਹਨਾਂ ਤੇ ਲਾਣੇ ਹੁੰਦੇ, ਉਹ ਇਕੱਠੇ ਅਕਸਰ ਆਣਗੇ ਤੇ ਲੱਗਾ ਨਾ। ਹੁਣ ਤੁਸੀਂ ਜਿਹੜੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨਾਲੋਂ ਕਿਉਂ ਸਿੱਖ ਟੁੱਟ ਕਿਉਂ ਗਏ? ਜੀ ਨਹੀਂ ਟੁੱਟੇ। ਨਹੀਂ, ਮੈਂ ਟੁੱਟੇ ਨਹੀਂ ਕਹਿੰਦਾ, ਪਰ ਉੱਠਿਆ ਕੋਈ ਨਹੀਂ। ਮੇਰੀ ਬੇਨਤੀ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋਕੀ ਪਿਆਰ ਕਰਦੇ ਆ, ਲੋਕੀ ਚਾਹੁੰਦੇ ਆ ਕਿ ਸਾਡੀ ਸੰਸਥਾ ਜਿਹੜੀ ਹੈ ਇਹ ਤਕੜੀ ਰਹੇ। ਲੋਕੀ ਇਹ ਵੀ ਗੁਰਦੁਆਰਿਆਂ 'ਚ ਤੁਸੀਂ ਦੇਖ ਲਓ ਸੰਗਤਾਂ ਕਿਸ ਤਰ੍ਹਾਂ ਜਾਂਦੀਆਂ ਜੀ, ਜਿੰਨੇ ਭੁਲੇਖੇ ਨੂੰ ਪਾਏ ਜਾਂਦੇ ਆ, ਜੇ ਲੋਕੀ ਉਹਨਾਂ ਦੇ ਪਿੱਛੇ ਲੱਗ ਜਾਣ, ਮੇਰੇ ਖਿਆਲ ਉੱਥੇ ਤੇ ਸੰਗਤ ਹੀ ਜਾਣੋਂ ਹਟ ਜੇ। ਲੋਕੀ ਜਾਣ ਨੂੰ ਪਿਆਰੇ ਆਪਣੇ ਦਰਬਾਰ ਸਮਝਦੇ ਆ। ਜੀ, ਹੁਣ ਤੁਸੀਂ ਇਹ ਦੱਸੋ ਕਿ ਇੱਕ ਆਮ ਤੌਰ ਦੇ ਉੱਤੇ ਲੋਕ ਕਹਿ ਦਿੰਦੇ ਆ ਕਿ ਇੱਕ ਤੇ ਰੌਲਾ ਜਿਹੜਾ ਪਾਇਆ ਨਾ ਜੀ, ਬਾਦਲਾਂ ਦਾ ਕਬਜ਼ਾ, ਬਾਦਲਾਂ ਦਾ ਕਬਜ਼ਾ। ਸ਼੍ਰੋਮਣੀ ਅਕਾਲੀ ਦਲ, ਸਾਰੀ ਕੌਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਕਿ ਸੰਘਰਸ਼ ਕਰੇਗੀ ਜ਼ੁਲਮ ਦੇ ਖਿਲਾਫ, ਗੁਰਦੁਆਰਿਆਂ ਗੁਰਧਾਮਾਂ ਦੇ ਉੱਤੇ ਆਲੇ ਦੁਆਲੇ ਇਹ ਰਾਖੀ ਕਰੇਗੀ, ਇੱਕ ਕੀ ਬਣ ਕੇ ਟਾਸਕ ਫੋਰਸ ਬਣ ਗਈ ਜੀ। ਕਿਤੇ ਮਨੁੱਖਤਾ ਦੇ ਪੀੜ ਬਣਦੀ ਹੈ ਤੇ ਸੰਘਰਸ਼ ਕਰੇਗਾ ਸ਼੍ਰੋਮਣੀ ਅਕਾਲੀ ਦਲ। ਲੋਕਾਂ ਉਸ ਵੇਲੇ ਦੀ ਇਹੀ ਸੋਚ ਸੀ, ਕਿਸੇ ਦਾ ਨਾ ਇਨਸਾਫੀ ਨਾ ਹੋਵੇ, ਬੇਇਨਸਾਫੀ ਨਾ ਹੋਵੇ, ਕਿਸੇ ਦਾ ਧੱਕਾ ਨਾ ਹੋਵੇ, ਕਿਸੇ ਦਾ ਜ਼ੁਲਮ ਨਾ ਹੋਵੇ। ਹੁਣ ਉਹ ਸ਼੍ਰੋਮਣੀ ਅਕਾਲੀ ਦਲ ਨੇ ਸੱਚੀ ਮੁੱਚੀ ਸੰਘਰਸ਼ ਇੰਨੇ ਲੜੇ, ਇੰਨੀ ਮਿਹਨਤ ਕੀਤੀ, ਇੰਨਾ ਲੋਕਾਂ ਦਾ ਪਿਆਰ ਖੱਟਿਆ ਕਿ ਇਹਨਾਂ ਨੇ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਕੁਰਸੀ ਤੇ ਵੀ ਆਵਾਂਗੇ। ਹੁਣ ਕੁਰਸੀ ਤੇ ਜਦੋਂ ਕੁਰਸੀ ਤੇ ਆਈ ਤਾਂ ਰੱਬ ਨੇ ਉਹ ਬਖਸ਼ਾਂ ਵੀ ਕਰਤੀਆਂ, ਚੀਫ ਮਿਨਿਸਟਰਾਂ ਤੱਕ ਵੀ ਬਣ ਗਏ, ਸਰਕਾਰਾਂ ਵੀ ਬਣ ਗਈਆਂ। ਸਰਕਾਰਾਂ ਦੇ ਵਿੱਚ ਪਾਰਟੀਆਂ ਦਾ ਆਪਸ ਵਿੱਚ ਇੱਕ ਦੂਜੇ ਨੂੰ ਡਾਊਨ ਕਰਨ ਵਾਸਤੇ, ਇੱਕ ਦੂਜੇ ਨੂੰ ਫੇਲ ਕਰਨ ਵਾਸਤੇ ਕੋਈ ਨਾ ਕੋਈ ਐਸੇ ਇਲਜ਼ਾਮ ਲਾਉਂਦੇ ਆ ਜਿਹਦੇ ਨਾਲ ਲੋਕਾਂ ਦੇ ਉੱਤੇ ਇਹ ਧਾਰਮਿਕ ਮਸਲੇ ਆ। ਇਹ ਧਾਰਮਿਕ ਸੰਸਥਾ, ਧਾਰਮਿਕ ਸੰਸਥਾ ਦੇ ਖਿਲਾਫ ਜਦੋਂ ਇਹ ਕੋਈ ਕਹੇਗਾ ਕਿ ਉੱਥੇ ਬਾਦਲਾਂ ਦਾ ਹੀ ਕਬਜ਼ਾ ਜੀ, ਮੈਂ ਹੈਰਾਨ ਹੁੰਨੀ ਆ ਜਦੋਂ ਸਾਡੇ ਬੜੇ ਸਿਆਣੇ ਪੁਰਖ ਜਿਹੜੇ ਕਹਿਣਗੇ ਜੀ ਰੋਜ਼ ਗੋਲਕ ਕਹਿਣਗੇ ਤੇ ਬਾਦਲ ਦੇ ਘਰ ਚਲ ਜਾਂਦੀ। ਬਹੁਤ ਦੁੱਖ ਦੀ ਗੱਲ ਹੈ ਜੀ, ਇਹ ਸਭ ਤੋਂ ਵੱਡੀ ਜਿਹੜੀ ਇੰਨਾ ਝੂਠ ਜਿਹੜਾ ਨਹੀਂ ਬੋਲਣਾ। ਦਾਦੂਵਾਲ ਸਾਹਿਬ ਤਾਂ 2 ਦਿਨ ਪਹਿਲਾਂ ਕਹਿ ਕੇ ਹਟਿਆ 200 ਕਰੋੜ ਰੁਪਏ ਜਾਂਦਾ ਜੀ। ਮੈਂ ਤਾਂ ਕਹਿ ਤੁਹਾਨੂੰ, ਉਹ ਕਹਿੰਦੇ ਬਾਦਲ ਹੀ ਲੈ ਜਾਂਦੇ ਸਭ ਕੁਝ। ਮੈਂ ਤੇ ਨਾਂ ਤਾਂ ਨਹੀਂ ਲੈਂਦੀ ਕਿ ਮੇਰਾ ਜੀ ਨਹੀਂ ਕਰਦਾ ਮੈਂ ਕਿਸੇ ਦਾ ਨਾਂ ਲਵਾਂ। 200 ਕਰੋੜ ਕਿਹਾ, ਮੈਂ ਤਾਂ ਹੀ ਕਹਿਣਾ ਆਹ ਸਾਲ ਦਾ ਬਜਟ 48 ਕਰੋੜ ਹੈ ਜੀ, ਜਾ ਕੇ ਦੇਖ ਲਓ 48 ਕਰੋੜ 91 ਲੱਖ ਦਾ। ਵੈਸੇ ਤੇ ਸਾਰੇ ਰੋਜ਼ ਇਹੋ ਕੁਝ ਦੇਖੀਦਾ ਜੀ, ਹੋਰ ਅਸੀਂ ਕਰਦੇ ਕੀ ਉੱਥੇ। 48 ਕਰੋੜ 91 ਲੱਖ ਦਾ ਬਜਟ ਹੈ। ਹੁਣ ਦੱਸੋ ਕਿੰਨੇ 200 ਕਰੋੜ ਅਸੀਂ ਕਿੱਥੋਂ ਲੈ ਜਾਾਂਗੇ? ਉੱਥੇ ਤਨਖਾਹ ਵੀ ਦੇਣੀ, ਉੱਥੇ ਕੜਾਹ ਪ੍ਰਸ਼ਾਦ ਵੀ ਬਣਨਾ, ਉੱਥੇ ਲੰਗਰ ਵੀ ਬਣਨਾ, ਸੇਵਾ ਸੰਭਾਲ ਵੀ ਹੋਣੀ, ਆਏਗੇ ਦੀ ਸੇਵਾ ਵੀ ਕਰਨੀ। ਉਹ 48 ਕਰੋੜ ਦੇ ਵਿੱਚੋਂ ਸਾਨੂੰ ਕਿੰਨਾ ਜਾਣਾ ਜੀ? 26% ਜਾਂ 27%, ਉਹ ਵੀ ਪੂਰਾ ਨਹੀਂ ਜਾਂਦਾ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਉਹ ਇਸ ਵਾਰੀ ਜਿੱਦਾਂ ਸਰਕਾਰ ਦੇ ਵਿੱਚੋਂ ਲੋਕਾਂ ਨੇ ਕਿਹਾ ਜੀ ਬਾਦਲ ਭਜਾਓ, ਕੁਝ ਸਾਡੇ ਉੱਤੇ ਉਹਨਾਂ ਨੇ ਜਿਸ ਤਰ੍ਹਾਂ ਲੱਗੇ ਇਲਜ਼ਾਮ ਲਾਤੇ, ਸੱਚੇ ਵੀ ਹੋ ਸਕਦੇ ਹੈ, ਝੂਠੇ ਵੀ ਹੋ ਸਕਦੇ ਹੋ। ਲੋਕਾਂ ਦੇ ਮਨਾਂ 'ਚ ਇੰਨਾ ਉਹਨਾਂ ਨੇ ਭਰ ਦਿੱਤਾ ਕਿ ਜੇ ਬੇਅਦਬੀ ਹੋਈ ਸਾਰੇ ਦੋਸ਼ੀ ਸਰਕਾਰ ਜੀ, ਪੰਥ ਦੀ ਸਰਕਾਰ ਹੋਣ ਕਰਕੇ ਲੋਕੀ ਚਲੋ ਆਸ ਵੀ ਨਹੀਂ ਰੱਖਦੇ ਕਿ ਪੰਥ ਦੀ ਸਰਕਾਰ ਵੇਲੇ ਕੁਝ ਹੋਵੇ। ਸਰਕਾਰ ਪੰਥ ਦੀ ਹੋਵੇ ਤਾਂ ਘਟਨਾ ਵਾਪਰਨੀ ਨਹੀਂ ਚਾਹੀਦੀ। ਕੁਦਰਤੀ ਹੈ ਜੀ, ਵੀ ਇਹ ਨਹੀਂ ਜੇ ਵਾਪਰਦੀਆਂ ਤਾਂ ਉਦਾਂ ਦੀਆਂ ਬਹੁਤ ਹਜ਼ਾਰਾਂ ਜੀ, ਪਰ ਇਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ। ਅੱਜ ਤੱਕ ਉਹ ਪੰਥ ਦੀ ਸਰਕਾਰ ਪੰਥ ਦੀ ਸੀ, ਉਹ ਉਹਨਾਂ ਦੀ ਸੀ ਨਾ, ਉਹ ਉਹਨਾਂ ਦੀ ਸੀ। ਆਪਣੇ ਪਰਿਵਾਰ ਵਿੱਚ ਹੀ ਕੋਈ ਝਿੜਕਦਾ, ਆਪਣੇ ਪਰਿਵਾਰ ਨੂੰ ਹੀ ਕੋਈ ਕਹਿ ਸਕਦਾ ਜੀ, ਆਪਣੇ ਪਰਿਵਾਰਾਂ ਨੂੰ ਗਾਲਾਂ ਕੱਢ ਸਕਦੇ ਆ। ਹੁਣ ਉਹਨਾਂ ਨੇ ਤੇ ਉਸ ਦਰਦ ਵਿੱਚ ਹੀ ਗਾਲਾਂ ਕੱਢੀਆਂ ਜੀ, ਵੀ ਉਹਨਾਂ ਨੂੰ ਪੀੜਾ ਸੀਗੀ ਵੀ ਇਹ ਛੇਤੀ ਨਹੀਂ ਹੋ ਸਕਿਆ। ਸਾਡੇ ਕੋਲ ਜਦੋਂ ਕਿ ਸਾਲ 1.5 ਸਾਲ ਦਾ ਸਮਾਂ ਸੀਗਾ ਤੇ ਉਹ ਵਾਪਰਿਆ, ਸ਼ੁਰੂ ਕੀਤਾ ਤੇ ਉਹ ਕਹਿੰਦੇ CBI ਕੋ ਦੇ ਦਿਓ। CBI ਕੋ ਤੁਹਾਨੂੰ ਪਤਾ ਲੰਬੇ ਸਮੇਂ ਲੱਗ ਜਾਂਦੇ। ਦੂਜੀ ਸਰਕਾਰ ਨੇ ਰੌਲਾ ਪਾਤਾ ਜੀ ਆਂਧਿਆ ਸਾ ਝਟਕਾ ਦਾਂਗੇ ਅਸੀਂ 1 ਮਹੀਨੇ 'ਚ। ਉਹ 5 ਸਾਲ ਨਿਕਲ ਗਏ, ਉਹ ਵੀ ਕੁਛ ਨਾ ਹੋਇਆ, ਕਿਉਂਕਿ ਜਿਹੜੀਆਂ ਸਿੱਟਾਂ ਵੀ ਬਣੀਆਂ ਉਹੀ ਸਿੱਟ ਦਾ ਰਿਜ਼ਲਟ ਹੈ ਜਿਹੜਾ ਬਾਦਲ ਸਾਹਿਬ ਦੀ ਬਣੀ ਸੀ, ਉਹੀ ਰਿਜ਼ਲਟ ਅੱਜ ਤੱਕ ਚੱਲੀ ਜਾਂਦਾ ਹੈ। ਤੀਜੀ ਸਰਕਾਰ ਆਈ, ਕਹਿੰਦੀ ਜੀ ਨਾ 5 ਸਾਲ ਉਹਨਾਂ ਨੇ ਕੁਛ ਕੀਤਾ, ਨਾ ਬਾਦਲਾਂ ਨੇ ਕੀਤਾ,
ਤੁਸੀਂ ਫਿਕਰ ਨਾ ਕਰੋ, 1 ਹਫ਼ਤੇ ਦੇ ਵਿੱਚ ਦੋਸ਼ੀ ਫੜ ਲਾਂਗੇ। ਹੁਣ ਦੋਸ਼ੀ ਤੇ ਫੜਦੇ ਨਹੀਂ, ਦੋਸ਼ੀ ਫੜਨੇ ਚਾਹੀਦੇ ਨਾ। ਮੈਂ ਸਮਝਦੀ ਹਾਂ ਭਾਵੇਂ ਕੋਈ ਅਕਾਲੀ ਹੋਵੇ, ਭਾਵੇਂ ਕੋਈ ਕਾਂਗਰਸੀ ਹੋਵੇ, ਭਾਵੇਂ ਕੋਈ ਬੀਜੇਪੀ, ਆਪ ਕਿਸੇ ਵੀ ਹੋਵੇ ਜਾਂ ਆਮ ਲੋਕ ਵੀ ਹੋਣ, ਜਿਹੜਾ ਦੋਸ਼ੀ ਹੋਵੇ ਉਹਨੂੰ ਫੜਨਾ ਚਾਹੀਦਾ। ਇਹ ਨਹੀਂ ਜ਼ੋਰ ਲਾਉਣਾ ਚਾਹੀਦਾ ਕਿ ਜਿੰਨ ਚਿਰ ਤੱਕ ਬਾਦਲ ਅੰਦਰ ਨਹੀਂ ਦਿੱਤੇ ਜਾਂਦੇ ਉਨ ਚਿਰ ਦੋਸ਼ੀ ਨਹੀਂ ਕੋਈ ਲੱਭਦਾ। ਅਸਲ 'ਚ ਉਹਨਾਂ ਦੇ ਮਨ 'ਚ ਇਹੀ ਹੈ ਕਿ ਆਮ ਲੋਕਾਂ ਦੇ ਵਿੱਚ ਪਾਇਆ ਕਿ ਅਸੀਂ ਬਾਦਲਾਂ ਨੂੰ ਅੰਦਰ ਦੇਵਾਂਗੇ ਜੀ। ਤੇ ਜੇ ਉਹ ਦੋਸ਼ੀ ਨੇ ਤਾਂ ਦੇ ਦੇਣ। ਜੇ ਉਹ ਦੋਸ਼ੀ ਨਾ ਕੋਈ ਸਾਬਤ ਹੁੰਦੇ ਹੈ, ਸਿੱਟ 1 ਵਾਰੀ ਬਣੀ, 2 ਵਾਰੀ ਬਣੀ, 3 ਵਾਰੀ ਬਣੀ, ਉੱਥੇ ਜੋ ਜਾਂਦੇ ਹੈ ਤੇ ਇਹਨਾਂ ਨੂੰ ਲੱਭਦਾ ਕੱਖ ਨਹੀਂ, ਕੋਈ ਗੱਲ ਇਹਨਾਂ ਦੀ ਨਜ਼ਰ ਨਹੀਂ ਆਉਂਦੀ, ਤੇ ਫਿਰ ਇਹ ਸਾਰੇ ਚੁੱਪ ਕਰਕੇ ਬਹਿ ਜਾਂਦੇ। ਅਸੀਂ ਤਾਂ ਕਹਿੰਦੇ ਹਾਂ ਕਿ ਕੋਈ ਦੋਸ਼ੀ ਹੈ, ਕਿਸੇ ਪਾਰਟੀ ਦਾ ਲੀਡਰ ਹੈ ਜਾਂ ਕੋਈ ਪਾਰਟੀ ਦਾ ਕੋਈ ਮੈਂਬਰ ਹੈ, MLA ਹੈ, ਵਰਕਰ ਹੈ, ਕਿਸੇ ਵੀ ਪਾਰਟੀ ਦਾ ਜੀ, ਕੋਈ ਲਿਹਾਜ਼ ਨਾ ਕਰਨਾ, ਕਿ ਗੁਰੂ ਦੀ ਗੱਲ ਹੈ ਜੀ, ਗੁਰੂ ਦੇ ਅਦਬ ਦੀ ਗੱਲ ਹੈ, ਸਤਿਕਾਰ ਦੀ ਗੱਲ ਹੈ, ਸਿੱਖਾਂ ਦੀ ਭਾਵਨਾ ਦੀ ਗੱਲ ਹੈ। ਸਿੱਖਾਂ ਦੇ ਅੰਦਰ ਬਹੁਤ ਰੋਸ ਹੈ, ਉਹ ਰੋਸ ਕਰਕੇ ਨਾ ਜਿਹੜਾ ਇਹ ਸਾਰਾ ਰੋਸ ਸਾਡੇ ਉੱਤੇ ਕੱਢਦਾ ਜੀ। ਬੀਬੀ ਜੀ, ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਕਿ ਕਈ ਚਰਚੇ ਚੱਲੇ ਸੀ ਕਿ ਹਰਿਆਣੇ ਦੇ ਗੁਰੂ ਘਰਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਉੱਥੇ ਜਿਹੜੇ ਆਪਣੇ ਕਰਮਚਾਰੀ ਨੇ ਜਾਂ ਹੋਰ, ਤੁਸੀਂ ਮੈਡੀਕਲ ਦੀ ਗੱਲ ਕੀਤੀ, ਮੈਡੀਕਲ ਕਾਲਜਸ ਦੀ ਜਾਂ ਹਸਪੀਟਲਸ ਦੀ ਜਾਂ ਸਕੂਲਾਂ ਦੀ, ਉਹ ਕਹਿੰਦੇ ਜੀ ਸਾਡੇ ਬੰਦੇ ਇੱਥੇ ਲਾਓ, ਜੇ ਹਰਿਆਣੇ ਦੇ ਵਿੱਚ ਖੋਲ੍ਹਿਆ ਤਾਂ ਹਰਿਆਣਾ ਨੌਕਰੀਆਂ, ਕਹਿੰਦੇ ਪੰਜਾਬ ਦੇ ਵਿੱਚੋਂ ਸਾਰੇ ਬੰਦਿਆਂ ਨੂੰ ਉੱਥੇ ਨੌਕਰੀਆਂ ਦਿੱਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਵਖਰੇਵਾਂ ਕੋਈ ਨਹੀਂ ਹੈ। ਠੀਕ ਹੈ, ਇਹ ਹਰਿਆਣੇ ਦੀ ਹੈ, ਪੰਜਾਬ ਦੀ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹਰਿਆਣੇ ਵਾਲੇ ਪੰਜਾਬ 'ਚ ਨੌਕਰੀ ਕਰਦੇ ਆ? ਹਾਂਜੀ, ਬਹੁਤ ਸਾਰੇ। ਜੇ ਕੋਈ ਯੋਗ ਟੀਚਰ ਹੈ, ਕੰਪੀਟੈਂਟ ਹੈ, ਉਹਦੀ ਇੰਟਰਵਿਊ ਹੁੰਦੀ ਹੈ ਤੇ ਆਪਾਂ ਰੱਖਦੇ ਹਾਂ। ਜੇ ਕੋਈ ਡਾਕਟਰ ਹੈ ਤਾਂ ਹੀ ਰੱਖਾਂਗੇ ਨਾ, ਉਹਦੇ ਕੋਲ ਕੋਈ ਕੁਆਲੀਫਿਕੇਸ਼ਨ ਹੋਏਗੀ ਤੇ ਪੂਰੀ। ਜੇ ਕੋਈ ਸੇਵਾਦਾਰ ਲੱਗਣਾ ਉੱਥੇ, ਅੱਛਾ ਪੰਜਾਬ ਦੇ ਸੇਵਾਦਾਰ ਤਾਂ ਉੱਥੇ ਜਾ ਕੇ ਨਹੀਂ ਰਾਜੀ ਜੀ, ਐਡੀ ਦੂਰ ਕੌਣ ਜਾਏਗਾ? ਨਹੀਂ ਰਾਜੀ। ਜੇ ਉੱਥੇ ਉਹ ਮਤਲਬ ਲਾਗੇ ਰਹਿੰਦੇ ਨਾ ਘਰਾਂ ਦੇ, 8000 ਤਨਖਾਹ, 7000 ਤਨਖਾਹ, 9000 ਤਨਖਾਹ, ਉਹ ਸੋਚਦੇ ਆ ਜੀ ਜਿਹਨੂੰ ਕੋਈ ਸਜ਼ਾ ਦੇਣੀ ਹੋਵੇ ਨਾ ਜੀ, ਉਹਨੂੰ ਉੱਥੇ ਭੇਜ ਦਿੰਦੇ। ਜੇ ਹਰਿਆਣੇ ਵਾਲੇ ਨੂੰ ਕਿਸੇ ਨੂੰ ਸਜ਼ਾ ਦੇਣੀ ਹੋਵੇ ਤੇ ਉਹ ਇੱਧਰਲੇ ਪਾਸੇ ਭੇਜ ਦਿੰਦੇ ਵੀ ਚੱਲ ਜੀਂਦ, ਚੱਲ ਤਮਤਾਨ। ਜਿੱਦਾਂ ਅੱਗੇ ਕਹਿੰਦੇ ਨੇ ਪੰਜਾਬ ਸਰਕਾਰ ਵੀ ਜਲੰਧਰ ਵਿੱਚੋਂ ਬਦਲਣਾ ਹੋਵੇ ਤੇ ਕਦੇ ਚੱਕ ਬਠਿੰਡਾ, ਚੱਕ ਉਧਰ ਗੁਰਦਾਸਪੁਰ ਪਾਸੇ ਪਏ ਸੁੱਟ ਦੇਣਾ, ਪਤਾ ਨਹੀਂ ਬਾਰਡਰਾਂ ਦੇ ਉੱਤੇ ਜੀ। ਇਹ ਸ਼੍ਰੋਮਣੀ ਕਮੇਟੀ 'ਚ ਵੀ ਇਦਾਂ ਹੀ ਹੈ। ਜੇ ਕੋਈ ਬੱਚਾ ਗਲਤੀ ਕਰਦਾ, ਸੇਵਾਦਾਰ ਗਲਤੀ ਕਰਦਾ, ਕਹਿੰਦੇ ਇਹਨੂੰ ਜੀਂਦ ਭੇਜੋ, ਇਹਨੂੰ ਤਮਤਾਨ ਭੇਜੋ, ਕਿਉਂਕਿ ਘਰੋਂ ਬਾਹਰ ਜਾਏਗਾ ਉਹਨੂੰ ਸਜ਼ਾ ਮਿਲੇਗੀ, ਅਹਿਸਾਸ ਹੋਏਗਾ। ਸੋ ਉੱਥੇ ਉਹੀ ਮੁਲਾਜ਼ਮ ਜਾਂਦਾ ਜਿਹਨੂੰ ਇੱਥੇ ਸਜ਼ਾ ਦੇਣੀ ਹੋਵੇ। ਮੋਸਟਲੀ ਉੱਥੇ ਜਿਹੜੇ ਆ ਜੀ ਮੈਂਬਰਾਂ ਨੇ ਜਾਂ ਕੋਈ ਆਇਆ। ਹੁਣ ਇੰਨੀ ਤੋਂ ਦੇਖੋ, ਲੋਕ ਤੇ ਕਹਿੰਦੇ ਆ ਵੀ ਸਾਰੀ ਦੁਨੀਆ ਨੂੰ ਉੱਥੇ ਭਰਤੀ ਕਰ ਲਓ, ਜਿੰਨੀ ਲੋੜ ਉਹਨੇ ਸਿਫਾਰਿਸ਼ਾਂ ਆਉਂਦੀਆਂ ਜੀ। ਠੀਕ ਹੈ ਜੀ। ਸਿਫਾਰਿਸ਼ਾਂ ਇਸ ਤਰ੍ਹਾਂ ਹੁੰਦੀਆਂ ਨਾ ਜੀ, ਕੋਈ ਬੱਚਾ ਕਹਿੰਦੇ ਜੇ ਗਰੀਬ ਹੈ, ਅੰਮ੍ਰਿਤਧਾਰੀ ਹੈ ਜੀ, ਜਦੋਂ ਸਿੱਖ ਅੰਮ੍ਰਿਤ ਛਕ ਲੈਂਦਾ ਨਾ ਜੀ, ਉਹ ਸਮਝਦਾ ਹੁਣ ਮੇਰਾ ਹੱਕ ਬਣ ਗਿਆ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਡਿਊਟੀ ਕਰਨੀ। ਠੀਕ ਹੈ। ਹੁਣ ਜੇ ਸਾਡੇ ਕੋਲ ਲੋੜ ਹੈ 10 ਸੇਵਾਦਾਰਾਂ ਦੀ, ਸਾਨੂੰ 10 ਹੀ ਰੱਖਣੇ ਪੈਣਗੇ ਜੀ। ਵੱਧ ਤੋਂ ਵੱਧ ਅਸੀਂ 2 ਵੱਧ ਰੱਖ ਲਾਂਗੇ, ਵੱਧ ਤੋਂ ਵੱਧ 5 ਵੱਧ ਕਰ ਲਾਂਗੇ। ਹੁਣ 10 ਦੀ ਥਾਂ ਤੇ 100 ਨਹੀਂ ਰੱਖਿਆ ਜਾ ਸਕਦਾ। ਅਕਸਰ ਬਜਟ ਹੈ, ਬਜਟ ਦੇ ਹਿਸਾਬ ਨਾਲ ਉਹ ਮੁਲਾਜ਼ਮਤ ਵੀ ਦਿੱਤੀ ਜਾਂਦੀ। ਹੁਣ ਜੇ ਇਹ ਤੇ ਐਵੇਂ ਕਹਾਣੀ ਬਣਾਈ ਜਾਂਦੀ ਹੈ ਜੀ। ਹੁਣ ਕਈ ਕਹਿਣਗੇ ਜੀ ਅੰਮ੍ਰਿਤਸਰ ਦੇ ਸਾਰੇ ਉੱਥੇ ਦਰਬਾਰ ਸਾਹਿਬ, ਨਹੀਂ ਰੌਲਾ ਤੇ ਵੀ ਪੈਂਦਾ ਹੁੰਦਾ ਕਿ ਪ੍ਰਧਾਨ ਆਪਣੇ ਨੇੜਲੇ ਬੰਦਿਆਂ ਨੂੰ ਰੱਖ ਲੈਂਦੇ ਆ। ਦੇਖੋ ਜੀ, ਮੇਰੇ ਹਲਕੇ ਦੀ ਮੈਂ ਤੁਹਾਨੂੰ ਸੁਣਾ, ਮੈਂ ਪ੍ਰਧਾਨ ਰਹੀ ਹਾਂ ਜੀ। 1 ਸਾਲ 'ਚ ਮੈਂ 3 ਬੰਦੇ ਰੱਖੇ ਸੀ ਆਪਣੇ ਹਲਕੇ ਦੇ। ਹਾਂਜੀ, ਪਤਾ ਕਿਹੜੇ ਰੱਖੇ? 2 ਮੁੰਡੇ ਸੀ MB, ਕੀ ਕਹਿੰਦੇ ਹੁੰਦੇ, BCom ਜੀ, ਇੱਥੇ ਹਮੀਰੀਏ ਪਿੰਡ ਦੇ, ਸ਼ਾਇਦ MBA ਕਿ BCom, ਚਲੋ ਕੁਆਲੀਫਾਈਡ। ਹਾਂ, ਕੁਆਲੀਫਾਈਡ ਜੀ। ਉਹਨਾਂ ਨੂੰ ਮੈਂ ਬਤੌਰ ਕਲਰਕ ਉੱਥੇ RG ਰੱਖਿਆ। 1 ਮਹੀਨੇ ਬਾਅਦ ਛੱਡ ਕੇ ਚਲ ਗਿਆ। ਇੱਕ ਮੁੰਡਾ MA ਸੀ ਪੰਜਾਬੀ, ਉਹਨੂੰ ਮੈਂ ਗੁਰਦੁਆਰਾ ਨਡਾਲੇ ਰੱਖ ਦਿੱਤਾ ਤੇ 13ਵੇਂ ਦਿਨ ਛੱਡ ਕੇ ਚਲ ਗਿਆ ਜੀ। ਦੁਆਬੇ ਵਾਲੇ ਬਹੁਤ ਘੱਟ ਇੱਥੇ ਸੇਵਾ 'ਚ ਜਾਂਦੇ ਆ, ਨੰਬਰ 1, ਕਿਉਂਕਿ ਉਹਨਾਂ ਨੂੰ ਤੇ ਉਹ ਥਾਵਾਂ ਚਾਹੀਦੀਆਂ ਜਿੱਥੇ ਜਾਂ ਬਾਹਰ ਚਲ ਜਾਣ, ਜਿੱਥੋਂ ਲੱਖ 2 ਲੱਖ ਕਮਾਉਣ, ਜਾਂ ਕੋਈ ਐਸੀ ਨੌਕਰੀ ਜਿੱਥੇ 50-60 ਹਜ਼ਾਰ ਰੁਪਇਆ ਮਿਲੇ। ਸੇਵਾ ਕਰਕੇ ਰਾਜੀ ਨਹੀਂ। ਹਾਂ, ਮੈਂ ਇਹ ਮਹਿਸੂਸ ਕਰਦੀ, ਮੈਨੂੰ ਮਾਣ ਵੀ ਇਸ ਗੱਲ ਦਾ ਕਿ ਮਾਝੇ ਦੇ ਸੰਗਤ ਵਿੱਚ ਇੱਕ ਮੈਂ ਦੇਖਿਆ ਜੀ, ਉੱਥੋਂ ਸੇਵਾਦਾਰ ਇੰਨੇ ਸ਼ੌਕ ਨਾਲ ਸੇਵਾ ਕਰਦੇ ਆ, ਇੰਨੀ ਸ਼ਰਧਾ ਨਾਲ ਸੇਵਾ ਕਰਦੇ ਆ, ਇੰਨਾ ਸਤਿਕਾਰ ਦਿੰਦੇ ਆ। ਕੋਈ ਸੇਵਾ ਨੂੰ ਦੇ ਦਿਓ, ਉਹ ਬੜੇ ਪਿਆਰ ਨਾਲ ਕਰਦੇ, ਕਿਉਂਕਿ ਉਧਰ ਅਨਇੰਪਲੋਇਮੈਂਟ ਵੀ ਬਹੁਤ ਹੈ। ਉਧਰ ਜੇ ਬਾਹਰ ਨਹੀਂ ਦੁਨੀਆ ਬਹੁਤੀ ਗਈ ਜੀ, ਇੱਕ ਉਹਨਾਂ ਦੇ ਸੋਰਸਸ ਬਹੁਤ ਘੱਟ ਹੈ। ਉਹ ਫਿਰ ਸੋਚਦੇ ਹੈ ਕਿ ਚਲੋ ਅਸੀਂ ਅੰਮ੍ਰਿਤਧਾਰੀ, ਉੱਥੇ ਹੈ ਵੀ ਜ਼ਿਆਦਾ ਗੁਰਸਿੱਖ ਉੱਧਰ ਹੀ ਹੈ, ਅੰਮ੍ਰਿਤਧਾਰੀ ਵੀ ਜ਼ਿਆਦਾ ਉੱਧਰ ਹੀ ਹੈ। ਸੋ ਜਿੱਥੋਂ ਕਿਸੇ ਨੇ ਸੇਵਾ ਲੈਣੀ ਹੈ ਜੀ, ਉਹਨੂੰ ਕਰਨੀ ਵੀ ਪੈਣੀ ਜੀ। ਠੀਕ ਹੈ। ਜਿਸ ਏਰੀਏ 'ਚ ਨਹੀਂ ਕਿਸੇ ਨੂੰ ਸੇਵਾ ਕਰਕੇ ਰੋਟੀ ਖਾਣ ਦਾ ਸ਼ੌਕ, ਅਸੀਂ ਧੱਕੇ ਨਾਲ ਤਾਂ ਰੱਖ ਨਹੀਂ ਸਕਦੇ। ਇਹ ਭੁਲੇਖੇ ਹੁੰਦੇ ਆ। ਪ੍ਰਧਾਨ
ਜੇ ਕਿਤੇ ਦੇਖੋ ਸਾਡੇ ਵੀ ਲੋਕ ਆਂਦੇ ਆ, ਸਾਡੇ ਕੋਲ ਵੀ ਲੋਕਾਂ ਨੇ ਆਣਾ ਹੁੰਦਾ ਹੈ ਵੀ ਜੀ ਤੁਸੀਂ ਚਲੋ ਉੱਥੇ ਹੈਗੇ ਹੋ, ਸਾਨੂੰ ਮੌਕਾ ਦਿਓ। ਅਸੀਂ ਵੀ ਸੋਚਦੇ ਜੇ ਕਿਤੇ ਜਗ੍ਹਾ ਹੋਵੇ ਤੇ ਚਲੋ ਲਾ ਦਿਓ, ਕੋਈ ਗੱਲ ਨਹੀਂ। ਪਰ ਇੰਨੇ ਵੀ ਨਹੀਂ ਕੋਈ ਭਰਤੀ ਕਰਦਾ। ਜੇ 1 2 3 ਜੇ ਬਾਕੀ ਹਲਕਿਆਂ 'ਚ ਰੱਖੇ ਜਾ ਸਕਦੇ ਆ ਤੇ ਆਪਣੇ 'ਚ ਵੀ ਰੱਖੇ ਜਾ ਸਕਦੇ ਆ। ਸੋ ਮੈਂ ਝੂਠ ਕਿਉਂ ਬੋਲਾਂ ਜੀ, ਜਿੱਥੇ ਕਿਤੇ ਲੋੜ ਪਈ ਹੈ ਪਹਿਲਾਂ ਦੇ ਰੱਖੇ ਹੋਏ, ਕੋਈ 2 4 ਜਿਹੜੇ 5 7 ਹੈ ਉਹ ਪਹਿਲਾਂ ਦੇ ਲੱਗੇ ਹੋਏ ਆ, ਲੰਬੇ ਸਮੇਂ ਤੋਂ 20 22 ਸਾਲ ਤੋਂ 26 ਸਾਲਾਂ ਤੋਂ ਚੱਲਦਾ ਆ ਰਿਹਾ। ਸੋ ਮੈਂ ਸਮਝਦੀ ਹਾਂ ਕਿ ਇੱਕ ਦੂਜੇ ਦੇ ਉੱਤੇ ਇਦਾਂ ਦੇ ਤੋਹਮਤਬਾਜ਼ੀ ਲਾਉਣੀ ਗਲਤ ਹੈ। ਅਸੀਂ ਤੇ ਦੇਖਣਾ ਹੁੰਦਾ ਬੱਚਾ, ਦੇਖੋ ਕਈ ਵਾਰੀ ਇੰਨੇ ਗਰੀਬ ਹੁੰਦਾ ਬੱਚਾ ਵੀ ਆਪ ਹੀ ਤਰਸ ਆਉਂਦਾ, ਕੋਈ ਵੀ ਸਿਫਾਰਿਸ਼ ਨਾ ਹੋਵੇ ਤਾਂ ਵੀ ਕਹਿੰਦਾ ਬੱਚੇ ਨੂੰ ਮੌਕਾ ਦੇ। ਬੀਬੀ ਜੀ ਮੈਂ ਇੱਕ ਸਵਾਲ ਪੁੱਛਣਾ, ਦੇਖੋ ਹਰਿਆਣੇ ਦੇ ਵਿੱਚੋਂ ਸਾਡੀ ਸਮਝ ਗਲਤ ਹੋ ਸਕਦੀ ਹੈ ਜੀ, ਤੁਹਾਡਾ ਤਜਰਬਾ ਬਹੁਤ ਲੰਬਾ ਚੌੜਾ, ਕੈਬਨਿਟ ਮਿਨਿਸਟਰ ਰਹਿਣਾ, MLA ਰਹਿਣਾ, ਪ੍ਰਧਾਨ ਬਣਨਾ ਕੋਈ ਛੋਟੀ ਗੱਲ ਨਹੀਂ। ਅਸੀਂ ਤਾਂ ਸੁਰਤ ਵੀ ਨਹੀਂ ਸਾਂਭੀ ਹੋਣੀ ਜਦੋਂ ਤੁਸੀਂ ਸਰਕਾਰ ਮਾ। ਪਰ ਇਹ ਲੱਗਦਾ ਕਿ ਹਰਿਆਣੇ ਦੇ ਵਿੱਚੋਂ ਸੰਗਤ ਨੇ ਜਾਣੀ ਕਿ ਹੁਣ ਤੱਕ ਤਾਂ ਠਾਠਾਂ ਵੱਜਣੀਆਂ ਚਾਹੀਦੀਆਂ ਸੀ, ਨਹੀਂ ਜੀ ਅਸੀਂ SGPC ਨਾ ਰਹਿਣਾ। ਕਿਉਂਕਿ ਜੇ ਸਾਨੂੰ ਪਤਾ 100 ਸਾਲ ਪੁਰਾਣੀ ਸੰਸਥਾ, ਉਹਨਾਂ ਨੂੰ ਵੀ ਪਤਾ ਹੈ। ਜੇ 1966 ਤੋਂ ਪਹਿਲਾਂ ਦੇ ਲੋਕ ਹਰਿਆਣੇ 'ਚ ਅੱਜ ਵੱਸਦੇ ਹੋਣੇ ਆ, ਉਹਨਾਂ ਨੂੰ ਪਤਾ ਹੋਣਾ ਕਿ ਭਾਈ ਕੀ ਚੀਜ਼ ਹੈ। ਅੱਜ ਜੇ ਆਮ ਸੰਗਤ ਦੇ ਵਿੱਚੋਂ ਕੋਈ ਨਹੀਂ ਉੱਠਿਆ, ਮੈਨੂੰ ਜੋ ਲੱਗਦਾ ਤੁਸੀਂ ਉਹਨਾਂ ਗੱਲਾਂ ਨੂੰ ਗਲਤ ਸਿੱਧ ਕਰ ਸਕਦੇ ਹੋ, ਤੁਹਾਡਾ ਅਧਿਕਾਰ ਹੈ। ਪਿਛਲੇ ਸਮੇਂ ਦੇ ਵਿੱਚ ਇਹ ਚਰਚਾ ਚੱਲੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੇ ਆਮ ਸੰਗਤ ਦੂਰੋਂ ਆਉਂਦੀ ਹੈ, ਉਹਨਾਂ ਨੂੰ ਕਮਰਿਆਂ ਨੂੰ ਕਈ ਵਾਰੀ ਇਨਕਾਰ ਕਰ ਦਿੱਤਾ ਜਾਂਦਾ, ਸਿਫਾਰਸ਼ੀਆਂ ਨੂੰ ਕਮਰੇ ਦਿੱਤੇ ਜਾਂਦੇ। ਚਰਚਾ ਚੱਲਦੀ ਮੈਂ ਕਹਿੰਦਾ। ਦੂਸਰੀ ਗੱਲ, ਇੱਕ ਪਿਛਲੇ ਸਮੇਂ 'ਚ ਰੌਲਾ ਪੈਂਦਾ ਸੀ ਕਿ ਕੋਈ ਮੁੱਦਾ ਉੱਠਦਾ ਹੈ, ਉਹਦੀ ਕਮੇਟੀ ਬਣਾਤੀ ਜਾਂਦੀ ਹੈ ਤੇ ਫਾਈਲ ਚੱਕ ਕੇ ਟਰੰਕ 'ਚ ਬਾਹਰ ਜਾਂਦਾ। ਬੜੇ ਮੁੱਦੇ ਨੇ, ਕਮੇਟੀਆਂ ਬਣੀ ਜਾਂਦੀਆਂ, ਫਾਈਲਾਂ ਦਾ ਢੇਰ ਵੱਡਾ ਹੋਈ ਜਾਂਦਾ। ਸੰਗਤ ਕਿਤੇ ਨਾ ਕਿਤੇ ਯਕੀਨ ਵਿਸ਼ਵਾਸ ਸੰਗਤ ਦਾ ਥੋੜ੍ਹਾ ਜਿਹਾ ਉਹਦੇ ਨਾਲ ਡੋਲਿਆ, ਕਿਉਂਕਿ ਪਾਰਦਰਸ਼ਤਾ ਚਾਹੀਦੀ। ਤੀਸਰੀ ਇੱਕ ਗੱਲ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਮੈਨੂੰ ਲੱਗਦਾ ਕਿ ਸਾਰੇ ਇਸ਼ੂ ਦੇ ਉੱਤੇ, ਉਹ ਇਹ ਸੀ ਕਿ ਅਚਾਨਕ ਨਹੀਂ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ। ਤੁਸੀਂ ਬਹੁਤ ਕੁਝ ਆਖਿਆ ਇਸ ਮੁੱਦੇ ਤੇ। 20-25 ਸਾਲ ਪਹਿਲਾਂ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ, ਸਾਨੂੰ ਵੱਖਰੀਆਂ ਚਾਹੀਦੀਆਂ ਤੇ ਕਿਸੇ ਬਾਹਰਲੇ ਨੇ ਕੀਤੀਆਂ, ਆਪਣੇ ਸਿੱਖਾਂ ਨੇ ਕੀਤੀਆਂ। ਤੁਸੀਂ ਜਾ ਕੇ ਪੈਂਫਲੇਟ ਵੰਡਣ ਦੀ ਵੀ ਗੱਲ ਕਰ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਇਹ ਅਹਿਸਾਸ ਹੋ ਗਿਆ ਸੀ ਕਿ ਭਾਈ ਉੱਥੇ ਕੁਝ ਸਿੱਖ ਮੰਗ ਕਰ ਰਹੇ ਆ, ਚਾਹੇ ਉਹਨਾਂ ਦੀ ਮਨਸ਼ਾ ਕੋਈ ਵੀ ਹੋਵੇ, ਉਹਦੇ ਤੋਂ ਬਾਅਦ ਤਾਂ ਹਰਿਆਣੇ ਦੇ ਵਿੱਚ ਐਸੀ ਪ੍ਰਚਾਰ ਦੀ ਲਹਿਰ ਚੱਲਣੀ ਚਾਹੀਦੀ ਸੀ। ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਤ ਦੱਸਣਾ ਚਾਹੀਦਾ ਸੀ। ਆਪਣੇ ਕੋਲ ਮੈਨ ਪਾਵਰ, ਪੈਸੇ, ਚੜਾਵੇ ਦੇ ਸਾਰਾ ਕੁਝ ਹੈਗਾ। ਅਸੀਂ ਫੇਲ ਕਿੱਥੇ ਹੋਏ ਆ ਕਿ ਭਾਈ ਅੱਜ ਕੋਈ ਵੀ ਨਹੀਂ ਬੋਲ ਰਿਹਾ ਤੇ ਉਹ ਆਪਣੇ ਕੰਮ 'ਚ ਸਫਲ ਹੋ ਗਏ। ਤੁਸੀਂ ਕਿਹਾ ਜੀ ਐਕਟ ਦੀ ਵਿਰੋਧਤਾ, ਕਿ SGPC ਉੱਥੇ ਮਜ਼ਬੂਤ ਵਕੀਲ ਨਹੀਂ ਸੀ ਪੇਸ਼ ਕਰ ਸਕਦੀ ਵਧੀਆ ਤਰੀਕੇ ਨਾਲ। ਅਗਲੇ ਦੱਸਦੇ ਕਿ ਭਾਈ ਇਹ ਹੋ ਹੀ ਨਹੀਂ ਸਕਦਾ, ਫੈਸਲਾ ਕਿੱਦਾਂ ਉਲਟ ਹੋ ਜਾਂਦਾ। ਜਦੋਂ ਆਵਾਜ਼ ਉੱਠੀ ਸੀ ਨਾ ਜੀ, ਉਦੋਂ ਹੀ ਪੈਂਫਲੇਟ ਵੰਡੇ ਸੀ। ਠੀਕ ਹੈ ਜੀ। ਤੇ ਉਦੋਂ ਹੀ 11 ਦੇ 11 ਹੀ ਸਾਰੇ ਜਿੱਤੇ ਸੀ। ਠੀਕ, ਉਹਦੇ ਤੋਂ ਬਾਅਦ ਉਸ ਤੋਂ ਬਾਅਦ ਹੀ ਜਿੱਤੇ ਨਾ 2011 'ਚ। ਠੀਕ ਹੈ ਜੀ। ਉਸ ਤੋਂ ਬਾਅਦ ਹੀ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਤਾਂ ਗਲਤ ਨੇ ਰੋਲ ਬੰਦੇ। ਅੱਜ ਉਹ ਨਾਲ ਨੇ ਸਾਰੇ। ਉਹ ਵੱਖਰੀ ਗੱਲ ਹੈ ਕਿ ਅੱਜ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਵੱਖਰਾ ਬਣਾਤਾ। ਫਿਰ ਤੁਹਾਨੂੰ ਦੱਸਿਆ ਤਾਂ ਹੈ ਨਾ ਕਿ ਦਖਲਅੰਦਾਜ਼ੀਆਂ ਸਰਕਾਰ ਦੀਆਂ ਕਿੱਦਾਂ ਹੋ ਰਹੀਆਂ। ਉਹਨਾਂ ਨੇ ਵੱਖਰਾ ਬਣਾਤਾ, ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕਰ ਲਈ। ਉਹ ਬਣਾਤੇ ਸ਼੍ਰੋਮਣੀ, ਉਹ ਸਾਡੇ ਹੀ ਨੁਮਾਇੰਦੇ ਸੀ ਜਿਹੜੇ ਵਰਕਰ ਜਿਹੜੇ, ਉਹਨਾਂ ਤੋਂ ਥੋੜ੍ਹੇ ਜਿਹੇ ਲੈ ਕੇ 5-7 ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਬਣਾਤਾ, 5 ਮੈਂਬਰੀ ਟੀਮ ਬਣਾਤੀ। ਮੈਂਬਰ ਸਾਡੇ ਕੋਲ ਹੈ। ਹੁਣ ਸਮਝ ਨਹੀਂ ਆਉਂਦੀ ਕਿ ਉਹ ਵਿਚਾਰੇ ਉਹ ਜਿਹੜੇ ਮੈਂਬਰ ਹੈ ਉਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਜੀ, ਉਹੀ ਸਾਰਾ ਪ੍ਰਬੰਧ ਕਰ ਰਹੇ ਉੱਥੇ। ਉੱਥੇ ਦਾ ਸੀਨੀਅਰ ਮੀਤ ਪ੍ਰਧਾਨ ਵੀ ਹੈ, ਉੱਥੇ ਦੇ ਮੈਂਬਰ ਪਹਿਲਾਂ ਵੀ ਰਹੇ, ਸੀਨੀਅਰ ਮੀਤ ਪ੍ਰਧਾਨ ਅੱਗੇ ਵੀ ਰਿਹਾ ਬਲਦੇਵ ਸਿੰਘ ਜੀ ਸਾਡੇ ਕਾਇਮਪੁਰੀ। ਸੋ ਇਹ ਸਾਰੇ ਮੈਂਬਰ ਸਾਡੇ ਨਾਲ ਹੈ, ਉਹ ਸਾਰੀ ਸੰਗਤ ਦੀ ਨੁਮਾਇੰਦਗੀ ਕਰਦੇ ਆ। ਜਾਣਦੇ ਹੋਏ ਨਾ ਕਿ ਮੈਂਬਰ ਸਾਡੇ ਖਿਲਾਫ ਬੋਲ ਰਹੇ ਆ, ਮੈਂਬਰ ਤਾਂ ਬੋਲਦੇ ਹੀ ਨਹੀਂ, ਮੈਂਬਰ ਤਾਂ ਸਾਡੇ ਨਾਲ ਹੈ, ਮੀਟਿੰਗਾਂ 'ਚ ਆਉਂਦੇ ਨੇ, ਗੱਲ ਵੀ ਕਰਦੇ ਆ। ਉਹ ਪਰੇਸ਼ਾਨ। ਅੱਛਾ, ਹਰਭਜਨ ਸਿੰਘ ਮਸਾਣਾ ਮੈਂਬਰ ਹੈ ਕੁਰਕਸ਼ੇਤਰ ਦੇ, ਉਹ ਭੇਵੇ ਚੋਂ ਲੜੇ ਜੀ। ਇਹ ਜਿਹੜੀ ਪਾਈ ਸੀ ਨਾ ਜੀ ਪਟੀਸ਼ਨ ਪਾਈ ਵੀ ਉਹਨੇ ਸੀ, ਉਹਨੇ ਲੜੀ ਔਰ ਅਸੀਂ ਬਾਅਦ ਚ ਪਾਇਆ ਸੀ ਵੀ ਸਾਨੂੰ ਇਹਦਾ ਬਣਾਇਆ ਜਾਵੇ ਜੀ, ਵਿੱਚ ਸਾਨੂੰ ਐਡ ਕਰ ਲਿਆ ਜਾਵੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸ਼੍ਰੋਮਣੀ ਕਮੇਟੀ ਉਹ ਇਕੱਲਾ ਲੜੇਗਾ ਤੇ ਸਾਡਾ ਵੀ ਵਿੱਚ ਪਾਇਆ ਜਾ। ਹੁਣ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਸਟੇਟ ਦੇ ਪਰਵਿਊ ਵਿੱਚ ਨਹੀਂ ਸੀ ਜੀ, ਉਹ ਸਟੇਟਾਂ ਨੇ ਐਕਟ ਬਣਾਤਾ। ਅਸੀਂ ਸੋਚਿਆ ਵੀ ਇਹ ਤੇ ਕਾਨੂੰਨੀ ਤੌਰ ਤੇ ਗਲਤ ਹੈ। ਦੂਜੇ ਪਾਸੇ ਅਸੀਂ ਵੀ ਵਕੀਲ ਵੱਡੇ ਵੱਡੇ ਕੀਤੇ, ਕੋਈ ਇਹ ਨਹੀਂ ਕਿ ਕੀਤਾ। ਦਵੇਦੀ ਵਰਗੇ ਵਕੀਲ ਸੀ, ਵੱਡੇ ਸਿਆਣੇ ਸੀਗੇ। ਔਰ ਪੰਜਾਬ ਪਹਿਲਾਂ ਤੇ ਸਰਦਾਰ ਮਨਮੋਹਨ ਸਿੰਘ ਸੀ ਜਦੋਂ ਪ੍ਰਧਾਨ ਮੰਤਰੀ ਜੀ, ਉਦੋਂ ਬਾਦਲ ਸਾਹਿਬ ਵੀ ਉਹਨਾਂ ਕੋਲ ਗਏ, ਮੈਂ ਵੀ ਉਹਨਾਂ ਕੋਲ ਗਈ। ਉਹਨਾਂ ਕਿਹਾ ਬਾਦਲ ਸਾਹਿਬ ਮੈਂ ਕਮੇਟੀ ਨਹੀਂ ਟੁੱਟਣ ਦੇਣੀ। ਮੇਰੇ ਫਾਦਰ ਆਪ ਜੇਲ੍ਹ 'ਚ ਗਏ ਸੀ, ਮੈਨੂੰ ਬੜਾ ਦਰਦ ਹੈ, ਜਦ ਤੱਕ ਮੈਂ ਇੱਥੇ ਕੁਰਸੀ ਤੇ ਬੈਠਾ ਨਾ ਇਹ ਕਮੇਟੀ ਨਹੀਂ ਟੁੱਟ ਸਕਦੀ ਜੀ। ਦੁੱਖ ਦੀ ਗੱਲ ਇਹ ਹੈ ਜਦੋਂ ਹੁੱਡੇ ਦੀ ਸਰਕਾਰ ਆ ਗਈ ਉੱਥੇ ਉਹਨੇ ਮਤਾ ਪਾਤਾ, ਸਿਰਫ ਕਾਹਦੇ ਲਈ ਕਿ ਸ਼ਾਇਦ ਇਹ ਇਸ ਕਰਕੇ ਅਸੀਂ ਇਹਨਾਂ ਨੂੰ ਦੱਸਾਂਗੇ ਦੇਖੋ ਜੀ ਤੁਹਾਡਾ ਸਾਰਾ ਪੈਸਾ ਲਈ ਜਾਂਦੇ ਜੀ, ਅਸੀਂ ਤੁਹਾਡੀ ਕਮੇਟੀ ਬਣਾਤੀ। ਉਹਨੇ ਐਕਟ ਆਪਣਾ ਬਣਾਤਾ ਜਿਹੜਾ ਬਣਾ ਨਹੀਂ ਸੀ ਸਕਦਾ ਐਜ਼ ਪਰ ਰੂਲਸ।
ਦੂਜੇ ਪਾਸੇ ਬਾਦਲ ਸਾਹਿਬ ਨੇ ਤੇ ਆਪਣੀ ਸਰਕਾਰ 'ਚ ਕਹਿਤਾ ਵੀ ਅਸੀਂ ਸਹਿਮਤ ਨਹੀਂ, ਇਸ ਗੱਲ ਦੇ ਨਾਲ ਨਹੀਂ ਬਣਨੀ ਚਾਹੀਦੀ, ਇਹ ਗਲਤ ਹੈ। ਕੈਪਟਨ ਸਾਹਿਬ ਦੀ ਸਰਕਾਰ ਆਈ ਤੇ ਉਹਨੇ ਵੀ ਨਾਲ ਹੀ ਐਫੀਡੇਵਿਟ ਦੇ ਦਿੱਤਾ, ਕਿਉਂਕਿ ਇਹ ਚਾਹੁੰਦੇ ਸੀ ਵੀ ਆਪਾਂ ਸਰਕਾਰਾਂ ਬਣਾਉਣੀਆਂ ਤੇ ਸਾਨੂੰ ਕੀ ਲੋੜ ਹੈ ਹਰਿਆਣਾ ਦੀ ਸਰਕਾਰ ਬਣ ਜੇ। ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਆ ਗਈ, ਖੱਟਰ ਸਾਹਿਬ ਨੇ ਕੁਝ ਦੇਖਿਆ ਨਹੀਂ ਸੁਣਿਆ, ਨਾਲ ਹੀ ਉਹੀ ਚੇਪ ਦਿੱਤਾ ਵੀ ਠੀਕ ਹੈ ਜੀ ਹਰਿਆਣਾ, ਕਿਉਂਕਿ ਉਹ ਜਿਹੜੇ ਨਾਲ ਤੁਰੇ ਫਿਰਦੇ ਨਾ ਬੰਦੇ ਜਿਸ ਤਰ੍ਹਾਂ ਦਾਦੂਵਾਲ ਵਰਗੇ ਜਾਂ ਦੂਜੇ, ਉਹਨਾਂ ਨੂੰ ਖੁਸ਼ ਕਰਨ ਦੇ ਖਾਤਰ ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਸਾਡੇ ਸਿੱਖ ਚਿਹਰੇ ਆ ਜਾਣਗੇ, ਸਾਡੇ ਨਾਲ ਤੁਰ ਪੈਣਗੇ, ਸਾਡੀ ਤਾਕਤ ਬਣ ਜਾਏਗੀ। ਜਦੋਂ ਫਿਰ ਉਸ ਤੋਂ ਬਾਅਦ ਹੁਣ ਆਹ ਸਰਕਾਰ ਆਈ ਹੈ ਜੀ, ਬੜੀ ਦੁੱਖ ਦੀ ਗੱਲ, ਦੁੱਖ ਤੇ ਆਹੀ ਆ ਰਿਹਾ ਹੈ ਵੀ ਇਹਨਾਂ ਸਰਕਾਰਾਂ ਨੂੰ, ਸਾਡੀਆਂ ਸਰਕਾਰਾਂ ਤੇ ਜੇ ਪੰਜਾਬ ਦੇ ਹਿੱਤੂ ਨੇ ਜਾਂ ਸ਼੍ਰੋਮਣੀ ਕਮੇਟੀ ਦੇ, ਅਸੀਂ ਤਾਂ ਕਹਿੰਦੇ ਆ, ਲੋਕੀ ਸਾਨੂੰ ਕਹਿੰਦੇ ਜੀ ਬਾਕੀ ਸਰਕਾਰਾਂ ਦੇ ਵਿੱਚ ਸਿੱਖ ਨਹੀਂ, ਬਾਕੀ ਪਾਰਟੀਆਂ ਸਿੱਖ ਨਹੀਂ, ਅਸੀਂ ਕਹਿੰਦੇ ਹੈਗੇ। ਸਿੱਖਾਂ ਦਾ ਸਨਮਾਨ ਇੱਕੋ ਜਿਹਾ, ਜਿਹੜੀ ਮਰਜ਼ੀ ਪਾਰਟੀ 'ਚ ਹੋਣ, ਪਰ ਕਮ ਸੇ ਕਮ ਉਹਨਾਂ ਨੂੰ ਵੀ ਚਾਹੀਦਾ ਨਾ ਵੀ ਜੇ ਅੱਜ ਸਿੱਖਾਂ ਧੱਕਾ ਹੋ ਰਿਹਾ ਸਿੱਖਾਂ ਨੂੰ, ਤੇ ਉਹਨਾਂ ਨੂੰ ਵੀ ਬੋਲਣਾ ਚਾਹੀਦਾ। ਜੇ ਅੱਜ ਤੁਸੀਂ ਕਹਿੰਦੇ ਦਿੱਲੀ ਕਮੇਟੀ ਵੱਖਰੀ ਹੋਈ ਜੀ, ਦੇਖੋ ਜੀ ਦਿੱਲੀ ਕਮੇਟੀ ਸਾਡੇ ਕੋਲ ਹੈ ਹੀ ਨਹੀਂ ਸੀ, ਉਹ ਗੁਰਦੁਆਰੇ ਨਹੀਂ ਸੀ ਸਾਡੇ ਕੋਲ, ਸਾਡੇ ਕੋਲ ਇਕੱਲੇ ਵੱਡੇ ਪੰਜਾਬ ਦੇ ਗੁਰਦੁਆਰੇ ਸੀ। ਦਿੱਲੀ ਕਮੇਟੀ ਤੇ 1972 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹੀ ਉੱਥੇ ਸੰਘਰਸ਼ ਕਰਕੇ ਤੇ ਐਕਟ ਤਿਆਰ ਕਰਵਾਇਆ ਸੀਗਾ, ਔਰ ਉੱਥੇ 9 ਗੁਰਦੁਆਰੇ ਹੈ, ਉਹ 9 ਗੁਰਦੁਆਰੇ ਹੈ, ਉਹਦਾ ਉਹ ਸੇਵਾ ਸੰਭਾਲ ਕਰਦੇ ਜੀ। ਵੱਡਾ ਜਿਹਦਾ ਬੰਗਲਾ ਸਾਹਿਬ ਰਕਾਬਗੰਜ ਦਾ ਜ਼ਿਆਦਾ ਹੈਗਾ, ਸੀਸਗੰਜ ਸਾਹਿਬ, ਬਾਕੀ ਤੇ ਗੁਰਦੁਆਰੇ ਦਾ ਬਹੁਤਾ ਪਤਾ ਹੀ ਨਹੀਂ ਸੰਗਤ ਨੂੰ। ਸੋ ਕਹਿਣ ਤੋਂ ਭਾਵ ਹੈ ਕਿ ਉਹ ਹੁਣ ਸਿਰਫ ਇਸ ਕਰਕੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜੀ, ਸਿਆਸੀ ਲੜਾਈ ਬਣਾ ਕੇ ਵੀ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕਰੋ, ਇਹ ਤਾਂ ਕਮਜ਼ੋਰ ਹੁੰਦਾ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋ ਜੇ। ਇੱਥੇ ਗੱਲ ਆਉਂਦੀ ਹੈ ਜੀ। ਮੈਂ ਹੁਣ ਨਹੀਂ ਇੱਕ ਮਿੰਟ ਪਲੀਜ਼, ਉਹ ਇਸ ਲਈ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਤਾਂ ਹੁੰਦਾ ਹੈ, ਪਹਿਲਾਂ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਲੀਡਰਲੈਸ ਕਰੋ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੀਡਰ ਸੀਗਾ, ਲੰਬਾ ਸਮਾਂ ਚੱਲਿਆ, ਸਰਕਾਰਾਂ ਵੀ 5 ਵਾਰੀ ਮੁੱਖ ਮੰਤਰੀ ਬਣਿਆ ਜੀ। ਹੁਣ ਇੱਕ ਵਾਰੀ 5 ਵਾਰੀ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਰਿਹਾ ਹੋਵੇ, ਉਹਨੇ ਕੰਮ ਵੀ ਕੀਤੇ ਜੀ, ਲੋਕਾਂ ਦੀਆਂ ਸਹੂਲਤਾਂ ਵੀ ਦਿੱਤੀਆਂ, ਸਹਾਇਤਾ ਵੀ ਕੀਤੀਆਂ। ਹੁਣ ਉਸ ਵਿਅਕਤੀ ਨੂੰ ਕਮਜ਼ੋਰ ਕਰਨ ਲਈ ਬਹੁਤ ਸਾਰੀਆਂ ਝੂਠੀਆਂ ਵੀ, ਬਹੁਤ ਸਾਰੇ ਗਲਤ ਪ੍ਰਚਾਰ ਕਰਕੇ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ੀਰੋ ਕਰਨ ਲਈ ਇਹ ਸਰਕਾਰ 'ਚ ਕੂੜ ਪ੍ਰਚਾਰ, ਇਹ ਸਰਕਾਰ ਜਿਹੜੀ ਬਣੀ ਜੀ ਕੂੜ ਪ੍ਰਚਾਰ ਨਾ ਬਣੀ। ਠੀਕ ਹੈ ਜੀ। ਨਸ਼ਿਆਂ ਦਾ ਜੀ, ਹੁਣ ਨਸ਼ੇ ਘਟ ਗਏ, ਚਲ ਦੱਸੋ, ਨਸ਼ੇ ਕਾਂਗਰਸ ਵੇਲੇ ਨਹੀਂ ਸੀ, ਨਸ਼ੇ ਅੱਜ ਨਹੀਂ, ਇਹ ਤਾਂ ਨਸ਼ੇ ਬੰਦ ਹੋ ਹੀ ਨਹੀਂ ਸਕਦੇ, ਵਰਲਡ ਪ੍ਰੋਬਲਮ। ਆਪਾਂ ਮੇਰੇ ਖਿਆਲ ਤੁਸੀਂ ਤੇ ਸਾਰੇ ਜਾਣਦੇ ਹੋ ਵਰਲਡ ਪ੍ਰੋਬਲਮ ਹੈ। ਹੁਣ ਉਹ ਨਸ਼ੇ ਇੱਕ ਦੇ ਉੱਤੇ ਜ਼ੋਰ ਲੱਗ ਗਿਆ, ਲੋਕਾਂ ਨੇ ਸੋਚਿਆ ਆਹ ਬਾਦਲ ਖਰੇ ਕਿੱਥੋਂ ਲਿਆਉਂਦੇ ਨਸ਼ੇ, ਹੁਣ ਕਿੱਥੋਂ ਆਉਂਦੇ? ਹੁਣ ਤੇ ਗੁਜਰਾਤ ਵੱਲੋਂ ਵੀ ਫੜੇ ਜਾਂਦੇ ਆ, ਇੱਧਰ ਵੀ ਆ ਜਾਂਦੇ ਆ, ਜਹਾਜ਼ਾਂ ਤੇ ਵੀ ਆਈ ਜਾਂਦੇ, ਤੇ ਬਾਰਡਰ ਤੋਂ ਵੀ ਆਈ ਜਾਂਦੇ, ਤੇ ਗੁਜਰਾਤ ਦੇ 에ਅਰਪੋਰਟ ਉੱਤੇ ਵੀ ਆਈ ਜਾਂਦੇ, ਪੋਰਟ ਤੇ ਵੀ ਆਈ ਜਾਂਦੇ। ਬੀਬੀ ਜੀ ਮੇਰਾ ਇੱਕ ਸਵਾਲ, ਤੁਸੀਂ ਇਹ ਗੱਲ ਜਦੋਂ ਕਹੀ ਨਾ ਕਿ ਅਕਾਲੀ ਦਲ ਕਮਜ਼ੋਰ ਕਰਨਾ ਸੀ, ਉਹਨਾਂ ਨੇ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਹੋਇਆ। ਉਹਨਾਂ ਨੇ ਕਿਹਾ ਜੀ ਸ਼੍ਰੋਮਣੀ ਕਮੇਟੀ ਕਮਜ਼ੋਰ ਕਰ ਦਿਓ, ਅਕਾਲੀ ਦਲ ਕਮਜ਼ੋਰ ਹੋ ਜੂ। ਤੁਸੀਂ ਫਿਰ ਸਰਕਾਰਾਂ ਦਾ ਜ਼ਿਕਰ ਕੀਤਾ ਕਿ ਮੌਜੂਦਾ ਸਰਕਾਰ ਨੇ ਵੀ, ਮੈਂ ਜੇ ਚੇਤਾ ਕਰਾਂ ਤਾਂ ਮੈਂ 2016 ਦਾ ਚੇਤਾ ਕਰਦਾ। 2016 ਦੇ ਵਿੱਚ ਜਾਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਸੀ, ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ, ਉਧਰ ਕੇਂਦਰ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ। ਜਾਣੀ ਇਹ ਮੰਤਰੀ ਸੀ ਵਿੱਚ, ਹਾਂਜੀ ਨਹੀਂ ਮੈਂ ਕਹਿ ਨਹੀਂ ਰਿਹਾ ਸੀਗੇ, ਹਾਂਜੀ ਸੀਗੇ, ਉਹ ਨਹੀਂ ਮੰਤਰੀ ਸੀ, ਤੁਹਾਡੀ ਪਾਰਟੀ ਭਾਈਵਾਲ ਸੀ ਅਕਾਲੀ ਦਲ। ਜਾਣੀ ਉਹ ਜਿਹੜੇ ਐਫੀਡੈਵਿਟ ਜੇ ਹੁੱਡਾ ਸਾਹਿਬ ਦੀ ਸਰਕਾਰ ਨੇ ਉਹ ਕੰਮ ਕਰ ਦਿੱਤਾ ਸੀ, ਆਪਾਂ ਕੇਂਦਰ ਦੇ ਵਿੱਚ ਕੁਰਸੀ ਲੈ ਲਈ, ਆਪਾਂ ਕੇਂਦਰ ਦੇ ਵਿੱਚ ਭਾਈਵਾਲ ਬਣੇ, ਕੋਈ ਗੱਲ ਨਹੀਂ, ਪੰਜਾਬ ਨੂੰ ਤਾਂ ਚਾਹੀਦਾ ਆ ਸਾਡੇ ਭਾਈਵਾਲ ਕੇਂਦਰ ਦੇ ਵਿੱਚ, ਹੁਣ ਪੰਜਾਬ 'ਚ ਪ੍ਰੋਜੈਕਟ ਤਾਂ ਹੀ ਆਉਣਗੇ, ਪਰ ਉਦੋਂ ਦੇਰੀ ਕਿਉਂ ਕੀਤੀ? ਉਦੋਂ ਰੱਦ ਕਰਾਉਣਾ ਚਾਹੀਦਾ ਸਾਰਾ ਕੁਝ। ਜੇ ਇੱਕ ਵਿਧਾਨ ਸਭਾ ਦੇ ਵਿੱਚੋਂ ਉਹ ਚੀਜ਼ ਪਾਸ ਹੋ ਸਕਦੀ ਹੈ, ਦੂਜੀ ਵਾਰੀ ਫੇਲ ਵੀ ਤਾਂ ਕਰਾਈ ਜਾ ਸਕਦੀ ਹੈ ਨਾ। ਸਹਿਜਧਾਰੀ ਮੁੱਦਾ ਉੱਥੋਂ ਹੀ ਰੱਦ ਹੋਇਆ ਜੀ, ਪਾਰਲੀਮੈਂਟ 'ਚ ਹੋਇਆ ਜੀ। ਸਹਿਜਧਾਰੀ ਦੀ ਜਿਹੜੀ ਡੈਫੀਨੇਸ਼ਨ ਸੀ ਉੱਥੋਂ ਹੋਇਆ ਕਿ ਜਿਹੜਾ ਸਿੱਖ ਹੈ, ਪੂਰਨ ਸਿੱਖ ਹੈ, ਉਹੀ ਵੋਟ ਪਾ ਸਕਦਾ। ਸਹਿਜਧਾਰੀ ਸ਼ਬਦ ਸਾਡੇ ਸਿੱਖ 'ਚ ਆਉਂਦਾ ਹੀ ਨਹੀਂ, ਸਿੱਖੀ 'ਚ ਜਾਂ ਦਾ ਪਤਿਤ ਜੀ, ਜਾਂ ਸਿੱਖ ਤੇ ਜਾਂ ਸਿੰਘ ਖਾਲਸਾ। ਤੇ ਸਹਿਜਧਾਰੀ ਤੇ ਚਲੋ ਦੂਜੇ ਧਰਮ ਵਿੱਚ ਕੋਈ ਹੈਗਾ, ਉਹਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਪਿਆਰ ਹੋ ਗਿਆ, ਉਹ ਸਹਿਜ ਦੀ ਅਵਸਥਾ, ਉਹਨੇ ਸਹਿਜ ਦੇ ਨਾਲ ਧਾਰਨ ਕਰ ਲਈ ਜੀ, ਸਹਿਜ ਵਿੱਚ ਆ ਗਿਆ। ਉਹਨੇ ਜਿੱਦਾਂ ਮਾਸਟਰ ਤਾਰਾ ਸਿੰਘ ਸੀਗੇ, ਦੇਖੋ ਕਿੱਡੇ ਗੁਰਸਿੱਖ ਬਣੇ ਤੇ ਉਹਨਾਂ ਨੇ ਪ੍ਰਧਾਨਗੀ ਦੀ ਕੁਰਸੀ ਲਈ ਜੀ। ਮਤਲਬ ਇਹਦਾ ਮਤਲਬ ਉਹਨਾਂ ਦੇ ਵਿੱਚ ਗੁਰੂ ਦੇ ਪਿਆਰ ਆਇਆ, ਗੁਰੂ ਦੀ ਬਾਣੀ ਵਸੀ, ਗੁਰੂ ਦੀ ਬਾਣੀ ਤੇ ਚੱਲੇ ਜੀ, ਤੇ ਕਿੱਡਾ ਵੱਡਾ ਮਾਣ ਗੁਰਸਿੱਖਾਂ ਨੇ ਦਿੱਤਾ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਸੋ ਇਹ ਜਿਹੜਾ ਉੱਥੇ ਉਹ ਕਿਤੇ ਹੋਰ ਕਿਤੇ ਕਿਉਂ ਨਹੀਂ ਹੋਇਆ, ਸਟੇਟ ਵਿੱਚ ਕਿਉਂ ਨਹੀਂ ਹੋਇਆ ਜੀ, ਪਾਰਲੀਮੈਂਟ 'ਚ ਪਾਸ ਹੋਇਆ। ਜੇ ਕਿਤੇ ਔਰਤਾਂ ਦਾ 25% ਦਿੱਤਾ ਸੀਗਾ, ਅੱਜ 30 ਸੀਟਾਂ ਨੇ, ਉਹ ਹੋਮ ਮਿਨਿਸਟਰ ਨੇ ਉਦੋਂ ਨੋਟੀਫਿਕੇਸ਼ਨ ਕਰ ਦਿੱਤੀ, ਉਹ ਉੱਥੇ ਪਾਸ ਹੋ ਗਿਆ ਸੀਗਾ।
ਇਹ ਵੀ ਸਾਡੀ ਮੈਂ ਕਹਿੰਦੀ ਗਲਤੀ ਸੀ ਵੀ ਸਿੱਧਾ ਨੋਟੀਫਿਕੇਸ਼ਨ ਹੋਮ ਮਿਨਿਸਟਰ ਤੋਂ ਕਰਾਉਣਾ ਨਹੀਂ ਚਾਹੀਦਾ ਜੀ। ਇਹ ਵੀ ਪਾਰਲੀਮੈਂਟ 'ਚ ਹੋਣਾ ਚਾਹੀਦਾ ਜੀ। ਚਲੋ ਉਹਨਾਂ ਸੋਚਿਆ ਵੀ ਹੋ ਠੀਕ ਗਿਆ ਹੈ ਜੀ। ਔਰਤਾਂ ਨੂੰ ਹੱਕ ਮਿਲ ਗਿਆ। ਦੇਖੋ ਸਭ ਤੋਂ ਪਹਿਲਾਂ ਹੱਕ 1925 ਤੋਂ ਲੈ ਕੇ ਜੇ ਕਿਸੇ ਨੇ ਵੋਟ ਦਾ ਵੀ ਅਧਿਕਾਰ ਦਿੱਤਾ ਨਾ ਮੇਰੇ ਖਿਆਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਿੱਤਾ 47 ਤੋਂ ਵੀ ਪਹਿਲਾਂ ਜੀ। ਤੇ ਜੇ ਔਰਤਾਂ ਨੂੰ ਰਿਜ਼ਰਵੇਸ਼ਨ ਅੱਜ ਮੰਗਦੇ ਲੋਕੀ 33% 30% ਕੋਈ ਸਰਕਾਰ ਨਹੀਂ ਬੋਲਦੀ, ਕੋਈ ਪਾਰਟੀ ਨਹੀਂ ਬੋਲਦੀ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਨੇ ਅੱਜ ਵੀ 30 ਔਰਤਾਂ ਜਿਹੜੀਆਂ ਸਾਡੇ ਕੋਲ ਹੈ 117 ਦੇ ਵਿੱਚ। ਜੀ ਮੇਰਾ ਸਵਾਲ ਖੜੇ ਦਾ ਖੜਾ, ਮੈਂ ਉੱਥੇ ਆਉਣ ਲੱਗੀ। ਠੀਕ ਹੈ ਜੀ। ਹੁਣ ਜੇ ਉੱਥੇ ਸਾਨੂੰ ਸ਼ੱਕ ਹੁੰਦਾ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਇਹ ਦੇ ਰਹੇ ਹੈ ਐਫੀਡੇਵਿਟ ਤੇ ਇਹਨਾਂ ਨੇ ਉੱਥੇ ਸੁਪਰੀਮ ਕੋਰਟ ਨੇ ਇਸ ਕਾਨੂੰਨ ਨੂੰ ਤੋੜ ਦੇਣਾ ਹੈ ਜੱਜ ਸਾਹਿਬ ਨੇ। ਮੈਂ ਕਿਉਂਕਿ ਜੇ ਅਸੀਂ ਮੂੰਹ ਇਹ ਗੱਲ ਕਹਿੰਦੇ ਆ ਤੇ ਲੋਕ ਕਹਿ ਦਿੰਦੇ ਜੀ ਤੁਸੀਂ ਤੇ ਜੱਜ ਦੇ ਉੱਤੇ ਕਿੰਤੂ ਕਰ ਰਹੇ ਹੋ, ਅਦਾਲਤ ਦੀ ਤੋਹੀਨ ਕਰਦੇ, ਅਦਾਲਤ ਦੀ ਤੋਹੀਨ ਕਰਦੇ ਹੋ। ਸਾਡਾ ਅਸੀਂ ਤਾਂ ਵਿਸ਼ਵਾਸ ਰੱਖਦੇ ਹਾਂ ਅਦਾਲਤ ਵਿੱਚ, ਪਰ ਅੱਜ ਮਨ ਨੂੰ ਠੇਸ ਪਹੁੰਚੀ ਹੈ ਵੀ ਜਿਹੜੀ ਅਦਾਲਤ ਨੂੰ ਅਸੀਂ ਰੱਬ ਦਾ ਰੂਪ ਸਮਝਦੇ ਹਾਂ ਵੀ ਹਰ ਫੈਸਲਾ ਅਸੀਂ ਕਹਿੰਦੇ ਜੋ ਅਦਾਲਤ ਕਰੇ ਸਾਨੂੰ ਮਨਜ਼ੂਰ ਹੈ। ਕਾਨੂੰਨ ਵਿੱਚ ਅਸੀਂ ਵੱਜੇ ਹਾਂ, ਜੇ ਕਾਨੂੰਨ ਵਰਤਣ ਵਾਲੇ ਵੀ ਸਾਡਾ ਸਾਰੇ ਕਾਨੂੰਨ ਦੀ ਤੋੜ ਦੇਣ ਉਹ ਫਿਰ ਦੱਸੋ ਅਸੀਂ ਜਾਈਏ ਕਿੱਥੇ? ਇਹ ਤਾਂ ਸੁਪਰੀਮ ਕੋਰਟ 'ਚ ਹੋਇਆ ਨਾ ਜੀ। ਇਹਨਾਂ ਸਰਕਾਰਾਂ ਨੇ ਸਹਿਮਤੀ ਦੇ ਦਿੱਤੀ, ਉਹ ਦੂਜੇ ਪਾਸੇ ਬੋਰਡ ਲਈ ਜਾਂਦੇ ਆ ਜੀ। ਅਤੇ ਬੋਰਡ ਹੈ ਜੀ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਇੰਟਰਸਟੇਟ ਬਾਡੀਜ਼ ਹੈ। ਇੰਟਰਸਟੇਟ ਬਾਡੀ ਦਾ ਇੱਕ ਅਸੂਲ ਹੈ, ਉਹ ਤੁਸੀਂ ਨਹੀਂ ਤੋੜ ਸਕਦੇ। ਚਲੋ ਮੰਨ ਲਓ ਇਹਨਾਂ ਦੀ ਅਸੀਂ ਮੰਨ ਹੀ ਲੈਂਦੇ ਵੀ ਤੋੜ ਸਕਦੇ ਹਾਂ, ਤੇ ਅੱਜ ਅਸੀਂ ਫਿਰ ਪੰਜਾਬ ਯੂਨੀਵਰਸਿਟੀ ਦਾ ਮਤਾ ਪਵਾ ਦਈਏ ਸਰਕਾਰ 'ਚ ਜੇ ਸਾਡੀ ਸਰਕਾਰ ਆਈ ਭਲਕੇ। ਠੀਕ ਹੈ, ਇਹਨਾਂ ਨੂੰ ਕਹਿ ਕੇ ਪਵਾ ਲਓ। ਮੈਂ ਗੱਲ ਕਰਦੀ ਹਾਂ ਵੀ ਜੇ ਅੱਜ ਪੰਜਾਬ ਯੂਨੀਵਰਸਿਟੀ ਹੈ ਤੇ ਫਿਰ ਇਹਨਾਂ ਨੇ ਸੈਂਟਰ ਦੇ ਹਵਾਲੇ ਕਰ ਦਿੱਤੀ ਸੀ। ਠੀਕ ਹੈ। ਪੰਜਾਬ ਚੰਡੀਗੜ੍ਹ ਪੰਜਾਬ ਦੇ ਵਿੱਚ ਬਣਿਆ, ਚੰਡੀਗੜ੍ਹ ਪੰਜਾਬ ਦਾ ਹਿੱਸਾ, ਔਰ ਇਸ ਕਹਿੰਦੇ ਚੰਡੀਗੜ੍ਹ ਪੰਜਾਬ ਦਾ ਉਨੀ ਚਿਰ ਵਾਸਤੇ ਡਿਊਟੀ ਬਣਾਇਆ ਸੀ ਵੀ ਟੈਂਪਰੇਰੀ ਤੌਰ ਦੇ ਉੱਤੇ। ਹੁਣ ਜੇ ਪੰਜਾਬ ਦਾ ਚੰਡੀਗੜ੍ਹ ਪੰਜਾਬ ਦੀ ਸਰਕਾਰ ਮਤਾ ਪਾ ਸਕਦੀ ਹੈ, ਐਕਟ ਬਣਾਵੇ ਫਿਰ ਸਰਕਾਰ। ਹੁਣ ਆਮ ਆਦਮੀ ਪਾਰਟੀ ਵਾਲੇ ਹੈ, ਇਹਨੂੰ ਚਾਹੀਦਾ ਕਿ ਉੱਥੇ ਐਕਟ ਬਣਾ ਦੇਵੇ। ਇਹ ਹੋ ਹੀ ਨਹੀਂ ਸਕਦਾ। ਜਿਹੜੀ ਚੀਜ਼ ਨਹੀਂ ਹੋ ਸਕਦੀ, ਹਾਂ ਇਹ ਹੈ ਕਿ ਜਦੋਂ ਅਸੀਂ ਪਾਰਲੀਮੈਂਟ ਹਾਊਸ ਦੇ ਵਿੱਚ ਜਦੋਂ ਅਸੀਂ ਜਨਰਲ ਹਾਊਸ ਵਿੱਚ ਮਤਾ ਪਾਉਂਦੇ ਹਾਂ, ਪਾਰਲੀਮੈਂਟ ਦੇ ਵਿੱਚ ਤਿੰਨਾਂ ਉਹਨਾਂ ਕੋਲੋਂ ਕਮੈਂਟਸ ਲੈ ਲੈਂਦੇ। ਤੇ ਜੇ ਅਸੀਂ ਜਿਹੜੀ ਚੀਜ਼ ਕਰ ਨਹੀਂ ਸਕਦੇ ਤੇ ਅਸੀਂ ਸੋਚ ਹੀ ਨਹੀਂ ਸਕਦੇ ਵੀ ਸੁਪਰੀਮ ਕੋਰਟ 'ਚ ਸਾਡਾ ਧੱਕਾ ਹੋ ਜਾਊਗਾ। ਯਾਨੀ ਅਚਾਨਕ ਹੋ ਗਿਆ ਸਾਰਾ ਕੁਝ। ਅਚਾਨਕ ਹੀ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਹੁਣ ਮੈਂ ਕੀ ਸ਼ਬਦ ਕਹਾਂ ਜੀ। ਨਹੀਂ ਠੀਕ ਹੈ। ਮੈਂ ਬੀਬੀ ਜੀ ਇੱਕ ਚੀਜ਼ ਹੋਰ ਪੁੱਛਣੀ ਹੈ। ਹਰਿਆਣੇ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਮਜ਼ਬੂਤ ਹੋਵੇ, ਸਗੋਂ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ, ਕਿਉਂਕਿ ਇੱਕ ਸੰਸਥਾ ਹੋਊਗੀ ਚੰਗਾ ਹੀ ਆ, ਭਾਈਚਾਰਾ ਇੱਕ ਜਗ੍ਹਾ ਤੇ ਕੌਮ ਇੱਕ ਜਗ੍ਹਾ ਤੇ ਇਕੱਠੀ ਹੋਵੇ ਚੰਗਾ ਹੀ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਹਰਿਆਣੇ ਦੇ ਆਪਾਂ ਕਹਿੰਦੇ ਜੀ ਗੁਰੂ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਣ? ਤੁਸੀਂ ਪ੍ਰਧਾਨ ਰਹੇ ਹੋ, ਮੈਂ ਤਾਂ ਪੁੱਛ ਰਿਹਾ। ਜ਼ਰੂਰ ਪੁੱਛੋ। ਹਾਂਜੀ ਹਾਂਜੀ, ਮੈਨੂੰ ਖੁਸ਼ੀ ਹੁੰਦੀ ਹੈ ਸਵਾਲ ਕਰਦੇ ਹੋ। ਉਹ ਜਾਣੀ ਉਹ ਗੁਰੂ ਘਰ ਆਉਣ ਜੀ, ਅਸੀਂ ਉੱਥੇ ਚੰਗੇ ਤਰੀਕੇ ਸੇਵਾ ਸੰਭਾਲ ਕਰਾਂਗੇ, ਧਰਮ ਪ੍ਰਚਾਰ ਕਰਾਂਗੇ। ਆ ਮੈਨੂੰ ਲੱਗਦਾ ਦਿਨ ਡੂਢ ਨਹੀਂ ਹੋਇਆ ਜੀ, ਘੰਟੇ 36 ਨਹੀਂ ਬੀਤੇ। ਅੰਮ੍ਰਿਤਸਰ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਕੰਧ ਦੇ ਕੋਲੇ ਨਾ 50-60 ਸਾਬਤ ਸੂਰਤ ਸਿੱਖ ਗ੍ਰੰਥੀ ਸਿੰਘ ਇਕੱਠੇ ਹੋਏ ਜੀ। ਉਹ ਕਹਿੰਦੇ ਜੀ ਵੀ ਸਾਡੇ ਤੋਂ ਨਿਆਣੇ ਨਹੀਂ ਪੜ੍ਹਾਏ ਜਾਂਦੇ, ਜਾਣੀ ਵੀ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਦੇ ਆ। ਕਹਿੰਦੇ ਜੀ ਅਸੀਂ ਪਹਿਲਾਂ ਅੰਦਰਲੇ ਪਾਸੇ ਜਾ ਕੇ ਇੱਕ ਵਾਰੀ ਇਕੱਠ ਕੀਤਾ ਸੀ ਤਾਂ ਸਾਡੇ ਮਗਰ ਪੈ ਗਿਆ। ਉਹਨਾਂ ਨੇ ਬੀਬੀ ਬਾਦਲ ਜੀ ਦਾ ਵੀ ਜ਼ਿਕਰ ਕੀਤਾ, ਇੱਕ ਬੁਲਾਰੇ ਨੇ ਉਹਨਾਂ ਦੇ ਵਿੱਚੋਂ, ਕਿ ਉਹ ਕਹਿੰਦੇ ਸੀ ਕਿ ਤੁਹਾਨੂੰ ਆਹ ਕੰਮ ਨਹੀਂ ਸੀ ਕਰਨਾ ਚਾਹੀਦਾ, ਸ਼ਾਇਦ ਅਖੰਡ ਪਾਠ ਸਾਹਿਬ ਆਰੰਭ ਨਹੀਂ ਸੀ ਹੋ ਸਕੇ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਗੁਰੂ ਘਰ ਦੇ ਵਜ਼ੀਰ ਨੇ ਉਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਵੱਡੇ ਕੰਮ ਕਰਦੀ, ਹਸਪੀਟਲ ਚਲਾਉਂਦੀ ਹੈ, ਐਜੂਕੇਸ਼ਨ ਇੰਸਟੀਚਿਊਟ ਚਲਾਉਂਦੀ ਹੈ, ਪਰ ਉਹਨਾਂ ਨੇ ਸਾਨੂੰ ਗੁਰਬਾਣੀ ਸੁਣਾਉਣੀ ਹੈ, ਅਸੀਂ ਮੱਥਾ ਟੇਕਣਾ ਤਾਂ ਮਹਾਰਾਜ ਦੀ ਤਾਬਿਆ ਉਹ ਬੈਠੇ ਹੁੰਦੇ ਆ। ਕੀ ਲੱਗਦਾ ਹੈ ਐਜ਼ ਏ ਸਾਬਕਾ ਪ੍ਰਧਾਨ ਤੁਹਾਨੂੰ ਕਿ ਕਿਤੇ ਨਾ ਕਿਤੇ ਉਹਨਾਂ ਦੀ ਸਮੱਸਿਆ ਜਾਇਜ਼ ਹੈ? ਜੇ ਅਸੀਂ ਉਹਨਾਂ ਦੀ ਸਮੱਸਿਆ ਨਹੀਂ ਹੱਲ ਕਰ ਸਕੇ, ਹਰਿਆਣੇ ਵਾਲੇ ਕਿੱਦਾਂ ਯਕੀਨ ਕਰ ਲੈਣਗੇ? ਪਹਿਲਾਂ ਤਾਂ ਮੇਰੀ ਬੇਨਤੀ ਹੈ ਜੀ ਪਲੀਜ਼। ਉਹ ਸਾਡੇ EMPLOYEE ਨਹੀਂ ਹੁੰਦੇ। ਠੀਕ ਹੈ ਜੀ। ਉਹ ਪਾਠੀ ਬਾਹਰਲੇ ਸ਼ਹਿਰ ਵਿੱਚੋਂ ਆਉਂਦੇ ਹੈ, ਉਹ ਪਾਠ ਕਰਦੇ। ਠੀਕ ਹੈ ਜੀ। ਜਿਹੜੀ ਸੰਗਤ ਬੁੱਕ ਕਰਾਉਂਦੀ ਹੈ ਪਾਠ, ਅਸੀਂ ਉਹਦੀ 9500 ਰੁਪਇਆ ਭੇਟਾ ਲੈਂਦੇ ਹਾਂ। ਠੀਕ ਹੈ ਜੀ। ਸੰਗਤ ਤੋਂ? ਸੰਗਤ ਤੋਂ ਜੀ। 8 ਪਾਠੀ ਨੇ ਪਾਠ ਕਰਨਾ ਹੁੰਦਾ, ਉਹਨਾਂ ਨੂੰ ਬੰਦੀ ਭੇਟਾ ਵੰਡਣੀ ਹੁੰਦੀ ਹੈ। ਠੀਕ ਹੈ ਜੀ। ਠੀਕ ਹੈ ਜੀ। ਉਸੇ ਭੇਟਾ 'ਚ ਰਮਾਲਾ ਵੀ ਹੁੰਦਾ, ਉਸੇ ਭੇਟੇ 'ਚ ਲੰਗਰ ਹੁੰਦਾ, ਉਸੇ ਭੇਟਾ 'ਚ ਸਾਰਾ ਕੁਝ ਕੜਾਹ ਪ੍ਰਸ਼ਾਦ ਵੀ ਹੁੰਦਾ, ਉਸੇ ਭੇਟਾ 'ਚ ਸੇਵਾਦਾਰ ਵੀ ਹੁੰਦੇ। 9500 ਜੀ? 9500 ਜੀ ਸਾਰਾ। ਠੀਕ ਹੈ ਜੀ। ਇਹ ਤੋਂ ਵੱਧ ਅਸੀਂ ਭੇਟਾ ਤਾਂ ਲਵਾਂਗੇ ਜਦੋਂ ਅਸੀਂ ਪਾਸ ਕਰਾਂਗੇ, ਐਗਜ਼ੈਕਟਿਵ 'ਚ ਪਾਸ ਕਰਨੀ ਪੈਂਦੀ ਹੈ। ਕਹਿ ਕੇ ਤਾਂ ਲੈ ਨਹੀਂ ਸਕਦੇ ਦਿਓ ਵੀ? ਉਹ ਨਾ 1 ਰੁਪਈਆ ਨਹੀਂ ਵਧਾ ਸਕਦੇ ਆਪਣੇ ਆਪ। ਸਾਡੀ ਹਰ ਚੀਜ਼ ਦੀ ਰਿਟਰਨ ਹੁੰਦੀ ਹੈ ਤੇ ਐਗਜ਼ੈਕਟਿਵ 'ਚ ਪਾਸ ਹੁੰਦੀ ਹੈ। ਠੀਕ ਹੈ। ਹੁਣ ਪਾਠੀਆਂ ਨੂੰ ਜਦੋਂ ਮੈਂ ਪ੍ਰਧਾਨ ਸੀ ਪਿਛਲੇ ਸਾਲ, ਇਹਨਾਂ ਦੀ 50 ਰੁਪਏ ਇਹਨਾਂ ਨੇ ਮੰਗ ਕੀਤੀ ਮੇਰੇ ਕੋਲ ਆ ਕੇ ਕਿ ਬੀਬੀ ਜੀ ਚਲੋ
ਥੋੜਾ ਵਧਾ ਦਿਓ। ਮੈਂ ਕਿੰਨੀ ਵਧਾਈਏ? ਇਹਨਾਂ ਕਿ 50 ਰੁਪਏ ਪੇਟਾ ਵਧਾ ਦਿਓ ਇੱਕ ਪਾਠੀ ਦੀ। ਅਸੀਂ ਵਧਾ ਦਿੱਤੀ ਇੱਕ ਅਖੰਡ ਪਾਠ ਸਾਹਿਬ 'ਚ, ਇੱਕ ਅਖੰਡ ਪਾਠ ਅਸੀਂ ਵਧਾ ਦਿੱਤੀ। ਹੁਣ ਇਹਨਾਂ ਨੂੰ ਅਖੰਡ ਪਾਠ ਸਾਹਿਬ ਦੇ ਨਾਲ ਮਿਲਦੀ ਹੈ ਜੀ ਪੇਟਾ। ਇਹਨਾਂ ਦੇ 20,000 ਵੀ ਬਣ ਜਾਂਦਾ, 15,000 ਵੀ ਬਣ ਜਾਂਦਾ। ਇਹ ਨਹੀਂ ਕਿ ਉਹਨਾਂ ਦੀ ਕੋਈ, ਕਿਉਂਕਿ ਅਖੰਡ ਪਾਠ ਸਾਹਿਬ ਹੀ ਇੰਨੇ ਹੁੰਦੇ ਉੱਥੇ ਜੀ, ਸ਼੍ਰੀ ਅਖੰਡ ਪਾਠ ਸਾਹਿਬ ਵੀ ਇਹਨੇ ਕਰਨੇ ਹੁੰਦੇ ਆ। ਸੋਹਣੇ ਪਾਠੀ ਅਸੀਂ ਇੰਟਰਵਿਊ ਲੈ ਕੇ ਰੱਖਦੇ ਹਾਂ ਜੀ, ਪਰ ਇਹ ਮੁਲਾਜ਼ਮ ਨਹੀਂ ਹੁੰਦੇ। ਇੱਕ ਗੱਲ ਤਾਂ ਮੈਂ ਤੁਹਾਨੂੰ ਸਪਸ਼ਟ ਕਰਦੀ ਹਾਂ, ਕਈ ਵਾਰ ਤੁਹਾਡੇ ਮਨਾਂ 'ਚ ਹੁੰਦਾ ਕਿ ਜੀ ਤੁਸੀਂ ਤਨਖਾਹ ਕੱਟ ਦਿੰਦੇ ਹੋ, ਤੁਸੀਂ ਆਹ ਕਰਦੇ ਹੋ। ਆਮ ਗੁਰਦੁਆਰੇ ਵੀ ਤੁਸੀਂ ਦੇਖੋ, ਜਿਹੜੇ ਭੇਟਾ ਦੇਖੋ, ਕਿਸੇ ਨੇ ਇੱਕ ਅਖੰਡ ਪਾਠ ਰਖਾਉਣਾ ਹੁੰਦਾ ਹੈ। ਕਈ ਵਾਰੀ ਖੁਸ਼ੀ ਨਾਲ ਹੀ, ਮੈਂ ਕੈਨੇਡਾ ਦਾ ਬੰਦਾ ਆ ਗਿਆ ਜੀ, ਅਮਰੀਕਾ ਤੋਂ ਆ ਗਿਆ, ਉਹਨੇ ਅਖੰਡ ਪਾਠ ਕਰਾਇਆ, ਉਹ ਚਾਹ ਨਾਲ ਹੀ ਕਹਿੰਦਾ ਚਲੋ ਵੀ ਚੁੱਕੋ 1000 ਰੁਪਇਆ, ਚੁੱਕੋ 2,000 ਰੁਪਇਆ, ਵੱਧ ਦੇ ਦਿੰਦੇ। ਹੁਣ ਅਸੀਂ ਤੇ ਉੱਥੇ ਸਿਸਟਮ ਚ ਰਹਿਣਾ, ਸਾਰੀ ਸੰਗਤ ਨਾਲ ਜੁੜ ਕੇ। ਜੇ ਅਸੀਂ ਇੱਕਦਮ 20,000 ਪੇਟਾ ਕਰ ਦਾਂਗੇ, ਉੱਥੇ ਰੌਲਾ ਪੈ ਜਾਣਾ। ਕੌਮ ਨਾਲ ਜੁੜਿਆ ਹੋਇਆ ਮੁੱਦਾ, ਉਹਨੇ ਕਹਿਣਾ ਜੀ ਲਓ ਜੀ, ਤੇ 9,500 ਲੈਂਦੇ ਸੀਗੇ ਤੇ ਇਹਨਾਂ ਨੇ ਇੱਕਦਮ ਹੀ 12,000 ਕਰਤਾ, ਇੱਕਦਮ 15,000 ਕਰ ਦਿੱਤਾ। ਭੇਟਾ ਜਮ੍ਹਾਂ ਕਰਾਉਣੀ ਹੁੰਦੀ ਪਾਠ ਦੀ, ਉਹਦੇ ਵਿੱਚੋਂ ਹੀ ਦੇਣੀ ਹੁੰਦੀ। ਪਹਿਲਾ ਨੰਬਰ ਇੱਕ ਤੇ ਮੈਂ ਸਮਝਦੀ, ਚਲੋ ਮੇਰੇ ਸਤਿਕਾਰਯੋਗ ਨੇ ਬੱਚੇ, ਸਾਡੇ ਭਰਾ ਨੇ ਸਾਡੇ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਪਲੈਕਸ ਵਿੱਚ ਧਰਨਾ ਮੁਜ਼ਾਹਰਾ ਕਰ ਹੀ ਨਹੀਂ ਸਕਦੇ। ਠੀਕ ਹੈ ਜੀ, ਗੁਰੂ ਘਰ ਹੈ, ਉੱਥੇ ਕੋਈ ਅਲਾਉਡ ਹੀ ਨਹੀਂ ਹੈ। ਪਰ ਫਿਰ ਵੀ ਅਸੀਂ ਕੁਝ ਨਹੀਂ ਕਰ ਸਕਦੇ, ਬੇਨਤੀ ਕਰਨ ਸਕਦੇ ਆਂਦੇ ਹੈ। ਨਹੀਂ ਜੀ, ਧਰਨੇ ਮੁਜ਼ਾਹਰੇ ਕਰਨ ਦਾ ਉੱਥੇ ਕੰਮ ਹੀ ਨਹੀਂ ਜੀ, ਇਹ ਮਰਿਆਦਾ 'ਚ ਹੀ ਨਹੀਂ ਹੈਗਾ ਸਾਡੇ। ਠੀਕ ਹੈ ਜੀ, ਜਿਹੜੇ ਕਰਦੇ ਹੈ ਨਾ ਜੀ, ਇਹ ਗਲਤ ਕਰਦੇ ਆ। ਠੀਕ ਹੈ, ਮੈਂ ਜਿਹੜੀ ਸੱਚਾਈ ਦੀ ਗੱਲ ਕਰਦੀ ਹਾਂ। ਦੇਖੋ ਤੁਸੀਂ ਉਹ ਤੇ ਦੇਖ ਲਿਆ ਕਿ ਉਹ ਪਾਠੀਆਂ ਨੇ ਧਰਨਾ ਲਾਤਾ ਜੀ। ਇਹ ਨਹੀਂ ਅਸੀਂ ਕਹਿੰਦੇ ਲੋਕ ਵੀ ਇਹ ਧਰਨਾ ਨਹੀਂ ਲਾਉਣਾ ਚਾਹੀਦਾ। ਨਹੀਂ, ਉਹਨੂੰ ਲੱਗਾ ਤਾਂ ਅਸੀਂ ਸਿਰਫ ਗੱਲ ਕੀਤੀ। ਨਹੀਂ, ਤੁਸੀਂ ਤੇ ਕਰਤੀ, ਕਿਉਂਕਿ ਤੁਹਾਡਾ ਫਰਜ਼ ਬੰਦਾ ਮੈਨੂੰ ਪੁੱਛਣਾ। ਜਿਹੜੇ ਆਮ ਲੋਕ ਨੂੰ ਪਤਾ ਨਹੀਂ ਹੁੰਦਾ, ਇੱਕ ਸਰਕਾਰ ਵਾਂਗੂ ਅਸੀਂ ਧਰਨੇ ਲਾਵਾਂਗੇ, ਉੱਥੇ ਚੰਗਾ ਨਹੀਂ ਲੱਗਦਾ। ਠੀਕ ਹੈ ਜੀ, ਕਿੰਨੇ ਲੋਕ ਆਉਂਦੇ ਆ ਜੀ, ਕਿੰਨੀ ਸੰਗਤ ਲੰਘਦੀ ਹੈ, ਕਿੰਨਿਆਂ ਦੀ ਸ਼ਰਧਾ ਨੂੰ ਠੇਸ ਪਹੁੰਚਦੀ ਹੈ, ਕਿੰਨੇ ਲੋਕ ਤੰਗ ਹੁੰਦੇ ਆ, ਕਿੰਨਿਆਂ ਨੂੰ। ਅਸੀਂ ਜਦੋਂ ਉੱਥੇ ਸ਼੍ਰੋਮਣੀ ਗੁਰਦੁਆਰਾ, ਮੇਰੀ ਤਾਂ ਮੁਰਦਾਬਾਦ ਕਰ ਲਓ, ਕੋਈ ਗੱਲ ਨਹੀਂ, ਹੋਰ ਕਿਸੇ ਦੀ ਕਰ ਲਓ, ਪ੍ਰਧਾਨ ਦੀ, ਬਾਹਰ ਕਿਤੇ ਜਿੱਥੇ ਮਰਜ਼ੀ ਕਰੀ ਜਾਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸੰਸਥਾ, ਤੁਸੀਂ ਤਾਂ ਇੰਨੀਆਂ ਕੁਰਬਾਨੀਆਂ ਤੋਂ ਬਾਲੀ, ਤੁਸੀਂ ਤਾਂ ਮੁਰਦਾਬਾਦ ਕਰੀ ਜਾਂਦੇ। ਫਿਰ ਤਾਂ ਹੀ ਮੁਰਦਾਬਾਦ ਕਰਾਉਣ ਦੇ ਲੋਕਾਂ ਕੋਲੋਂ, ਤਾਂ ਹੀ ਸਰਕਾਰਾਂ ਕਰੀ ਜਾਂਦੀਆਂ ਮੁਰਦਾਬਾਦ। ਸਾਡਾ ਜਦੋਂ ਅੰਦਰ ਰੌਲਾ ਪੈਂਦਾ, ਅੰਦਰ ਗਲਤ ਰੌਲਾ ਪਾਉਂਦੇ ਆ ਜੀ। ਕੋਈ ਦੇਖੋ ਸਾਡੇ ਕੋਲ ਕੌਮ ਦੇ ਅੰਦਰ, ਸਾਡੇ ਕੋਲ ਸਾਡੇ ਕੋਲ 20-22,000 ਮੁਲਾਜ਼ਮ ਹੈ। ਹੁਣ ਸਾਰੇ ਤੇ ਕੋਈ PhDਆਂ ਨਹੀਂ ਕੀਤੀਆਂ, ਸਾਰੇ ਤੇ ਕੋਈ ਟ੍ਰੇਨਿੰਗ ਲੈ ਕੇ ਨਹੀਂ ਆਏ ਜੀ। ਵਿਚਾਰੇ ਕੋਈ ਪੱਠੇ ਵੜਦਾ ਗੁਰਸਿੱਖੀ 'ਚ ਆ ਗਿਆ, ਪੱਠੇ ਵੜਦੇ ਘਰ 'ਚੋਂ ਆ ਗਿਆ, ਕੋਈ ਕੰਮ ਕਰਦਾ, ਸੇਵਾਦਾਰ ਕਰਦਾ, ਹੋ ਸਕਦਾ ਘਰ 'ਚ ਵਿਚਾਰਿਆਂ ਦੇ ਕੋਈ ਗੁਜ਼ਾਰਾ ਹੀ ਨਾ ਹੋਵੇ, ਉਹ ਆਏ। ਹੁਣ ਉਹਨਾਂ ਨੂੰ ਅਸੀਂ ਕਿੰਨੀ ਕੁ ਤਹਜੀਬ ਦੇ ਸਕਦੇ? ਉਹਨੂੰ ਅਸੀਂ ਦੱਸ ਹੀ ਸਕਦੇ ਹਾਂ ਕਿ ਬੇਟਾ ਆਈ ਸੰਗਤ ਨਾਲ ਇੱਦਾਂ ਬਿਹੇਵ ਕਰਨਾ, ਇਸ ਤਰ੍ਹਾਂ ਚੱਲਣਾ, ਇੱਦਾਂ ਚੱਲਣਾ। ਹੁਣ ਆ ਜਿਹੜੀ ਤੁਸੀਂ ਕਹਿੰਦੇ ਸਰਾਵਾਂ ਦੀ ਗੱਲ ਕਰ ਦਿੰਦੇ, 800 ਕਮਰਾ ਸਾਡੇ ਕੋਲ, 800, ਔਰ ਲੱਖਾਂ ਦਾ ਰੋਜ਼ ਇਕੱਠ ਹੈ ਉੱਥੇ ਜੀ। ਜਿਹੜੇ ਆਉਂਦੇ ਆ ਨਾ ਜੀ, ਹਰ ਕੋਈ ਕਹਿੰਦਾ ਕਿ ਮੈਨੂੰ ਵੱਖਰਾ ਕਮਰਾ ਮਿਲਣਾ ਚਾਹੀਦਾ ਤੇ ਇਕੱਲਿਆਂ ਨੂੰ ਮਿਲਣਾ ਚਾਹੀਦਾ। ਕਿੰਨੇ ਪਰਿਵਾਰ ਰੋਜ਼ ਆਉਂਦੇ ਹੈ, ਕਈ ਵਾਰੀ ਕਮਰੇ ਇੰਨੇ ਫੁੱਲ ਹੋ ਜਾਂਦੇ ਆ ਵੀ ਕਮਰਿਆਂ ਦੀ ਚਾਬੀਆਂ ਸਾਨੂੰ ਦੇਣੀਆਂ ਔਖੀਆਂ ਹੋ ਜਾਂਦੀਆਂ ਹਨ ਜੀ। ਅਸੀਂ ਕੁਝ ਕਮਰੇ ਆਨਲਾਈਨ ਵੀ ਕੀਤੇ ਹੋਏ, ਪਰ ਕੋਈ 200-400 ਰੱਖਣੇ ਪੈਂਦੇ ਆ ਸਾਡੇ ਕੋਲ, ਕਿ ਜਿਹੜੇ ਆਮ ਲੋਕ ਆਨਲਾਈਨ ਨਹੀਂ ਹੁੰਦੇ। ਤੁਸੀਂ ਅਮਰੀਕਾ ਤੋਂ ਕਰਤਾ, ਕਿਸੇ ਨੇ ਪੜ੍ਹੇ ਲਿਖੇ ਨੇ ਕਰਤਾ, ਇੱਥੋਂ ਪੰਜਾਬ 'ਚੋਂ ਕਰਤਾ, ਹਰਿਆਣੇ 'ਚੋਂ ਕਰਤਾ, ਪਰ ਆਮ ਜਿਹੜੇ ਲੋਕ ਹੁੰਦੇ ਆ ਉਹ ਆਨਲਾਈਨ ਨਹੀਂ ਬੁੱਕ ਕਰਨ ਦੇ, ਉਹਨਾਂ ਨੂੰ ਦੇਖਣਾ ਪੈਂਦਾ। ਇਹ ਐਵੇਂ ਕਹਾਣੀ ਬਣਾ ਦਿੰਦੇ ਆ ਜੀ ਕਿ ਦਿੱਲੀ ਤੋਂ ਜਾਈਏ ਜੀ ਕਮਰਾ ਨਹੀਂ ਮਿਲਦਾ। ਬੜੀ ਹੈਰਾਨੀ ਦੀ ਗੱਲ, ਤੁਸੀਂ ਆਨਲਾਈਨ ਬੁੱਕ ਕਰਾ ਦਿਓ, ਪਹਿਲੇ ਕਰਾ ਲਓ। ਹਰਿਆਣੇ 'ਚੋਂ ਜਾਈਏ ਕਮਰਾ ਨਹੀਂ ਮਿਲਦਾ। ਹੁਣ ਹਰਿਆਣੇ 'ਚੋਂ ਮੇਰੇ ਖਿਆਲ ਹੈ ਕਿ ਬਹੁਤ ਸਾਰੀ ਸੰਗਤ ਜਾਂਦੀ ਜੀ। ਕਈ ਵਾਰੀ ਸਾਨੂੰ ਫੋਨ ਕਰ ਦਿੰਦੇ, ਫਿਰ ਕਹਿਣਗੇ ਜੀ ਜੇ ਮੈਂਬਰ ਫੋਨ ਕਰਦੇ ਨਾ ਫਿਰ ਕਮਰਾ ਮਿਲ ਜਾਂਦਾ ਜੀ। ਚਲੋ ਮੈਂਬਰ ਦੀ ਇੱਕ ਮੈਂ ਪੋਜੀਸ਼ਨ ਦੱਸਾਂ ਜੀ ਪਲੀਜ਼। ਮੈਂਬਰ ਲੋਕਾਂ ਤੋਂ ਚੁਣ ਕੇ ਆਉਂਦਾ ਜੀ, ਸਿੱਖ ਸੰਗਤ ਚੁਣ ਕੇ ਭੇਜਦੀ। ਮੈਂਬਰ ਕੋਈ ਤਨਖਾਹ ਨਹੀਂ ਲੈਂਦਾ ਜੀ, ਤੇ ਲੋਕਾਂ ਦੇ ਮਨ 'ਚ ਇਹ ਵੀ ਹੈ ਵੀ ਮੈਂਬਰ ਪਤਾ ਨਹੀਂ ਕਿੰਨੀ ਤਨਖਾਹ ਲੈਂਦੇ। ਕੋਈ ਤਨਖਾਹ ਨਹੀਂ, ਨੋ, ਕੋਈ TADA ਨਹੀਂ, ਕੋਈ ਗੱਡੀ ਨਹੀਂ, ਕੋਈ ਗੱਡੀ ਨਹੀਂ। ਪ੍ਰਧਾਨ ਗੱਡੀ ਚਲਾਉਂਦਾ ਹੈ ਕਿਉਂਕਿ ਪੰਥ ਦਾ ਕੰਮ ਕਰਨਾ ਹੁੰਦਾ ਹੈ। ਮੈਂ ਮੰਨ ਲਓ ਪ੍ਰਧਾਨ ਹੈ, ਮੈਂ 5 ਲੱਖ ਦਾ ਤੇਲ 4 ਲੱਖ ਦਾ ਨਹੀਂ ਬਾਲ ਸਕਦੀ ਘਰੋਂ ਜੀ, 2-3 ਲੱਖ ਦਾ ਨਹੀਂ ਬਾਲ ਸਕਦੀ, ਮੈਨੂੰ ਜਾਣਾ ਹੀ ਪਏਗਾ ਜੀ। ਅੱਜ ਸੰਸਾਰ ਇੰਨਾ, ਮਤਲਬ ਦੁਨੀਆ ਇੰਨੀ ਵਾਸਟ ਹੋ ਗਈ ਹੈ, ਦੱਸੋ ਇਹ। ਮੈਂ ਤਾਂ ਕਹਿੰਦੀ ਵੈਸੇ ਲੋਕੀ ਪਤਾ ਕੀ ਕਹਿੰਦੇ ਜੀ, ਗੱਡੀ ਚਲਾਉਣੀ ਪ੍ਰਧਾਨ ਕਿਉਂ ਚਲਾਉਂਦਾ, ਤੇ ਹੁਣ ਰਿਕਸ਼ਾ ਚੜ੍ਹ ਕੇ ਜਾਇਆ ਕਰੀਏ ਜੀ। ਅੰਬਾਲੇ ਜਾਣਾ ਹੈ, ਹਰਿਆਣੇ 'ਚ ਜਾਣਾ ਹੈ, ਜਾਂ ਮਹਾਰਾਸ਼ਟਰ 'ਚ ਜਾਣਾ ਹੈ ਜੀ। ਸਾਰੇ ਇੰਡੀਆ 'ਚੋਂ ਮੈਂਬਰ ਹੈ ਸਾਡੇ, ਸਾਰੀ ਇੰਡੀਆ 'ਚੋਂ ਜੀ। 15 ਮੈਂਬਰ 170 ਚੁਣ ਕੇ ਆਉਂਦੇ ਹੈ, 120 ਹਲਕੇ ਹੈ, 170 ਚੁਣ ਕੇ ਆਉਂਦੇ ਹੈ, 15 ਕੋਆਪਟ ਕੀਤੇ ਜਾਂਦੇ ਜੀ। 5 ਮੈਕਸਿਮਮ 5 ਪੰਜਾਬ 'ਚੋਂ, ਬਾਕੀ ਸਾਰੀਆਂ ਸਟੇਟਾਂ 'ਚੋਂ। ਇਟ ਮੀਨਸ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੀ ਹੈ। ਹੁਣ ਜੇ ਮੈਂ ਅੱਜ ਮੈਨੂੰ ਪ੍ਰੋਗਰਾਮ ਆ ਜਾਏ ਜੀ, ਤੁਸੀਂ ਜਾਣਾ ਇੰਦੌਰ, ਤਾਂ ਹੁਣ ਮੈਂ ਰਿਕਸ਼ੇ ਥੋੜ੍ਹਾ ਜਾਊਂ ਜੀ, ਦਿੱਲੀ ਤੱਕ ਵੀ ਜਾਣਾ ਹੋਊਗਾ ਏਅਰਪੋਰਟ ਦੇ ਉੱਤੇ,
ਤੇ ਮੈਨੂੰ ਜਾਣਾ ਪਏਗਾ ਕਾਰ ਦੇ ਉੱਤੇ ਜੀ। ਫਿਰ ਮੈਂ ਉੱਥੋਂ 에ਅਰਪੋਰਟ ਤੇ ਵੀ ਜਾਊਂਗੀ, ਜਹਾਜ਼ ਵੀ ਲਾਉਂਗੀ, ਪ੍ਰੋਗਰਾਮ ਵੀ ਕਰਕੇ ਆਉਂਗੀ ਜੀ। ਲੋਕ ਤੇ ਇਹ ਸੋਚਦੇ ਆ ਕਿ ਪ੍ਰਧਾਨ ਜਿਹੜਾ ਹੋਵੇ ਬਸ ਤੁਰਿਆ ਫਿਰੇ ਚੱਪਲਾਂ ਪਾ ਕੇ, ਤੇ ਇਹ ਨਹੀਂ ਸੋਚਦੇ ਕਿ ਸਿੱਖ ਕੌਮ ਐਡੀ ਮਹਾਨ ਹੈ, ਉਹਦਾ ਪ੍ਰਧਾਨ ਵੀ ਉਹਦੀ ਸ਼ਾਨ ਸ਼ੌਕਤ ਹੋਣੀ ਚਾਹੀਦੀ। ਸਾਨੂੰ ਕਹਿਣਗੇ ਜਿਹੜਾ ਨਾ ਜੀ ਈਸਾਈ ਜੀ, ਉਹਦਾ ਪਾਦਰੀ ਸ਼ੀਸ਼ੇ ਵਿੱਚ ਐਨ ਬੰਦ ਹੋ ਕੇ ਜਾਂਦਾ, ਕਿਤੇ ਜਾਂਦਾ ਕਿ ਨਹੀਂ, ਤੇ ਆਪਣਾ ਸਿੱਖ ਕੌਮ ਦਾ ਪ੍ਰਧਾਨ ਮੈਂ ਤੇ ਕਹਿੰਦੀ ਸਿੱਖ ਕੌਮ ਦੇ ਪ੍ਰਧਾਨ ਕੋਲ ਤੇ ਹੈਲੀਕਾਪਟਰ ਹੋਣਾ ਚਾਹੀਦਾ ਹੈ, ਉੱਤੇ ਝੰਡਾ ਲੱਗਾ ਹੋਵੇ ਪੀਲਾ, ਲੋਕ ਦੇਖਣ ਕਿ ਸਿੱਖ ਕੌਮ ਦਾ ਪ੍ਰਧਾਨ ਸਿਰ ਉੱਚਾ ਹੋਣਾ ਚਾਹੀਦਾ ਲੋਕਾਂ ਦਾ। ਪਤਾ ਨਹੀਂ ਕਿਉਂ ਕਹਿੰਦੇ ਆ ਕਿ ਸਿੱਖ ਕੌਮ ਦਾ ਪ੍ਰਧਾਨ ਜਿਹੜਾ ਬਸ ਉਹ ਫਕੀਰ ਵਾਂਗੂ ਤੁਰਿਆ ਫਿਰੇ, ਕੋਈ ਰਿਕਸ਼ਾ ਚੜਿਆ ਫਿਰੇ, ਕੋਈ ਟਾਂਗੇ ਚੜਿਆ ਫਿਰੇ, ਕੋਈ ਇੱਦਾਂ। ਮਤਲਬ ਇਹ ਗੱਲਾਂ ਸੋਚਣੀਆਂ ਚਾਹੀਦੀਆਂ। ਬਿਨਾਂ ਵਜ੍ਹਾ ਤੋਂ ਇਲਜ਼ਾਮ, ਬਿਨਾਂ ਵਜ੍ਹਾ ਤੋਂ ਕੀ। ਹੁਣ ਉਹ ਮੈਂਬਰ ਜਿਹੜੇ ਵਿਚਾਰੇ ਆ ਜੀ, ਜੇ ਕਿਤੇ ਇੰਨਾ ਕੰਮ ਕਰਦੇ ਸਾਡੇ ਸੰਸਥਾ ਦਾ, ਇੰਨੀ ਉਹ ਮਿਹਨਤ ਕਰਦੇ ਆ, ਲੋਕਾਂ 'ਚ ਜਾਂਦੇ ਆ, ਪ੍ਰਚਾਰ ਵੀ ਕਰਦੇ ਆ, ਗੁਰੂ ਘਰ ਦੀ ਗੱਲ ਵੀ ਕਰਦੇ ਆ, ਤੇ ਜੇ ਉਹਨਾਂ ਨੇ ਕਿਤੇ ਕੋਈ ਉਹਦੇ ਇਲਾਕੇ 'ਚੋਂ ਕੋਈ ਬੰਦਾ ਆਇਆ ਜੀ, ਤੇ ਜੇ ਉੱਥੇ ਵੀ ਉਹ ਤੇ ਬਾਹਰ ਖਲੋ ਕੇ ਕਹਿਣਗੇ ਜੀ ਛੇਤੀ ਕਮਰਾ ਦੀ ਲਾਈਨ ਲੱਗੀ ਹੈ ਜੀ, ਲਾਈਨ ਲੱਗੀ ਹੈ, ਤੇ ਜੀ ਉਹ ਫੋਨ ਕਰ ਦਊਗਾ ਕਿ ਭਈ ਸਾਰੇ ਮੇਰੇ ਇਲਾਕੇ 'ਚੋਂ ਸਿੱਖ ਸੰਗਤ ਆਈ ਹੈ ਤੇ ਭਾਈ ਤੁਸੀਂ ਇੱਦਾਂ ਕਰੋ ਕੋਈ ਕਮਰਾ ਅਰੇਂਜ ਕਰਾ ਦਿਓ, ਛੇਤੀ ਕਰਾ ਦਿਓ ਜਰਾ। ਤੇ ਕੀ ਹਨੇਰਾ ਗਿਆ ਜੀ। ਜੇ ਇੱਕ ਮੈਂਬਰ ਨੂੰ ਇੱਕ ਟੈਲੀਫੋਨ ਕਰਨ ਦਾ ਵੀ ਹੱਕ ਨਹੀਂ ਜੀ, ਤੇ ਫਿਰ ਦੱਸੋ ਮੈਂਬਰ ਬਣਨਾ ਕਰਨਾ। ਅੱਛਾ, ਮਤਲਬ ਇੰਨੀਆਂ ਗਲਤ ਫਹਿਮੀਆਂ ਲੋਕਾਂ 'ਚ ਪਾਈਆਂ ਹੋਈਆਂ। ਮੈਂਬਰ ਪਤਾ ਨਹੀਂ ਕੀ ਲਿਆਉਂਦੇ ਆ ਜੀ, ਮੈਂਬਰ ਪਤਾ ਨਹੀਂ ਕੀ ਲੁੱਟੀ ਜਾਂਦੇ ਆ ਜੀ। ਕਈ ਬੋਲਦੇ ਜੀ ਰੋਜ਼ ਜੀ ਗੋਲ ਗਣਗੇ ਕਰੋੜ ਰੁਪਈਆ ਬਾਦਲ ਦੇ ਘਰ ਰਾਤ ਨੂੰ ਚਲ ਜਾਂਦਾ। ਬੜੇ ਦੁੱਖ ਦੀ ਗੱਲ ਹੈ ਜੀ। ਇਹ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨਾ, ਬੜਾ ਕੁਝ ਸੁਣਦੇ ਜੀ ਅਸੀਂ, ਇਹੋ ਕੁਝ ਨਹੀਂ ਸੁਣਦੇ। ਰੁਪਈਏ ਨਹੀਂ ਜਾਂਦੇ, ਵਾਹਿਗੁਰੂ ਕਹੋ ਜੀ। ਅੱਛਾ, ਮੈਂ ਐਜ਼ ਏ ਪ੍ਰਧਾਨ ਕਰੀਏ ਨਹੀਂ ਵੇਖਿਆ ਕਿ ਗੁੱਲ ਕਿੱਥੇ ਗਣੀ ਜਾਂਦੀ। ਰੈਲੀਆਂ 'ਚ ਲੰਗਰ ਜਾਂਦਾ ਬੜਾ ਰੌਲਾ ਪੈਂਦਾ ਹੁੰਦਾ। ਬੜਾ ਅਫਸੋਸ ਹੈ ਜੀ ਮੈਨੂੰ। ਨਹੀਂ ਚਰਚਾ ਹੁੰਦੀ ਹੈ ਨਾ। ਨਹੀਂ, ਹਾਂਜੀ ਕਦੀ ਰੈਲੀਆਂ 'ਚ ਅਸੀਂ ਲੰਗਰ ਨਹੀਂ ਭੇਜਦੇ ਜੀ, ਪਰ ਜਿੱਥੇ ਕਿਤੇ ਸੰਘਰਸ਼ ਹੋਵੇ ਉੱਥੇ ਅਸੀਂ ਭੇਜ ਸਕਦੇ ਹਾਂ ਜੀ। ਕਿਸਾਨਾਂ ਦਾ ਮੋਰਚਾ ਲੱਗਾ ਸੀ, ਭੇਜਿਆ ਕਿ ਨਹੀਂ ਜੀ, ਆਮ ਲੋਕਾਂ ਦੀ ਲਗਾਤਾਰ ਹੀ ਲਾਤਾ, ਲਗਾਤਾਰ ਹੀ ਲਾਤਾ। ਕੋਈ ਹੋਵੇ ਕਿਸੇ ਵੀ ਕੌਮ ਦੀ ਖਾਤਰ ਜਿਹੜਾ ਕੋਈ ਸੰਘਰਸ਼ ਛਿੜੇ, ਕਿਤੇ ਮੋਰਚਾ ਲੱਗੇ, ਕਿਤੇ ਕੋਈ ਜਲਸਾ ਕਰਨ, ਉੱਥੇ ਅਸੀਂ ਭੇਜ ਸਕਦੇ ਹਾਂ। ਹਾਂ, ਇਹ ਪੰਥਕ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ। ਇਹ ਪੰਥਕ ਹੋਣ ਕਰਕੇ ਗੁਰਦੁਆਰਿਆਂ 'ਚ ਕਈ ਵਾਰ ਦੀਵਾਨ ਹਾਲ 'ਚ ਆ ਕੇ ਮੀਟਿੰਗ ਕਰਦੇ ਆ, ਜਲਸਾ ਕਰ ਲੈਂਦੇ ਆ। ਉੱਥੇ ਤੇ ਗੁਰੂ ਘਰ 'ਚ ਜਿਹੜਾ ਵੀ ਆਏਗਾ ਲੰਗਰ ਛਕੇਗਾ ਜੀ, ਠੀਕ ਹੈ। ਕੋਈ ਵੀ ਆਵੇ, ਬਾਹਰੋਂ ਵੀ ਆਵੇ, ਉਹ ਵੀ ਛਕ ਲੇਗਾ। ਸੋ ਅਸੀਂ ਗੁਰੂ ਘਰ 'ਚੋਂ ਠਾ ਨਹੀਂ ਸਕਦੇ ਕਿਸੇ ਨੂੰ। ਬਿਲਕੁਲ ਠੀਕ। ਮੰਨ ਲਓ ਕਿ ਜਲੰਧਰ ਦੇ ਵਿੱਚ ਰੈਲੀ ਕਰਕੇ ਕੋਈ ਨਿਕਲਿਆ ਤੇ ਰਸਤੇ ਵਿੱਚ ਕਰਤਾਰਪੁਰ ਗੁਰਦੁਆਰਾ ਆ ਗਿਆ, ਤੇ ਹੁਣ 10-20 ਜਾਣੇ ਜਾਣ ਕੇ ਤੇ ਅਸੀਂ ਕਹਾਂਗੇ ਤੁਸੀਂ ਰੈਲੀ 'ਚੋਂ ਆਏ, ਲੰਗਰ ਨਹੀਂ ਛਕਾਣਾ ਤੁਹਾਨੂੰ। ਕਾਰਡ ਚੈੱਕ ਕਰਾਓ ਵੀ ਰੈਲੀ ਕਾਰਡ ਚੈੱਕ ਕਰੋ ਵੀ ਰੈਲੀ 'ਚੋਂ ਆਏ ਕਿ ਕਿੱਥੋਂ ਆਏ। ਸੋ ਇਹ ਗੱਲਾਂ ਫਜ਼ੂਲ ਦੀਆਂ ਹੁੰਦੀਆਂ ਨੇ। ਇੱਕ ਬੀਬੀ ਜੀ ਹੋਰ ਜ਼ਰੂਰ ਜ਼ਰੂਰ ਸਰ, ਮੈਂ ਕਹਿੰਦੀ ਦੋ ਕਰੋ ਤੁਸੀਂ। ਨਹੀਂ, ਮੈਨੂੰ ਇਹ ਸੀ ਵੀ ਕੱਲ ਨੂੰ ਮੈਨੂੰ ਨਾ ਕਹੇ ਯਾਰ ਸਵਾਲ ਨਹੀਂ ਪੁੱਛਿਆ, ਮੈਂ ਤਾਂ ਪੁੱਛ ਲੈਣੇ ਤੁਸੀਂ ਲੋਕਾਂ ਦੇ ਹੀ ਪੁੱਛੋ। ਠੀਕ ਹੈ ਜੀ, ਲੋਕਾਂ ਦੇ ਹੀ ਪੁੱਛ ਰਿਹਾ। ਬੀਬੀ ਜੀ ਇੱਕ ਚੀਜ਼ ਦੱਸਿਓ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਉਹ ਆਪਾਂ ਉਹ ਵਿੱਚੇ ਕਿਤੇ ਗੱਲ ਰਹਿ ਗਈ। ਬਹੁਤ ਵਾਰੀ ਨਾ ਫਾਈਲਾਂ ਦਾ ਢੇਰ ਵੱਡਾ ਹੋ ਜਾਂਦਾ, ਆਮ ਚਰਚਾ ਚੱਲਦੀ ਹੁੰਦੀ ਹੈ ਜੀ, ਕਿਸੇ ਫਾਈਲ ਨੂੰ ਤਾਂ ਤੁਰੰਤ ਚੱਕ ਲਿਆ ਜਾਂਦਾ, ਕੋਈ ਫਾਈਲ ਦੱਬ ਦਿੱਤੀ ਜਾਂਦੀ ਹੈ। ਪਿੱਛੇ ਜੇ ਇੱਕ ਬੀਬੀ ਜੀ, ਉਹ ਘਟਨਾ ਮਾੜੀ ਸੀ, ਗਏ ਸੀ ਜਥੇ ਦੇ ਵਿੱਚ ਤੇ ਪਾਕਿਸਤਾਨ ਹੀ ਰਹਿ ਗਏ। ਕਾਰਨ ਕੀ ਸੀ ਪਿੱਛੇ, ਆਪਾਂ ਉਧਰ ਬਹੁਤਾ ਨਹੀਂ ਜਾਂਦੇ, ਕਮੇਟੀ ਬਣਾਤੀ ਆ ਕਰਦੀ ਹਿੰਦੀ ਵੀ ਪੀਸੀ ਜਿਹੜੀ। ਹਾਂਜੀ ਹਾਂਜੀ, ਕਈ ਇਦਾਂ ਦੀਆਂ ਘਟਨਾਵਾਂ। ਜਾਣੀ ਤੁਸੀਂ ਪ੍ਰਧਾਨ ਸੀ ਤੇ ਕਿੰਨੀਆਂ ਫਾਈਲਾਂ ਦੱਬ ਰੱਖੀਆਂ ਜਾਂ ਫੈਸਲੇ ਤੁਰੰਤ ਕੀਤੇ? ਜਦੋਂ ਮੈਂ ਪ੍ਰਧਾਨ ਬਣਦੀ ਹੈ ਨਾ ਜੀ, ਮੇਰੇ ਕੋਲ ਸਾਰਾ ਮੇਰਾ ਰਿਕਾਰਡ ਹੈ, ਸਾਰੇ ਦਫ਼ਤਰ 'ਚ ਪੁੱਛ ਲਓ। ਮੈਂ ਸ਼ਾਮ ਨੂੰ ਸਾਰੀਆਂ ਫਾਈਲਾਂ ਕੱਢ ਕੇ ਜਾਂਦੀ, ਕਲੀਅਰ ਕਰਕੇ। ਕਲੀਅਰ। ਮੈਂ ਆਂਦਿਆਂ ਸਾਰੇ ਦਫ਼ਤਰ 'ਚ ਅਮਲੇ ਵਾਲਿਆਂ ਨੂੰ ਕਿਹਾ ਸੀ ਵੀ ਕੋਈ ਦਫ਼ਤਰ ਦੀਆਂ ਫਾਈਲਾਂ, ਪਹਿਲੀ ਵਾਰੀ ਜਦੋਂ ਮੈਂ ਬਣੀ ਸੀ ਨਾ ਜੀ, ਮੈਂ ਪੂਰੇ ਕੱਟੇ ਚੜਾਏ ਸੀ, ਸਾਰੀਆਂ ਫਾਈਲਾਂ ਕਢਾ ਕੇ ਤੇ ਮੈਂ ਪੂਰੀਆਂ ਕੀਤੀਆਂ ਸੀ ਜੀ। ਇਹ ਦੇਖੋ ਜੀ, ਕਈ ਵਾਰੀ ਇਨਕੁਆਰੀਆਂ ਚੱਲਦੀਆਂ ਹੁੰਦੀਆਂ। ਇਨਕੁਆਰੀ ਚੱਲਣ ਵਾਸਤੇ ਕਿਸੇ ਨੇ ਗੁਰਦੁਆਰੇ ਵਿੱਚ ਕੋਈ ਗਲਤ ਕੰਮ ਕਰ ਲਿਆ ਜੀ, ਹੁਣ ਉੱਥੇ ਸਾਡਾ ਡਿਊਟੀ ਲੱਗੇਗੀ, ਉਹ ਜਾਣਗੇ, ਜਾ ਕੇ ਵੈਰੀਫਾਈ ਕਰਨਗੇ, ਸੰਬੰਧਿਤ ਸਾਰਿਆਂ ਕੋਲੋਂ ਬਿਆਨ ਲੈਣਗੇ। ਜਿੰਨੀ ਚਿਰ ਤੱਕ ਪੂਰੀ ਵੈਰੀਫਾਈ ਨਾ ਹੋਵੇ ਉਨੀ ਚਿਰ ਤੱਕ ਕੰਮ ਚੱਲਣਾ ਹੀ ਚੱਲਣਾ ਹੈ ਜੀ। ਸੋ ਕਈ ਐਸੇ ਮਸਲੇ ਹੁੰਦੇ ਆ ਜਿਹੜੇ ਤੁਰੰਤ ਹੱਲ ਨਹੀਂ ਕੀਤੇ ਜਾ ਸਕਦੇ। ਠੀਕ ਹੈ ਜੀ, ਉਹ ਤਾਂ ਸਮਝ ਨਹੀਂ ਹੁੰਦੇ ਜੀ, ਇੱਕਦਮ ਨਹੀਂ ਹੁੰਦੇ। ਸੋ ਐਕਸ਼ਨ ਵੀ ਬੜਾ ਸੌਖਾ ਹੁੰਦਾ ਹੈ, ਐਕਸ਼ਨ ਵੀ ਬੜਾ ਸਖਤ ਹੁੰਦਾ ਹੈ। 100 ਰੁਪਇਆ ਕਿਤੇ ਗੁਲ ਗੰਦੇ ਨੇ ਜੀ ਸਾਡੇ ਮੁਲਾਜ਼ਮ, ਅੰਦਰ ਵੜਦੇ ਜਦੋਂ ਪਹਿਲਾਂ ਤਲਾਸ਼ੀ ਵੀ ਕੋਈ ਇਹਨਾਂ ਦੇ ਕੋਲ ਕੀ ਆ। ਮੈਂ ਕਿਹਾ ਨਾ ਕੋਈ ਸੋਨੇ ਦੀ ਚੀਜ਼, ਨਾ ਕੋਈ ਚਾਂਦੀ ਦੀ ਚੀਜ਼, ਨਾ ਕੋਈ ਘੜੀ, ਕੁਛ ਨਹੀਂ ਅੰਦਰ ਲਿਜਾ ਸਕਦਾ। ਜੇਬ ਖਾਲੀ, ਐ ਜੇਬ ਚੈੱਕ ਕਰਕੇ ਭੇਜਿਆ ਜਾਂਦਾ ਹੈ। ਠੀਕ ਹੈ। ਬਾਹਰ ਆਉਣ ਲੱਗਿਆ ਜੇ ਕਿਤੇ ਕਿਸੇ ਦੇ ਕੋਲ 100 ਰੁਪਇਆ ਵੀ ਨਿਕਲਿਆ ਵੇ, 50 ਵੀ ਨਿਕਲ, ਤੇ ਤੁਰੰਤ ਉਸੇ ਵੇਲੇ ਉਹਨੂੰ ਸਸਪੈਂਡ ਕੀਤਾ ਜਾਂਦਾ। ਹੈਰਾਨ ਹੋਵੋਗੇ, ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਉੱਥੇ ਕਿੰਨੀ ਸਖਤੀ ਹੈ ਜੀ। ਜਿਹੜੇ ਵਿਚਾਰੇ ਫਿਰ ਰੋਂਦੇ ਰਹਿੰਦੇ ਨੇ ਸਾਨੂੰ ਬਹਾਲ ਕਰਾਓ, ਉਹ ਸਿਫਾਰਸ਼ਾਂ ਲੈ ਕੇ ਤੁਰੇ ਰਹਿੰਦੇ ਆ, ਬਹਾਲ ਕਰਾਓ। ਹੁਣ ਬਹਾਲ ਕਰਨ ਲਈ ਉਹਨੂੰ ਸਜ਼ਾ ਦੇਣੀ ਪੈਂਦੀ ਹੈ, ਉਹਨੂੰ 2000 ਰੁਪਏ ਜੁਰਮਾਨਾ। ਤੁਸੀਂ ਦੇਖੋ 100 ਰੁਪਇਆ ਕਰੇ ਨਾ ਜੀ, ਉਹਨੂੰ 5-5000 ਜੁਰਮਾਨਾ ਵੀ ਹੋ ਜਾਂਦਾ ਹੈ। ਤੇ ਚੋਰੀ ਕਰੂਗਾ ਕੌਣ ਉੱਥੇ?
ਜਦੋਂ ਗਿਣਤੀ ਹੁੰਦੀ ਹੈ ਗੋਲਕ ਦੀ, ਮੈਂ ਤੇ ਗੱਲਾਂ ਸੁਣ ਕੇ ਮੈਂ ਹੈਰਾਨ ਨਹੀਂ, ਮੈਨੂੰ ਪਤਾ ਸਾਰੀਆਂ ਗੱਲਾਂ ਦਾ ਵੀ ਲੋਕ ਇਦਾਂ ਕਹਿੰਦੇ। ਜਦੋਂ ਗਿਣਤੀ ਹੁੰਦੀ ਮੈਨੇਜਰ ਬੈਂਕ ਵਾਲਾ ਉੱਥੇ ਆ ਜਾਂਦਾ, ਮੌਕੇ ਤੇ ਹੁੰਦਾ ਜੀ। ਬਾਹਰ ਨਹੀਂ ਜਾਂਦੇ ਪੈਸੇ ਕੋਈ ਵੀ, ਨਾ ਪ੍ਰਧਾਨ ਅੰਦਰ ਜਾ ਸਕਦਾ ਹੈ। ਅਸੀਂ ਤਾਂ ਕਦੀ ਗਏ ਹੀ ਨਹੀਂ ਅੰਦਰ ਵੀ ਗੋਲ ਕਿੱਥੇ, ਮੈਂ ਦੇਖੀ ਨਹੀਂ ਕਦੀ। ਇੱਕ ਵਾਰੀ ਮੈਂ ਜਦੋਂ ਇੱਥੇ ਸੀ ਨਾ ਸੁਲਤਾਨਪੁਰ ਲੋਧੀ, ਉਹ ਹਾਲ 'ਚ ਲੱਗੇ ਸੀ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਅੱਜ ਕਹਿੰਦੇ ਬੀਬੀ ਜੀ ਗੋਲ ਕਰਦੇ ਨੇ, ਤੇ ਮੈਂ ਪਰੇ ਲੰਘਦੀ ਸੀ, ਮੈਂ ਕਿਹਾ ਕਿੱਥੇ ਕਹਿੰਦੇ ਇੱਥੇ, ਤੇ ਮੈਨੂੰ ਕਹਿੰਦੇ ਬੀਬੀ ਜੀ ਇੱਧਰਲੇ ਪਾਸੇ ਹੈ। ਮੈਂ ਬਾਹਰ ਖਲੋ ਕੇ ਦੇਖਿਆ ਵੀ ਕਿੱਦਾਂ ਕਹਿੰਦੇ ਆ। ਨਹੀਂ, ਜੇ ਬੀਬੀ ਹੁਣ ਗੋਲਕ ਵੀ ਨਹੀਂ ਦੇ ਸਕਦੇ, ਪ੍ਰਧਾਨ ਬਣਨ ਦਾ ਕੀ ਫਾਇਦਾ? ਹੁਣ ਅਸੀਂ ਕੀ ਲੈਣਾ ਜੀ, ਉਹ ਡਿਊਟੀ, ਅਸੀਂ ਅੰਦਰ ਜਾ ਨਹੀਂ ਸਕਦੇ, ਤਲਾਸ਼ੀ ਲੈ ਕੇ ਲੈਣਗੇ ਜੀ ਬਿਲਕੁਲ। ਜੇ ਮੈਂ ਅੰਦਰ ਜਾਊਂਗੀ ਪਹਿਲਾਂ ਮੇਰੀ ਤਲਾਸ਼ੀ ਲੈਣਗੇ। ਹੁਣ ਮੇਰੀ ਜੇਬ 'ਚ ਜੇ ਕੋਈ 2000 ਰੁਪਈਆ ਮੈਂ ਲੈ ਕੇ ਗਈ ਹੋਵਾਂ, ਬਾਹਰ ਰੱਖਣਾ ਪਊਗਾ ਸਾਰਾ ਕੁਝ, ਨਹੀਂ ਤੇ ਨਾ ਹੀ ਤੇ ਫਿਰ ਕਹਿਣਗੇ ਲੈ ਕੇ ਆ ਗਈ ਅੰਦਰੋਂ। ਅੱਛਾ, ਮਤਲਬ ਕਹਿਣ ਤੋਂ ਭਾਵ ਹੈ ਕਿ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਬਿਨਾਂ ਮਤਲਬ ਤੋਂ ਹੀ ਲੋਕਾਂ ਨੇ ਪਤਾ ਹੀ ਨਹੀਂ ਸਿਸਟਮ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਬਹੁਤੇ, ਮੇਰੇ ਖਿਆਲ 99% ਸਿੱਖਾਂ ਨੂੰ ਉੱਥੇ ਦੇ ਸਿਸਟਮ ਦਾ ਨਹੀਂ ਪਤਾ। ਬੀਬੀ ਜੀ ਈਵਨ ਮੈਂਬਰਾਂ ਨੂੰ ਨਹੀਂ ਜੀ ਸਾਰਾ ਪਤਾ, ਰੂਲਸ ਦਾ ਨਹੀਂ ਕਈਆਂ ਨੂੰ ਪਤਾ। ਤੁਸੀਂ ਗੱਲ ਵੱਡੀ ਕਹੀ, ਮੁਲਾਜ਼ਮਾਂ ਨੂੰ ਨਹੀਂ ਪਤਾ। ਔਰ ਤੁਸੀਂ ਦੇਖੋ ਦਿੱਲੀ ਐਸਜੀਪੀਸੀ ਮੈਂਬਰਾਂ ਦੀ ਗੱਲ ਕਰਦੇ ਹੋ, ਹਾਂ ਬਹੁਤੇ ਮੈਂਬਰਾਂ ਨੂੰ ਨਹੀਂ ਪਤਾ, ਬਹੁਤ ਥੋੜੇ ਮੈਂਬਰ ਹੋਣਗੇ। ਪਾਰਟੀ ਉਹਨਾਂ ਨੂੰ ਟਿਕਟਾਂ ਕਿਉਂ ਦਿੰਦੀ ਹੈ? ਨਹੀਂ ਚਲੋ ਟਿਕਟਾਂ ਤੇ ਉਹ ਗੁਰਸਿੱਖ ਹੁੰਦੇ ਆ, ਉਹ ਧਾਰਮਿਕ ਸੋਚ ਹੁੰਦੀ ਹੈ ਉਹਨਾਂ ਦੀ, ਚੰਗੇ ਪੁਰਖ ਹੁੰਦੇ ਉਹਨਾਂ ਨੂੰ ਦੇਣੀ ਪੈਂਦੀ। ਨਹੀਂ, ਉੱਥੋਂ ਦੇ ਐਕਟ ਸਮਝਣਾ, ਉੱਥੋਂ ਦੇ ਬਾਈਲਾਜ਼ ਸਮਝਣੇ, ਉੱਥੋਂ ਸਟਾਈਲ ਸਮਝਣਾ, ਉਹਨਾਂ ਕੋਲ ਇੰਨਾ ਕੁ ਟਾਈਮ ਹੀ ਨਹੀਂ ਹੁੰਦਾ। ਜਿਹੜੇ ਵਿਚਾਰੇ ਜਾ ਕੇ ਉੱਥੇ ਵਿਚਾਰੇ ਨਾਲੇ ਕਿਹੜਾ ਤਨਖਾਹ ਮਿਲਣੀ ਹੁੰਦੀ, ਕਿਹੜੀ ਤਨਖਾਹ ਮਿਲਣੀ ਜੀ, ਫਿਰ ਵੀ ਵਿਚਾਰੇ ਮੀਟਿੰਗਾਂ 'ਚ ਤੁਰੇ ਫਿਰਦੇ, ਇੱਧਰ ਆਪਣਾ ਤੇਲ ਬਾਲ ਕੇ ਇੱਦਾਂ। ਸੋ ਮੈਂ ਤਾਂ ਕਿਹਾ ਤੁਹਾਨੂੰ ਵੀ ਜਦੋਂ ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ, ਸਿੱਖ ਰਹਿਤ ਮਰਿਆਦਾ ਨਹੀਂ ਸਿੱਖਾਂ ਨੇ ਅਜੇ ਤੱਕ ਦੇਖੀ। ਸਿੱਖਾਂ ਨੇ ਤਾਂ ਅਜੇ ਤੱਕ ਹਰ ਘਰ ਵਿੱਚ ਸਿੱਖ ਰਹਿਤ ਮਰਿਆਦਾ ਪੜ੍ਹਦਾ ਸਿੱਖ, ਜਿਹੜੀ ਕਿ ਬਹੁਤ ਜ਼ਰੂਰੀ ਹੈ। ਪਹਿਲੀ ਸ਼ਰਤ ਹੈ ਸਿੱਖ ਨੇ ਕਿੱਦਾਂ ਡਿਸਿਪਲਿਨ 'ਚ ਰਹਿਣਾ, ਸਿੱਖ ਨੇ ਕਿਵੇਂ ਆਪਣਾ ਰੋਟੀ ਜ਼ਿੰਦਗੀ ਦੀ ਜਿਉਣੀ ਹੈ। ਪਰ ਬੀਬੀ ਜੀ ਇਹ ਕੰਮ ਤਾਂ ਸ਼੍ਰੋਮਣੀ ਕਮੇਟੀ ਘਰ ਵੰਡਦੇ ਸੀ। ਸਾਡੇ ਪ੍ਰਚਾਰਕ ਸੈੱਟ ਲੈ ਕੇ ਵਿਚਾਰੇ ਜਾਂਦੇ ਜੀ, ਆਹ ਸਿੱਖ ਰਹਿਤ ਮਰਿਆਦਾ ਜੀ, ਆਹ ਚੀਜ਼ਾਂ ਜੀ ਰੱਬ ਦੇ ਵਾਸਤੇ ਇਹਨੂੰ ਪੜੋ। ਸਿੱਖ ਜਾਂਦੇ ਉੱਥੇ, ਸਾਡੇ ਸਟਾਲ ਦੇ ਉੱਤੇ ਪਿਆ ਹੋਇਆ ਸਿੱਖ ਰਹਿਤ ਮਰਿਆਦਾ ਤੇ 5 7 8 ਬੁੱਕਸ ਜਿਹੜੀਆਂ ਛੋਟੀਆਂ ਹੁੰਦੀਆਂ, ਪੈਂਫਲੇਟਸ ਲੈ ਕੇ ਹੁੰਦੇ। ਸਿੱਖ ਰਹਿਤ ਮਰਿਆਦਾ ਤੇ ਮੈਂ ਹੁਣ ਕੀ ਕਵਾਂ, ਬਹੁਤ ਸਾਰੇ ਮਹਾਂਪੁਰਖ ਹੈ ਉਹ ਨਹੀਂ ਮੰਨਦੇ, ਉਹ ਕਹਿੰਦੇ ਖਰੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ, ਜਿਹਨੂੰ ਕਿੰਨੇ ਸਾਲ 35 37 ਸਾਲ ਲੱਗੇ ਸੀ ਤਿਆਰ ਕਰਨ ਲਈ, ਵਿਦਵਾਨਾਂ ਨੇ ਕੀਤੀ, ਉਹਨੂੰ ਵੀ ਖਰੜਾ ਕਹੀ ਜਾਂਦੇ ਜੀ। ਕਰੀਏ ਕੀ ਸੀ? ਸਿੱਖ ਰਹਿਤ ਮਰਿਆਦਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਮੰਨਣ ਵਾਲੇ ਬਹੁਤ ਥੋੜੇ ਰਹਿ ਗਏ, ਬਹੁਤ ਥੋੜੇ। ਮੈਂ ਦੁੱਖ ਨਾਲ ਕਹਿ ਰਹੀ ਹਾਂ। ਕਸੂਰ ਕਿਹਦਾ ਫਿਰ? ਕਸੂਰ ਜੀ ਹੁਣ ਰੌਲਾ ਤੁਸੀਂ ਮੇਰੇ ਕੋਲ ਕਹਾਉਣਾ ਚਾਹੁੰਦੇ ਹੋ ਕਿ ਜਿਹੜੇ ਆ ਵੱਖ-ਵੱਖ ਡੇਰਾਵਾਦ ਹੋ ਗਿਆ ਨਾ ਜੀ, ਡੇਰਾਵਾਦ ਜੀ, ਲੋਕ ਵੀ ਥੋੜੀ ਸੋਚ ਜਿਹੜੀ ਹੈ ਉਹਨਾਂ ਦੀ ਵੀ ਉਧਰਲੇ ਪਾਸੇ ਚਲ ਗਈ। ਕੋਈ ਵੀ ਗੁਰਦੁਆਰਾ ਐਸਾ ਹੈ ਜਿੱਥੇ ਪ੍ਰਚਾਰ ਨਹੀਂ? ਪਹਿਲੇ ਸਮੇਂ 'ਚ ਕਿੰਨੇ ਗੁਰਦੁਆਰਿਆਂ 'ਚ ਪ੍ਰਚਾਰ ਸੀਗਾ? ਕਿੱਥੇ ਕਿ ਧਰਮ ਪ੍ਰਚਾਰ ਕੋਈ ਤੇ ਕਰਦਾ ਸੀਗਾ? ਇੱਕ ਬਾਬਾ ਹੁੰਦਾ ਸੀਗਾ, ਢੋਲਕੀ ਫੜਨੀ, ਵਜਾ ਕੇ ਤੇ ਲਾਵਾਂ ਕਰਾ ਦੇਣੀਆਂ ਉਹਨਾਂ, ਮਤਲਬ ਇੱਕ ਸ਼ਬਦ ਪੜ੍ਹਦਾ ਰਹਿਣਾ, ਉੱਠ ਕੇ ਤੇ ਲਾਵਾਂ ਹੋ ਜਾਣੀਆਂ, ਚਾਰੇ ਇੱਕੋ ਸ਼ਬਦ ਨਾਲ ਲਾਵਾਂ ਹੋ ਜਾਂਦੀਆਂ ਸੀਗੀਆਂ। ਹੁਣ ਵੱਡੇ ਵੱਡੇ ਰਾਗੀ ਹੁੰਦੇ, ਵੱਡੇ ਵੱਡੇ ਪ੍ਰਚਾਰਕ ਹੁੰਦੇ, ਰੋਜ਼ ਪਿੰਡਾਂ ਦੇ ਵਿੱਚ ਕੀਰਤਨ ਦਰਬਾਰ ਹੁੰਦੇ, ਗੁਰਮਤਿ ਸਮਾਗਮ ਹੁੰਦੇ, ਅਜੇ ਵੀ ਕਹਿੰਦੇ ਪ੍ਰਚਾਰ ਨਹੀਂ। ਸੁਣਨ ਵਾਲੇ ਤੇ ਬਣ। ਜੇ ਵਿਆਹ ਅਖੰਡ ਪਾਠ ਘਰ ਕਰਾਉਂਦੇ ਆ ਜੀ, ਤੁਸੀਂ ਦੱਸੋ ਵੀ ਪੂਰਾ ਪਰਿਵਾਰ ਵਿਰਲੇ ਹੀ ਹੋਣਗੇ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਬੈਠ ਕੇ ਸੁਣਦੇ ਹੋਣਗੇ? ਸਾਰਿਆਂ ਦੀ ਚਿੰਤਾ ਲੱਗੀ ਰਹਿੰਦੀ, ਪ੍ਰਾਹੁਣੇ ਆਉਣੇ ਆ ਜੀ, ਲੰਗਰ ਛਕਾਉਣਾ ਜੀ, ਇੱਦਾਂ ਦਾ ਪ੍ਰਸ਼ਾਦਾ ਬਣਾਓ, ਆਹ ਚੀਜ਼ ਬਣਾਓ, ਆਹ ਚੀਜ਼ ਬਣਾਓ। ਕਦੀ ਬਹਿ ਕੇ ਕੋਈ ਵਿਰਲਾ ਪਰਿਵਾਰ ਹੈ ਜਿਹੜਾ ਬਾਣੀ ਨੂੰ ਪਿਆਰ ਕਰਦਾ ਹੋਵੇ, ਜਿਹੜਾ ਸੋਚਦਾ ਹੋਵੇ ਕਿ ਮੇਰੇ ਘਰ 'ਚ ਗੁਰੂ ਸਾਹਿਬ ਆਏ ਆ, ਮੈਂ ਇਹਦੇ ਕੋਲ ਬੈਠਣਾ, ਸਤਿਕਾਰ ਕਰਨਾ, ਸੁਣਨੀ ਹੈ ਬਾਣੀ। ਸੋ ਜਦ ਤੱਕ ਸੁਣਾਂਗੇ ਨਹੀਂ, ਵਿਚਾਰਾਂਗੇ ਨਹੀਂ, ਚੱਲਾਂਗੇ ਨਹੀਂ, ਗੁਰਸਿੱਖੀ ਦਾ ਪ੍ਰਚਾਰ ਕਿੱਥੋਂ ਹੋਊਗਾ? ਬੀਬੀ ਜੀ ਉਹੀ ਪੰਜਾਬ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਹੈ, ਜਿੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਜਾਂਦੇ। 117 ਵਲੰਟੀਅਰ ਪ੍ਰਚਾਰਕ ਹੁਣੇ ਆਪਾਂ ਨਵੇਂ ਵੀ ਤਿਆਰ ਕੀਤੇ ਆ, ਜਿਹੜੇ ਹਲਕਿਆਂ 'ਚ ਪੰਜਾਬ 'ਚ ਗਏ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਸੁਣਦਾ ਨਹੀਂ। ਮੇਰੀ ਤੁਸੀਂ ਉਦਾਹਰਨ ਦਿੱਤੀ ਹੈ, ਉਸੇ ਹੀ ਪੰਜਾਬ ਦੇ ਵਿੱਚ ਉਸੇ ਹੀ ਥਾਂ ਦੇ ਉੱਤੇ ਡੇਰੇ ਨੇ, ਉਧਰਲੇ ਪਾਸੇ ਨੂੰ ਤੁਸੀਂ ਕਹਿੰਦੇ ਲੋਕ ਵੱਧ ਜਾਂਦੇ ਆ। ਜਾਣੀ ਕਹਿਣ ਦਾ ਭਾਵ ਹੈ ਕਿ ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਆਪਣੇ ਕੰਮ ਦੇ ਵਿੱਚ ਵੱਧ ਸੁਹਿਰਦ ਨੇ, ਵੱਧ ਸਮਰਪਿਤ ਨੇ, ਜਾਂ ਕਹਾਣੀ ਕੀ ਹੈ? ਤੁਸੀਂ ਮੈਨੂੰ ਖਿਲਾਫ ਬੁਲਾਉਣਾ ਚਾਹੁੰਦੇ ਹੋ? ਨਹੀਂ, ਮੈਂ ਬੁਲਾਉਣਾ ਨਹੀਂ। ਗੱਲ ਇਹ ਹੈ ਜੀ, ਰਸਕਸ ਜਿਹੜੇ ਆ ਨਾ ਜੀ, ਉਹ ਸਾਹਮਣੇ ਬੈਠਾ ਜਦੋਂ ਮਹਾਂਪੁਰਖ ਹੁੰਦਾ ਨਾ, ਉਹ ਥਾਪੀ ਦਿੰਦਾ, ਆਓ ਬਾਠ ਸਾਹਿਬ ਕੀ ਹਾਲ ਚਾਲ ਹੈ, ਚੰਗੀ ਸੇਵਾ ਸੁਭਾ ਕਰਦੇ, ਇਹ ਲੰਗਰ ਉੱਥੇ ਵੀ ਚੱਲਦੇ ਹੈ। ਪਰ ਗੱਲ ਇਹ ਹੈ ਕਿ ਉਹ
ਸਾਹਮਣੇ ਬਾਬਾ ਤੇ ਸਰਿਆ ਹੁੰਦਾ ਹੈ। ਇਸ ਕਰਕੇ ਬਾਬੇ ਦੀ ਆਸ਼ੀਰਵਾਦ ਬਹੁਤ ਵੱਡੀ ਹੁੰਦੀ ਹੈ। ਗੁਰੂ ਸਾਹਿਬ ਦੇ ਕੋਲ ਗਿਆ ਤਾਂ ਉਹ ਸੋਚਦਾ ਖਰੇ ਗੁਰੂ ਨੇ ਮੈਨੂੰ ਆਸ਼ੀਰਵਾਦ ਦਿੱਤੀ ਕਿ ਨਹੀਂ ਦਿੱਤੀ, ਉਹ ਤੇ ਸਾਹਮਣੇ ਦਿਸਦੇ ਕਿ ਨਹੀਂ ਦਿਸਦੇ। ਸੋ ਮੈਂ ਨਾ ਮੈਨੂੰ ਬੁਲਾਓ, ਨਹੀਂ ਚਲੋ ਬਹੁਤਾ ਨਹੀਂ ਜਾਂਦੇ ਆਪਾਂ ਉਧਰਲੇ ਪਾਸੇ ਨੂੰ। ਉਹ ਗੱਲ ਦੱਸਾਂਗੀ ਜੀ, ਜੀ ਜਿਹਨੂੰ ਬਾਣੀ ਦਾ ਗਿਆਨ ਹੈ, ਜੀ ਜਿਹਨੂੰ ਗੁਰਮਤਿ ਦਾ ਗਿਆਨ ਹੈ, ਜਿਹੜਾ ਸਿੱਖ ਰਹਿਤ ਮਰਿਆਦਾ ਨੂੰ ਪੜ੍ਹਦਾ ਵਿਚਾਰਦਾ ਉਤੇ ਚੱਲਦਾ, ਜੀ ਉਹ ਕਦੀ ਨਹੀਂ ਇਹਨਾਂ ਗੱਲਾਂ 'ਚ ਫਸਦਾ। ਜੋ ਮਰਜ਼ੀ ਉਹ ਕਰੀ ਜਾਣਾ ਬੰਦਾ ਹੈ। ਉਹਨਾਂ ਸਥਾਨਾਂ ਤੇ ਕੋਈ ਗੱਲ ਨਹੀਂ ਜਿੱਥੇ ਕੀਰਤਨ ਗੁਰੂ ਗ੍ਰੰਥ ਸਾਹਿਬ ਦਾ ਚੱਲ ਰਹੀ ਹੈ, ਬਾਣੀ ਚੱਲ ਰਹੀ ਹੈ, ਜਾਨ ਜੀ ਸਦਕੇ। ਪਰ ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਕਤਲ ਹੁੰਦਾ ਹੋਵੇ ਤੇ ਉਹ ਧਾਰਮਿਕ ਸਥਾਨ ਹੋਣ ਤੇ ਗੁਰਮਤਿ ਦੇ ਕੇਂਦਰ ਹੋਣ, ਉੱਥੇ ਦੁੱਖ ਹੁੰਦਾ ਹੈ। ਠੀਕ ਹੈ ਬੀਬੀ ਜੀ, ਹੁਣ ਅਗਲਾ ਐਕਸ਼ਨ ਪਲਾਨ ਕੀ ਹੋਊਗਾ? ਵੱਖਰੀ ਕਮੇਟੀ ਬਣ ਗਈ, ਸੁਪਰੀਮ ਕੋਰਟ ਨੇ ਬਣਾਤੀ, SGPC ਨੇ ਮਤਾ ਪਾਸ ਕਰਤਾ, 1984 ਤੋਂ ਵੀ ਵੱਡਾ ਇਹਨੂੰ ਦੱਸ ਦਿੱਤਾ। ਸ਼੍ਰੋਮਣੀ ਅਕਾਲੀ ਦਲ ਤੁਹਾਡੀ ਪਾਰਟੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਖੜੀ ਹੈ। ਕੀ ਆਮ ਲੋਕਾਂ ਤੱਕ, ਸੰਗਤ ਤੱਕ ਕਿਵੇਂ ਜਾਣਾ? ਹੁਣ ਅਗਲਾ ਰਸਤਾ ਕੀ ਹੈ? ਗੱਲ ਤਾਂ ਸਮਝ ਆ ਗਈ ਕਿ ਤੁਸੀਂ ਵਿਰੋਧ ਕਰ ਦਿੱਤਾ, ਪਰ ਹੁਣ ਹੋਊਗਾ ਕੀ? ਤੁਸੀਂ ਮੈਨੂੰ ਸਵਾਲ ਪੁੱਛੇ, ਅਕਸਰ ਤੇ ਕਿਸੇ ਨਾ ਕੋਈ ਗਏ ਹੋਣਗੇ। ਠੀਕ ਹੈ ਜੀ। ਕੁਝ ਤਾਂ ਸਮਝ ਆਈ ਹੋਊਗੀ, ਕੁਝ ਨਾ ਕੁਝ ਤਾਂ ਸੁਣੇ ਹੋਣਗੇ ਕਿਸੇ ਨੇ। ਸੋ ਅਸੀਂ ਸੰਗਤ ਨੂੰ ਲਾਮਬੰਦ ਵੀ ਕਰਾਂਗੇ, ਲੋਕਾਂ ਦੇ ਵਿੱਚ ਦੱਸਾਂਗੇ ਵੀ ਤੁਹਾਨੂੰ ਭੁਲੇਖਾ ਲੱਗ ਰਿਹਾ ਹੈ, ਇਹ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ। ਕੱਲ ਨੂੰ ਜਿੱਦਾਂ ਨੰਦੇੜ ਸਾਹਿਬ ਬੋਰਡ ਬਣ ਗਿਆ, ਬੋਰਡ ਚੋਣ ਨਹੀਂ ਹੁੰਦੀ ਜੀ, ਨੋਮੀਨੇਟ ਹੋ ਜਾਂਦਾ। ਪਟਨਾ ਸਾਹਿਬ ਚੋਣ ਨਹੀਂ ਹੁੰਦੀ, ਨੋਮੀਨੇਟ ਹੋ ਜਾਂਦਾ। ਦਿੱਲੀ ਦੇ ਵਿੱਚ ਚੋਣ ਭਾਵੇਂ ਹੁੰਦੀ ਹੈ ਜੀ, ਪਰ ਉਹ ਕਿਉਂਕਿ ਬਾਕੀ ਸਟੇਟਾਂ ਉਹ ਸੋਚਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ ਜੀ, ਉਹ ਜਿਹੜੀ ਸਰਕਾਰ ਹੋਵੇ ਜੀ ਉਹਦੇ ਨਾਲ ਹੀ ਜੁੜਦੇ, ਔਰ ਚਾਹੀਦਾ ਵੀ ਉਹਨਾਂ ਨੂੰ, ਉਹਨਾਂ ਦਾ ਹੱਕ ਵੀ ਬਣਦਾ ਹੈ। ਧਾਰਮਿਕ ਮਸਲਿਆਂ ਦੀ ਨਾ ਗੱਲ ਕਰਿਆ ਕਰਨ, ਉੱਦਾਂ ਆਪਣੀ ਸਰਕਾਰ ਜਿਹੜੀ ਬਣਾਉਣ, ਜਿੱਧਰ ਉਹਨਾਂ ਨੂੰ ਤਾਕਤ ਮਿਲਦੀ ਹੈ, ਜਿੱਧਰ ਉਹਨਾਂ ਦੀ ਸੁਣਾਈ ਹੁੰਦੀ ਹੈ, ਕੰਮ ਹੁੰਦੇ, ਲੋਕਾਂ ਦੇ ਕੰਮ ਕਰਾਉਣੇ ਹੁੰਦੇ ਜੀ। ਪਰ ਗੱਲ ਇਹ ਹੈਗੀ ਹੈ ਕਿ ਹੁਣ ਅਸੀਂ ਸੰਗਤਾਂ ਨੂੰ ਸੁਚੇਤ ਕਰਾਂਗੇ, ਸੰਗਤਾਂ 'ਚ ਜਾਵਾਂਗੇ, ਸਿੰਘ ਸਭਾਵਾਂ ਨਾਲ ਮੀਟਿੰਗਾਂ ਕਰਾਂਗੇ ਤੇ ਆਪਣੇ ਆਪ ਹੀ ਸੰਗਤਾਂ ਨੂੰ ਪਤਾ ਲੱਗੇ ਕਿ ਸਾਡਾ ਬਹੁਤ ਵੱਡਾ ਕਤਲ ਹੋਇਆ। ਜੀ, ਆਸ ਹੈ ਕਿ ਫੈਸਲਾ ਬਦਲ ਸਕਦਾ? ਦੇਖੋ ਜੀ, ਅਸੀਂ ਰਿਵਿਊ ਪਟੀਸ਼ਨ ਪਾਉਣ ਜਾ ਰਹੇ ਹਾਂ ਜੀ, ਤੇ ਪਹਿਲਾਂ ਚਾਹੁੰਦੇ ਹਾਂ ਕਿ ਸੰਗਤ ਨੂੰ ਸੁਚੇਤ ਕਰੀਏ। ਰਿਵਿਊ ਪਟੀਸ਼ਨ ਪਾਵਾਂਗੇ, ਤਿਆਰੀ ਚੱਲ ਰਹੀ ਹੈ ਜੀ, ਤੇ ਸਾਨੂੰ ਆਸ ਹੈ, ਪੂਰਾ ਵਿਸ਼ਵਾਸ ਹੈ ਜੀ ਕਿ ਜੇ ਕਿਤੇ ਇੱਕ ਜੱਜ ਵੱਲੋਂ ਜਾਂ ਇੱਕ ਟੀਮ ਵੱਲੋਂ, ਇੱਕ ਬੈਂਚ ਵੱਲੋਂ ਇਹ ਫੈਸਲਾ ਗੈਰ ਕਾਨੂੰਨੀ ਤੌਰ ਤੇ ਉੱਤੇ ਹੋਇਆ ਤੇ ਜ਼ਰੂਰ ਹੁੰਦਾ ਹੀ ਹੈ, ਕਿਤੇ ਕਮੀਆਂ ਰਹਿ ਦੂਜੀ ਫਿਰ ਆ ਕੇ ਠੀਕ ਕਰ ਦਿੰਦੇ, ਬਦਲ ਜਾਂਦੇ ਫੈਸਲੇ। ਤੇ ਸਾਨੂੰ ਆਸ ਹੈ ਕਿ ਸਾਡੇ ਨਾਲ ਇਨਸਾਫ ਹੋਏਗਾ। ਬੀਬੀ ਜੀ, ਜੇ ਅੱਜ ਜਿੰਨੀਆਂ ਗੱਲਾਂ ਤੁਸੀਂ ਕੀਤੀਆਂ ਹਰਿਆਣੇ ਦੇ ਗੁਰੂ ਘਰਾਂ ਬਾਰੇ, ਉੱਥੋਂ ਦੀ ਆਮਦਨ ਦੇ ਬਾਰੇ, ਬਹੁਤ ਸਾਰੀਆਂ ਹੋਰ ਵੀ ਗੱਲਾਂ ਜਿਹੜੀਆਂ ਕੀਤੀਆਂ, ਜੇ ਉਹਨਾਂ ਦੇ ਬਾਬਤ ਕੋਈ ਵੱਖਰਾ ਵਿਚਾਰ ਰੱਖਦਾ ਹੋਇਆ, ਜੇ ਉਹਨਾਂ ਦਾ ਸਵਾਲ ਆ ਗਿਆ, ਫਿਰ ਕੱਲ੍ਹ ਨੂੰ ਅਸੀਂ ਤੁਹਾਨੂੰ ਭੇਜ ਸਕਦੇ ਹਾਂ ਜਦੋਂ ਮਰਜ਼ੀ। ਠੀਕ ਹੈ ਜੀ। ਮੈਂ ਤੇ ਆਪ ਕਹਿੰਨੀ ਹੈ ਕਿ ਬੈਠ ਕੇ ਕਲੀਅਰ ਕਰਨਾ ਚਾਹੀਦਾ। ਮੈਂ ਤੇ ਮੈਂ ਸਟੇਜਾਂ ਤੇ ਬੋਲਦੀ ਹਾਂ ਜੀ, ਹੁਣ ਮੈਂ ਸਟੇਜ ਦੇ ਉੱਤੇ ਬੋਲ ਕੇ ਆਈ ਹਾਂ, ਮੈਨੂੰ ਤਾਂ ਚਾਅ ਚੜਦਾ ਕਿ ਕੋਈ ਗੱਲ ਕਲੀਅਰ ਕਰੇ, ਕਿਉਂਕਿ ਅੱਛਾ ਸੰਗਤ ਨੂੰ ਪਤਾ ਵੀ ਹੈ, ਮੇਰੇ ਸੁਭਾਅ ਦਾ ਵੀ ਪਤਾ ਕਿ ਮੈਂ ਜਦੋਂ ਪ੍ਰਧਾਨ ਵੀ ਹੋਵਾਂ, ਮੈਂ ਸ਼ਰਿਆਮ 40 ਮੇਰੇ ਕੋਲ ਚੈਨਲ ਵਾਲੇ ਹੁੰਦੇ ਆ, 25 30 ਸਾਰੇ ਮੇਰੇ ਨਾਲ ਘੰਟਾ ਮੈਂ ਕਿ ਦੌੜਦੀ ਨਹੀਂ ਪ੍ਰੈਸ ਤੋਂ, ਠੀਕ ਹੈ, ਸੰਗਤ ਤੋਂ ਨਹੀਂ ਦੌੜਦੀ, ਮੇਰੇ ਨਾਲ ਬੈਠ ਕੇ ਵਿਚਾਰ ਕਰਨ। ਪਰ ਜੇ ਮੈਂ ਨਾ ਮੰਨੂ, ਇਹ ਬਾਦਲਾਂ ਦੀ ਟੀਮ ਦੀ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੀ ਹੈ ਜੀ, ਇਹ ਤੇ ਇਹਨਾਂ ਨੇ ਬੋਲਣਾ ਹੀ ਹੈ ਜੀ, ਇਹਨਾਂ ਤੇ ਕਹਿਣਾ ਹੀ ਹੈ ਜੀ, ਇਹ ਨਹੀਂ ਕਹਿਣਾ ਚਾਹੀਦਾ। ਮੈਂ ਸ਼੍ਰੋਮਣੀ ਅਕਾਲੀ ਦਲ ਦੀ ਹਾਂ ਜੀ, ਮੈਂ ਕਿਸੇ ਪਾਰਟੀ ਨਾਲ ਹੋਰ ਮੇਰਾ ਕੋਈ ਸੰਬੰਧ ਨਹੀਂ, ਸ਼੍ਰੋਮਣੀ ਅਕਾਲੀ ਦਲ ਦੀ ਹੈ। ਇਸ ਵੇਲੇ ਸਾਡੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਪ੍ਰਧਾਨ ਬਦਲ ਜਾਏ, ਸ਼੍ਰੋਮਣੀ ਅਕਾਲੀ ਦਲ ਕੋਈ ਪ੍ਰਧਾਨ ਹੈ, ਸ਼੍ਰੋਮਣੀ ਅਕਾਲੀ ਦਲ ਸਾਡੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥਕ ਜਮਾਤ ਹੈ, ਸਿੱਖਾਂ ਨੇ ਬਣਾਈ ਹੋਈ ਹੈ। ਤੁਸੀਂ ਪਾਰਟੀ ਨਾਲ? ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਧੰਨਵਾਦ ਤੁਹਾਡਾ ਬਾਠ ਸਾਹਿਬ, ਸਾਰੇ ਪ੍ਰਾਈਮ ਏਸ਼ੀਆ ਦੇ ਸਰੋਤਿਆਂ ਦਾ, ਤੇ ਮੈਨੂੰ ਆਸ ਹੈ ਕਿ ਹਰ ਗੱਲ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਕਲੀਅਰ ਕਰਾਂ ਜੀ। ਕੋਈ ਫਿਰ ਵੀ ਜੇ ਕੋਈ ਭੁਲੇਖਾ ਰਹਿ ਜੇ ਜਾਂ ਮੈਂ ਕੋਈ ਵੱਧ ਬੋਲ ਗਈ ਹੋਵਾਂ ਤੇ ਖਿਮਾ ਦੀ ਜਾਚਕ ਵੀ ਹਾਂ ਤੇ ਹਰ ਵੇਲੇ ਮੈਂ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਆਏ, ਕਿਉਂਕਿ ਹਰਿਆਣੇ ਦੀ ਵੱਖਰੀ ਕਮੇਟੀ ਦਾ ਮੁੱਦਾ ਬਹੁਤ ਭਖਿਆ ਹੋਇਆ। ਅਕਾਲੀ ਦਲ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਟੈਂਡ ਲੈ ਲਿਆ, ਸਥਿਤੀਆਂ ਕਿੱਧਰ ਨੂੰ ਜਾਂਦੀਆਂ ਉਧਰਲੇ ਪਾਸੇ ਵੀ ਧਿਆਨ ਰੱਖਾਂਗੇ। ਬਾਕੀ ਤੁਹਾਡੇ ਬਹੁਤ ਸਾਰੇ ਸਵਾਲ ਅਕਸਰ ਆਉਂਦੇ ਆ, ਮੈਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਉਹਨਾਂ ਨੂੰ ਪੁੱਛ ਲਾਂ। ਬਾਕੀ ਕੋਈ ਹੋਰ ਸਵਾਲ ਹੈ ਤੇ ਤੁਸੀਂ ਸਹੀ ਭਾਸ਼ਾ ਦੇ ਵਿੱਚ, ਜਿਹੜੀ ਪਰਿਵਾਰਕ ਭਾਸ਼ਾ, ਉਹਦੇ ਵਿੱਚ ਜਿੰਨੇ ਮਰਜ਼ੀ ਤਰਕ ਸਹਿਤ ਜਿਹੜੀ ਆਪਣੀ ਗੱਲ ਲਿਖ ਸਕਦੇ ਹੋ। ਕੋਈ ਸਵਾਲ ਹੋਰ ਹੋਏ ਆਪਾਂ ਬੀਬੀ ਜੀ ਨੂੰ ਫੇਰ ਆਵਾਜ਼ ਦੇ ਦਾਂਗੇ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆ ਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।